ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, अस्सलाम वालेकुम, जय श्री कृष्णा, जंबो। ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਡਾਕਟਰ ਵਲੀ ਦੇ ਸ਼ੋਅ ਦੇ ਵਿੱਚ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਵਲੀ ਮੇਰੇ ਨਾਲ ਬੈਠੇ ਨੇ। ਮੈਨੂੰ ਵੀ ਬੜੀ ਜਿੱਦਾਂ ਤੁਹਾਨੂੰ ਉਮੀਦ ਹੁੰਦੀ, ਮੈਨੂੰ ਵੀ ਲੁੱਕ ਫਾਰਵਰਡ ਕਰਦਾ ਕਿ ਡਾਕਟਰ ਵਲੀ ਆਉਣ। ਡਾਕਟਰ ਵਲੀ ਜੀ, ਸਵਾਗਤ ਤੁਹਾਡਾ ਸ਼ੋਅ ਦੇ ਵਿੱਚ ਭਾਜੀ। ਥੈਂਕ ਯੂ ਵੈਰੀ ਮੱਚ ਪੌਲ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਜੰਬੋ, अस्सलाम वालेकुम, वेरी गुड मॉर्निंग। ਬਹੁਤ ਅੱਛੇ ਭਾਈਜਾਨ, ਅੱਜ ਤਾਂ ਬੜੀ ਖੁਸ਼ੀ ਦੇ ਦਿਨ ਨੇ। ਪਹਿਲੇ ਤੇ ਵੀਕਐਂਡ ਤੇ ਦੀਵਾਲੀ ਬੱਦੀ ਚੌਂਚੀ ਬੜੇ ਆਪਣੇ ਲੋਕਾਂ ਨੇ ਮਨਾਇਆ, ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਉਹਦੀ। ਹਾਂਜੀ, ਤੇ ਹਮੇਸ਼ਾ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਰਹੋ, ਇੰਜੋਏ ਕਰੋ ਆਪਣੇ ਫੈਸਟੀਵਲਸ। ਤੇ ਡਾਕਟਰ ਸਾਹਿਬ, ਹੋਰ ਕੀ ਹਿਸਾਬ ਦੱਸੋ ਅੱਜ? ਦੇਖੋ, ਮੇਰਾ ਅੱਜ ਇੱਕ ਦੋ ਦਿਨ ਤੋਂ ਪ੍ਰੋਗਰਾਮ ਬਣ ਰਿਹਾ ਸੀ ਕਿ ਅਸੀਂ ਨਾ ਡਾਈਜੈਸਟਿਵ ਹੈਲਥ ਤੇ ਜ਼ਰਾ ਦੁਬਾਰਾ ਗੱਲ ਕਰੀਏ। ਉਹ ਇਸ ਤਰ੍ਹਾਂ ਕਿ ਮੈਨੂੰ ਨਾ ਲਾਸਟ ਵੀਕ, ਪਹਿਲੇ ਤਾਂ ਰੂਟੀਨ 'ਚ ਇੱਕ ਦੋ ਵੀਕ 'ਚ ਫੋਨ ਆ ਜਾਂਦੇ ਸਨ ਪੇਰੈਂਟਸ ਦੇ, ਲੇਕਿਨ ਲਾਸਟ ਵੀਕ ਮੈਨੂੰ ਜ਼ਰਾ ਜ਼ਿਆਦਾ ਫੋਨ ਆਏ ਨੇ ਪੇਰੈਂਟਸ ਦੇ। ਉਹ ਦੱਸਦੇ ਸੀ ਕਿ ਸਾਡੇ ਬੱਚੇ ਨੂੰ ਕਾਂਸਟੀਪੇਸ਼ਨ ਹੋ ਜਾਂਦੀ ਹੈ। ਪੌਲ ਜੀ, ਜਦੋਂ ਅਸੀਂ ਛੋਟੇ ਸੀ ਨਾ, ਸਾਨੂੰ ਨਹੀਂ ਪਤਾ ਸੀ ਕਿ ਇਹ ਕੀ ਚੀਜ਼ ਹੁੰਦੀ ਹੈ। ਪਰ ਜੀ ਸਾਨੂੰ ਵੀ ਨਹੀਂ ਸੀ ਪਤਾ। ਵੈਸੇ ਸਹੀ ਗੱਲ ਹੈ, ਟਰੂ ਗੱਲ ਹੈ। ਨੀਂਦ, ਭੁੱਖ ਔਰ ਬਾਉਲ ਮੂਵਮੈਂਟ, ਇਹ ਸਾਡੀਆਂ ਰੂਟੀਨ ਦੀਆਂ ਚੀਜ਼ਾਂ। ਭੁੱਖ ਐਸੀ ਸੀ ਕਿ ਜੋ ਸਾਹਮਣੇ ਖਾ ਜਾਣਾ, ਬਲਕਿ ਲੱਭੜੀਆਂ ਨੇ ਚੀਜ਼ਾਂ ਜਿਹੜੀਆਂ ਸਾਡੀ ਮਾਂ ਨੇ ਲੁਕੋਈਆਂ ਹੁੰਦੀਆਂ ਸੀ ਕਿ ਉਹਨੂੰ ਲੱਭ ਕੇ ਖਾ ਜਾਣਾ। ਔਰ ਹੁਣ ਪੋਜੀਸ਼ਨ ਇਹ ਹੈ ਕਿ ਮਾਵਾਂ ਬੱਚਿਆਂ ਦੇ ਪਿੱਛੇ ਪਿੱਛੇ ਦੌੜ ਰਹੀਆਂ ਹੁੰਦੀਆਂ ਨੇ ਕਿ ਖਾ ਲੈ ਖਾ ਲੈ, ਉਹ ਨਹੀਂ ਖਾ ਰਹੇ ਹੁੰਦੇ। ਠੀਕ ਹੈ ਨਾ। ਫਿਰ ਕਾਂਸਟੀਪੇਸ਼ਨ ਬੱਚਿਆਂ ਨੂੰ ਹੋਣੀ ਸ਼ੁਰੂ ਹੋ ਗਈ ਔਰ ਬੱਚੇ ਕਹਿੰਦੇ ਨੇ ਜੀ ਸਾਨੂੰ ਭੁੱਖ ਨਹੀਂ ਲੱਗਦੀ। ਬੱਚਾ ਹੋਏ ਪੌਲ ਜੀ ਔਰ ਉਹਦਾ ਯਾਨੀ ਮੀਲ ਟਾਈਮ ਡਿਊ ਹੋਇਆ, ਉਹਦਾ ਮੀਲ ਟਾਈਮ, ਉਹਨੇ ਬ੍ਰੇਕਫਾਸਟ ਕੀਤਾ ਹੈ ਔਰ ਹੁਣ ਉਹਨੇ ਲੰਚ ਕਰਨਾ ਹੈ, ਜਾਂ ਲੰਚ ਕੀਤਾ ਹੈ ਤਾਂ ਉਹਨੇ ਡਿਨਰ ਕਰਨਾ ਹੈ, ਔਰ ਡਿਨਰ ਦੇ ਟਾਈਮ ਤੇ ਉਹ ਕਹਿੰਦਾ ਮੈਨੂੰ ਤਾਂ ਭੁੱਖ ਹੀ ਨਹੀਂ ਹੈ। ਔਰ ਉਹ ਸੀਰੀਅਸ ਹੋ ਕੇ ਕਹਿ ਰਿਹਾ, ਨਹੀਂ ਕਿ ਜਿਵੇਂ ਬੱਚੇ ਬਾਅਦ ਗੁੱਸੇ 'ਚ ਕਹਿੰਦੇ ਨੇ ਮੈਂ ਨਹੀਂ ਖਾਣਾ। ਪਰ ਬੱਚੇ ਤਾਂ ਇੰਡੀਵਿਜੂਅਲ ਜਦੋਂ ਉਹਦੇ ਲੰਚ ਨਹੀਂ ਕਿ ਜਦੋਂ ਮੀਲ ਦਾ ਟਾਈਮ ਉੱਦਾਂ ਹੀ ਖਾਂਦੇ ਰਹਿੰਦੇ ਨੇ ਸਾਰਾ। ਹਾਂਜੀ, ਸਾਰਾ ਦਿਨ ਉਹਨਾਂ ਨੂੰ ਜਿੱਥੇ ਮਿਲੇਗੀ। ਲੇਕਿਨ ਹੁਣ ਸਿਚੁਏਸ਼ਨ ਇਹ ਹੈ ਕਿ ਬੱਚੇ ਦਾ ਇੰਟਰਸਟ ਬੱਚਿਆਂ ਦਾ ਖਾਣੇ 'ਚ ਘਟਦਾ ਜਾ ਰਿਹਾ। ਔਰ ਅਗਰ ਖਾਣੇ 'ਚ ਇੰਟਰਸਟ ਹੋਏਗਾ ਵੀ ਸਹੀ ਤੇ ਉਹੀ ਜੰਕ ਜਿਹਨਾਂ ਦੇ ਨਾਲ ਉਹਨਾਂ ਦਾ ਬ੍ਰੇਨ ਐਡਿਕਟ ਹੋ ਗਿਆ, ਬਿਲਕੁਲ ਬਿਲਕੁਲ ਉਧਰ ਹੀ ਉਹਨਾਂ ਦਾ ਧਿਆਨ ਜਾਏਗਾ। ਲੇਕਿਨ ਜਿਹੜੇ ਨਿਊਟ੍ਰੀਸ਼ੀਅਸ ਅੱਛੀਆਂ ਖੁਰਾਕਾਂ ਨੇ ਉਧਰ ਨਹੀਂ ਜਾਏਗਾ। ਤੇ ਆਪਾਂ ਨੂੰ ਇਹਦੇ ਬਾਰੇ 'ਚ ਗੱਲ ਕਰਨੀ ਚਾਹੀਦੀ ਹੈ। ਇਹਦੇ ਵਿੱਚ ਨਾ ਦੋ ਤਿੰਨ ਫੈਕਟਰ ਬੜੇ ਜ਼ਰੂਰੀ ਨੇ ਉਹਨਾਂ ਦਾ ਖਿਆਲ ਰੱਖਣਾ। ਇੱਕ ਤੇ ਇਹ ਹੈ, ਮੈਂ ਬਾਰ-ਬਾਰ ਕਹਾਂਗਾ ਸਾਰੀਆਂ ਮਾਵਾਂ ਨੂੰ, ਪੇਰੈਂਟਸ, ਦੋਵੇਂ ਪੇਰੈਂਟਸ ਨੂੰ ਕਹਾਂਗਾ ਕਿ ਇਹ ਚੀਜ਼ ਯਾਦ ਰੱਖੋ ਕਿ ਹੁਣ ਮੈਨੂੰ ਪੇਰੈਂਟਸ ਦੇ ਫੋਨ ਆਉਂਦੇ ਨੇ ਜਿਹੜੇ ਬਜ਼ੁਰਗ ਨੇ, 60 65 ਸਾਲ ਦੇ, ਰਿਟਾਇਰ ਹੋ ਗਏ ਨੇ, ਉਹਨਾਂ ਦੇ ਬੱਚੇ ਹੁਣ ਵੱਡੇ ਹੋ ਗਏ ਨੇ। ਉਹ ਕਹਿੰਦੇ ਨੇ, ਗਿਲਾ ਕਰਦੇ ਨੇ ਕਿ ਜੀ ਸਾਡੇ ਬੱਚੇ ਤੇ ਸਾਡੇ ਕੋਲ ਆਉਂਦੇ ਹੀ ਨਹੀਂ ਹੈ, ਸਾਨੂੰ ਟਾਈਮ ਨਹੀਂ ਦਿੰਦੇ ਔਰ ਅਸੀਂ ਉਹਨਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ। ਭਾਜੀ ਨੇ ਤਾਂ ਘਰੋਂ ਘਰ ਇਹੀ ਹਿਸਾਬ ਹੈਗਾ ਸਾਰੇ ਪਾਸੇ। ਹਾਂ, ਲੇਕਿਨ ਮੈਂ ਹੁਣ ਇਹਦਾ ਕਾਊਂਟਰ ਆਰਗੂਮੈਂਟ ਹੈ ਕਿ ਇਹਦੇ ਵਿੱਚ ਅਗਰ ਤੁਸੀਂ ਕੋਈ ਬੱਚਿਆਂ ਦਾ ਕਸੂਰ ਹੈ ਤਾਂ ਮੈਂ ਨਹੀਂ ਕਹਾਂਗਾ 100% ਉਹਨਾਂ ਦਾ ਕਸੂਰ ਹੈ। ਉਹਦੀ ਵਜ੍ਹਾ ਇਹ ਹੈ ਪੌਲ ਜੀ, ਜਦੋਂ ਮਾਂ ਆਟਾ ਲੈ ਕੇ ਨਾ ਇੰਜ ਕਰਕੇ ਬਣਾਉਂਦੀ ਸੀ ਨਾ, ਉਹਦੇ ਹੱਥਾਂ 'ਚੋਂ ਇੱਕ ਖਾਸ ਕਿਸਮ ਦੀ ਐਨਰਜੀ ਨਿਕਲਦੀ ਸੀ। ਇੱਕ ਮੈਡੀਕਲ ਸਾਇੰਸ ਹੈ, ਇਹ ਹਵਾਈ ਗੱਲ ਨਹੀਂ ਕਰ ਰਿਹਾ ਮੈਂ। ਉਹ ਜਦੋਂ ਇੰਜ ਬਣਾਉਂਦੀ ਸੀ ਨਾ ਔਰ ਉਹਦੇ ਦਿਲ 'ਚ ਫੀਲਿੰਗ ਆ ਰਹੀ ਹੁੰਦੀ ਸੀ ਕਿ ਮੈਂ ਆਪਣੇ ਬੱਚੇ ਲਈ ਬਣਾ ਰਹੀ ਹਾਂ। ਉਹ ਜਦੋਂ ਖਾਣਾ ਬੱਚਾ ਖਾਂਦਾ ਸੀ ਨਾ, ਉਹ ਕਨੈਕਟ ਹੋ ਜਾਂਦਾ ਸੀ ਮਾਂ ਨਾਲ। ਹੁਣ ਨਹੀਂ ਰਿਹਾ। ਬਾਜ਼ਾਰ ਜਾਣਾ, ਪੈਕਟ ਲੈਣਾ, ਖੋਲਿਆ, ਦੁੱਧ 'ਚ ਘੋਲਿਆ, ਉਹਨੂੰ ਦਿੱਤਾ। ਪਰ ਬੜੀ ਕਮਾਲ ਦੀ ਗੱਲ ਕੀਤੀ ਹੈ ਤੁਸੀਂ, ਓਨੈਸਟਲੀ ਮੇਰੇ ਦਿਲ ਨੂੰ ਲੱਗੀ ਹੈ। ਤੁਸੀਂ ਸੋਚ ਨਹੀਂ ਸਕਦੇ ਕਿ ਕੀ ਇਫੈਕਟ ਹੈਗਾ ਰੋਟੀ ਨਾਲ, ਕੀ ਲੈਣਾ ਦੇਣਾ। ਹਾਂਜੀ ਹਾਂਜੀ। ਔਰ ਉਹ ਮਾਵਾਂ ਸਮਝਦੀ ਨੇ ਦੇਣਾ ਤੇ ਖਾਣਾ ਹੈ, ਮੈਂ ਦੇ ਦਿੱਤਾ, ਨਹੀਂ ਦਿੱਤਾ, ਤੁਸੀਂ ਨਹੀਂ ਬਣਾਇਆ। ਤੁਹਾਡਾ ਲਵ, ਤੁਹਾਡੀ ਮੁਹੱਬਤ, ਤੁਹਾਡੀ ਕੇਅਰ ਉਹਦੇ ਵਿੱਚ ਮਿਕਸ ਨਹੀਂ ਹੋਈ ਉਸ ਫੂਡ ਵਿੱਚ ਔਰ ਉਸ ਬੱਚੇ ਤੱਕ ਨਹੀਂ ਪਹੁੰਚੀ। ਉਹਦਾ ਇੰਟਰਨਲ ਸਿਸਟਮ ਇਹ ਚੀਜ਼ਾਂ ਰਿਸੀਵ ਕਰ ਰਿਹਾ ਹੁੰਦਾ ਹੈ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਸਾਰੀ ਬਚਪਨ ਬੱਚੇ ਨੂੰ ਤੁਸੀਂ ਡੱਬਿਆਂ ਤੇ ਔਰ ਬਾਜ਼ਾਰ ਦੀਆਂ ਖੁਰਾਕਾਂ ਤੇ ਪਾਲ ਕੇ ਐਕਸਪੈਕਟ ਕਰੋ ਕਿ ਸਾਡੇ ਨਾਲ ਉਹ ਮਾਂ ਦੀ ਤਰ੍ਹਾਂ ਮੁਹੱਬਤ ਕਰੇ ਜਾਂ ਪਿਓ ਦੀ ਤਰ੍ਹਾਂ ਮੁਹੱਬਤ ਕਰੇ, ਫਰਕ ਪੈ ਜਾਂਦਾ ਹੈ। ਉਹ ਫੀਲਿੰਗਸ ਨਹੀਂ। ਭਾਜੀ ਇਹਦੇ ਨਾਲ ਜਿਸ ਤਰ੍ਹਾਂ ਹੁਣ ਪਤਾ ਵੈਸਟਰਨ ਕੰਟਰੀ ਦੇ ਵਿੱਚ ਜਦੋਂ ਬੱਚਾ ਹੁੰਦਾ ਫੀਡ ਕਰਦੇ ਨੇ, ਉਹ ਬ੍ਰੈਸਟ ਫੀਡ ਨਹੀਂ ਹੁੰਦਾ, ਉਹਨੂੰ ਬੋਟਲ ਤੋਂ ਕਰਦੇ। ਉਹੀ ਗੱਲ ਹੈ ਕਿ ਜਦੋਂ ਤੁਸੀਂ, ਮੇਰਾ ਖਿਆਲ ਹੈ 70-80% ਮਾਵਾਂ ਜਿਹੜੀਆਂ ਨੇ ਹੁਣ ਅਗਰ 'ਚ ਅਵੇਅਰਨੈਸ ਆ ਰਹੀ ਹੈ ਔਰ ਮਾਵਾਂ ਨੂੰ ਹੁਣ ਪਤਾ ਲੱਗ ਰਿਹਾ ਕਿ ਮੇਰਾ ਬੱਚਾ ਹੀ ਹੈ, ਅਗਰ ਅੱਜ ਮੈਂ ਇਹਦੀ ਫਾਊਂਡੇਸ਼ਨ ਸਟਰੋਂਗ ਬਣਾ ਦਿਆਂਗੀ ਆਪਣੀ ਫੀਡ ਨਾਲ,
ਤੇ ਕੱਲ ਮੈਂ ਇਹਦੀ ਬਿਮਾਰੀਆਂ ਦੀ ਫਿਕਰਾਂ ਤੋਂ ਬਚ ਜਾਵਾਂਗੀ। ਵਰਨਾ ਅਗਰ ਅੱਜ ਮੈਂ ਇਸ ਬੱਚੇ ਨੂੰ ਬ੍ਰੈਸਟ ਫੀਡ ਨਾ ਕਰਾਈ ਤੇ ਇਹ ਬੱਚਾ 15 ਸਾਲ 18 ਸਾਲ ਦੀ ਉਮਰ 'ਚ ਮੇਰੇ ਲਈ ਮੁਸੀਬਤ ਬਣ ਜਾਏਗਾ। ਨਾ ਇਹਨੂੰ ਸਕੂਨ ਹੋਏਗਾ ਨਾ ਮੈਨੂੰ ਹੋਏਗਾ, ਬਿਮਾਰ ਹੋਣਾ ਸ਼ੁਰੂ ਹੋ ਜਾਏਗਾ। ਤੇ ਹੁਣ ਅਵੇਅਰਨੈਸ ਆ ਰਹੀ ਹੈ, ਲੇਕਿਨ ਹਲੇ ਵੀ ਬਹੁਤ ਜ਼ਿਆਦਾ ਐਜੂਕੇਸ਼ਨ ਦੀ ਜ਼ਰੂਰਤ ਹੈ। ਮਾਵਾਂ ਸਮਝ ਅਕਸਰ ਪ੍ਰੋਬਲਮ ਇਹ ਹੁੰਦਾ ਕਿ ਜੌਬ ਕਰਦੀਆਂ ਨੇ, ਔਰਤ ਜੌਬ ਕਰ ਰਹੀ ਹੈ, ਉਸ ਵਿਚਾਰੀ ਕੋਲ ਟਾਈਮ ਹੀ ਨਹੀਂ ਹੁੰਦਾ। ਹੁਣ ਦੇਖੋ ਨਾ, ਉਸ ਔਰਤ ਨੇ ਬੱਚਾ ਪਾਲਣਾ ਹੈ, ਉਹਨੇ ਘਰ ਚਲਾਉਣਾ ਹੈ, ਕਲੀਨਿੰਗ ਕਰਨੀ ਹੈ, ਫੂਡ ਬਣਾਉਣੀ, ਜੌਬ ਵੀ ਕਰਨੀ ਹੈ, ਪਤਾ ਨਹੀਂ ਕਿੰਨੇ ਮਸਲਿਆਂ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਤੇ ਮੈਂ ਸਮਝਦਾ ਕਿ ਇਹਦੇ ਵਿੱਚ ਅਸੀਂ ਪਿਓਰਲੀ ਪੇਰੈਂਟਸ ਨੂੰ ਬਲੇਮ ਨਹੀਂ ਕਰ ਸਕਦੇ, ਫਸ ਗਏ ਹਾਂ। ਲੇਕਿਨ ਇਤਨਾ ਹੋ ਸਕਦਾ ਹੈ ਕਿ ਅਗਰ ਮਾਂ ਟਰਾਈ ਕਰੇ ਤੇ ਕਮ ਸੇ ਕਮ ਈਵਨਿੰਗ ਮੀਲ, ਇੱਕ ਮੀਲ ਹੱਥ ਨਾਲ ਬਣਾ ਕੇ ਦੇਣੀ ਚਾਹੀਦੀ ਹੈ। ਆਪਣੇ ਹੱਥ ਨਾਲ ਬਣਾ ਕੇ ਦਿਓ, ਆਪਣੇ ਪਿਆਰ ਨਾਲ। ਔਰ ਦੂਸਰੀ ਚੀਜ਼ ਇਹ ਹੈ ਕਿ ਕੁਝ ਲਾਈਫ ਸਟਾਈਲ ਚੇਂਜਸ ਨੇ ਜਿਹੜੀਆਂ ਡਾਈਜੈਸਟਿਵ ਹੈਲਥ ਨੂੰ ਇੰਪਰੂਵ ਕਰਨ ਲਈ ਸਾਨੂੰ ਕਰਨੀਆਂ ਚਾਹੀਦੀਆਂ ਨੇ। ਅਗਰ ਨਹੀਂ ਕਰਾਂਗੇ ਤੇ ਸਾਡਾ ਪ੍ਰੋਪਰ ਡਾਈਜੈਸਟਿਵ ਸਿਸਟਮ ਨਹੀਂ ਫੰਕਸ਼ਨ ਕਰੇਗਾ। ਠੀਕ ਹੈ, ਉਹਦੇ ਸਭ ਤੋਂ ਇੰਪੋਰਟੈਂਟ ਚੀਜ਼ ਪਾਲ ਜੀ ਹੈ ਦੇਸੀ ਘਿਓ ਦਾ ਇਸਤੇਮਾਲ। ਹਾਂਜੀ, ਮੈਂ ਸੁਜੈਸਟ ਕਰਾਂਗਾ ਸਾਰੇ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਵੀ ਖੁਰਾਕ ਬਣਾਓ, ਅਵਲ ਤੇ ਆਪਣੇ ਬੱਚਿਆਂ ਨੂੰ ਪਰਾਠਿਆਂ ਦਾ ਆਦੀ ਕਰੋ। ਉਹ ਹੋ ਜਾਂਦੇ ਨੇ ਆਦੀ, ਠੀਕ ਹੈ ਨਾ। ਜਦੋਂ 2-4 ਦਿਨ ਤੁਸੀਂ ਮਹੀਨਾ ਧਿੱਕੇ ਨਾਲ ਉਹਨੂੰ ਖਵਾਓਗੇ ਨਾ, ਇੱਕ ਸਟੇਜ ਆਏਗੀ ਉਹ ਖੁਦ ਹੀ ਮੰਗਣਾ ਸ਼ੁਰੂ ਕਰ ਦੇਣਗੇ, ਮੈਨੂੰ ਪਰਾਠਾ ਬਣਾ ਦੇ। ਤੁਸੀਂ ਉਹਨਾਂ ਨੂੰ ਫੈਟ ਜਿਹੜਾ ਹੈ, ਸੈਚੂਰੇਟਡ ਫੈਟ, ਜਿਵੇਂ ਦੇਸੀ ਘਿਓ ਹੈ, ਕੋਕੋਨਟ ਆਇਲ ਹੈ, ਜਾਂ ਚੀਜ਼ ਹੈ, ਮਿਲਕ 'ਚ ਫੈਟ ਹੁੰਦਾ ਹੈ, ਐਵੋਕਾਡੋ ਹੈ, ਓਲਿਵ ਆਇਲ ਹੈ, ਇਹ ਚੀਜ਼ਾਂ ਦੀ ਕਿਸੇ ਨਾ ਕਿਸੇ ਤਰੀਕੇ ਕੋਸ਼ਿਸ਼ ਕਰੋ ਕਿ ਬੱਚਿਆਂ ਦੀ ਬੋਡੀ ਜਾਣ ਔਰ ਗੁੱਡ ਕੁਆਂਟੀਟੀ ਜਾਣ। ਠੀਕ ਹੈ ਨਾ, ਕਿਉਂਕਿ ਅਗਰ ਉਸ ਬੱਚੇ ਨੂੰ ਪ੍ਰੋਪਰਲੀ ਸੈਚੂਰੇਟਡ ਫੈਟ ਮਿਲ ਰਿਹਾ ਹੋਏਗਾ ਨਾ, ਜਿਵੇਂ ਦੇਸੀ ਘਿਓ ਹੈ, ਤੇ ਉਹਦੇ ਲਿਵਰ ਕੋਲ ਚਾਂਸ ਹੋਏਗਾ ਕਿ ਉਹ ਬਾਈਲ ਬਣਾ ਦੇਗਾ। ਬਾਈਲ ਬਣੇਗੀ ਲਿਵਰ 'ਚ ਤੇ ਉਹਦੀ ਬਾਉਲ ਮੂਵ ਹੋਏਗੀ। ਅਗਰ ਉਹਦੀ ਬਾਈਲ ਡਰਾਈ ਅਪ ਹੋ ਜਾਏਗੀ ਤੇ ਉਸ ਬੱਚੇ ਨੂੰ ਗੈਸ ਦਾ ਪ੍ਰੋਬਲਮ ਹੋਏਗਾ, ਉਹਦੀ ਐਪੇਟਾਈਟ ਘਟ ਜਾਏਗੀ, ਭੁੱਖ ਨਹੀਂ ਲੱਗੇਗੀ, ਔਰ ਉਹਦੀ ਬਾਉਲ ਮੂਵਮੈਂਟ ਡਿਸਟਰਬ ਹੋ ਜਾਏਗੀ। ਠੀਕ ਹੈ, ਪਹਿਲੀ ਟਿਪ ਜਿਹੜੀ ਪੇਰੈਂਟਸ ਨੂੰ ਕਰਨੀ ਚਾਹੀਦੀ ਹੈ ਉਹ ਇਹੀ ਹੈ ਕਿ ਕੋਕੋਨਟ ਆਇਲ ਜਾਂ ਦੇਸੀ ਬਾਜ਼ਕਾਤ ਪੇਰੈਂਟਸ ਮੇਰੇ ਕੋਲੋਂ ਪੁੱਛਦੇ ਨੇ ਕਿ ਜੀ ਪਕੌੜੇ ਬਣਾਉਣੇ ਹੁੰਦੇ ਨੇ ਤੇ ਉਹ ਅਸੀਂ ਮਸਟਰਡ ਆਇਲ 'ਚ ਬਣਾ ਸਕਦੇ ਹਾਂ। ਹੁਣ ਮੈਂ ਕਹਿੰਦਾ ਨਹੀਂ ਬਣਾ ਸਕਦੇ, ਉਹਨਾਂ ਨੂੰ ਵੀ ਟਰਾਈ ਕਰੋ। ਅਸੀਂ ਬਣਾ ਰਹੇ ਹਾਂ, ਸਾਡੇ ਘਰ ਜਿਹੜੇ ਪਕੌੜੇ ਬਣਦੇ ਨੇ ਪਿਛਲੇ 3-4 ਸਾਲ ਤੋਂ, ਉਹ ਕੋਕੋਨਟ ਆਇਲ 'ਚ ਬਣਦੇ ਨੇ, ਬੜੇ ਟੇਸਟੀ ਹੁੰਦੇ ਨੇ। ਇਹ ਚੀਜ਼ਾਂ ਸਾਡੇ ਆਪਣੇ ਹੱਥ 'ਚ ਨੇ ਕਿ ਅਸੀਂ ਕਿਵੇਂ ਉਹਨਾਂ ਨੂੰ ਅਡਾਪਟ ਕਰਨਾ ਹੈ ਔਰ ਯੂਜ਼ ਟੂ ਹੋਣਾ ਹੈ। ਅੱਛਾ, ਦੂਸਰੀ ਚੀਜ਼ ਇਹ ਹੈ, ਔਰ ਮੇਰੀ ਨਜ਼ਰ 'ਚ ਇਹਦੇ 'ਚ ਵੀ ਪੇਰੈਂਟਸ ਨੂੰ ਥੋੜ੍ਹੀ ਜਿਹੀ ਹਿੰਮਤ ਕਰਨੀ ਪਏਗੀ, ਸਟਰਗਲ ਕਰਨੀ ਪਏਗੀ ਕਿ ਬੱਚਿਆਂ ਦੀ ਮੇਕ ਸ਼ੋਰ ਕਰਨ ਕਿ ਐਕਸਰਸਾਈਜ਼ ਕਰਨ, ਉਹ ਬੈਠੇ ਨਾ ਰਹਿਣ। ਕਿਉਂਕਿ ਅਗਰ ਉਹ ਬੈਠੇ ਰਹਿਣਗੇ ਤੇ ਉਹਨਾਂ ਦੀ ਐਨਰਜੀ ਰਿਕੁਆਇਰਮੈਂਟ ਘਟ ਜਾਏਗੀ। ਜਦੋਂ ਉਹਨਾਂ ਦੀ ਐਨਰਜੀ ਰਿਕੁਆਇਰਮੈਂਟ ਘਟ ਜਾਏਗੀ, ਉਹਨਾਂ ਦੀ ਭੁੱਖ ਘਟ ਜਾਏਗੀ। ਜਦੋਂ ਉਹਨਾਂ ਦੀ ਭੁੱਖ ਘਟ ਜਾਏਗੀ, ਉਹਨਾਂ ਦੀ ਬਾਉਲ ਮੂਵਮੈਂਟ 'ਤੇ ਇਫੈਕਟ ਪਏਗਾ। ਕਿਉਂਕਿ ਉਹਨਾਂ ਦੀਆਂ ਬੱਚੇ ਜਿਹੜੇ ਹੁੰਦੇ ਨੇ, ਖਾਸ ਤੌਰ 'ਤੇ 18 ਸਾਲ ਦੀ ਉਮਰ ਤੱਕ, ਉਹਨਾਂ ਦਾ ਮੈਟਾਬੋਲਿਜ਼ਮ ਇਤਨਾ ਫਾਸਟ ਚੱਲ ਰਿਹਾ ਹੁੰਦਾ ਹੈ ਨਾ ਕਿ ਅਗਰ ਤੁਸੀਂ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਦੇ ਦਿਓ ਤਾਂ ਇੱਕਦਮ ਜਿਵੇਂ ਹੁੰਦਾ ਕਿ ਸਟਾਪੇਜ ਆਉਣਾ ਸ਼ੁਰੂ ਹੋ ਜਾਂਦਾ ਉਹਨਾਂ ਦੇ ਸਿਸਟਮ ਵਿੱਚ। ਪਰ ਜੀ ਜਾਣੇ ਅਸੀਂ ਸਾਡੇ ਕਸੂਰਵਾਰ ਅਸੀਂ ਕਿਉਂਕਿ ਜਦੋਂ ਬੱਚਾ ਕੋਈ ਖਾ ਪਾਉਂਦਾ, ਮਸਤੀ ਕਰਦਾ, ਉਹਨੂੰ ਤੁਸੀਂ ਫੋਨ ਫੜਾ ਦਿੰਦੇ, ਚਲੋ 10 ਮਿੰਟ ਅੱਧਾ ਘੰਟਾ ਜਾਨ ਛੱਡਦੇ ਸਾਡੀ ਲੱਗਾ ਰਹੇ। ਹਾਂਜੀ, ਤੇ ਇਹਦਾ ਨੁਕਸਾਨ ਹੁੰਦਾ ਹੈ। ਠੀਕ ਹੈ ਨਾ, ਇਸ ਲਈ ਬੱਚਿਆਂ ਨੂੰ ਖੇਡਣ ਦਾ ਟਾਈਮ ਮਿਲਣਾ ਚਾਹੀਦਾ ਹੈ। ਮੇਰੀ ਨਜ਼ਰ 'ਚ ਤੇ ਪੜ੍ਹਨ ਨਾਲੋਂ ਵੀ ਖੇਡਣ ਜ਼ਿਆਦਾ ਜ਼ਰੂਰੀ ਹੈ, ਕਮ ਸੇ ਕਮ 10 ਸਾਲ ਦੇ ਬੱਚੇ ਤੱਕ। ਉਹਦੇ ਲਈ ਪੜ੍ਹਾਈ ਐਡੀ ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ ਨਾ, ਅਸੀਂ ਤਾਂ 3 ਸਾਲ ਵਾਲੇ ਨੂੰ ਸਕੂਲ ਛੱਡ ਆਉਂਦੇ। ਮੈਂ ਤੁਸੀਂ ਨਾ ਗੱਲਾਂ ਦੇ 'ਚ ਇੱਕ ਦਫਾ ਜ਼ਿਕਰ ਕੀਤਾ ਸੀ, ਤੁਸੀਂ ਬਹੁਤ ਲੋਕਾਂ ਨੇ ਮੇਰੇ ਉੱਤੇ ਦੀ ਤਾਰੀਫ ਕੀਤੀ ਤੁਹਾਡੀ ਕਿ ਤੁਸੀਂ ਕਿਹਾ ਮੇਰਾ ਬੱਚਾ ਅਨਪੜ੍ਹ ਹੋਵੇ ਲੇਕਿਨ ਨਾ ਤੰਦਰੁਸਤ ਹੋਵੇ, ਸ਼ੇਰ ਹੋਏ, ਸ਼ੇਰ ਹੋਏ, ਖੜਾ ਹੋ ਜਾਏ ਕਿਸੇ ਵੀ। ਪਰ ਤੁਹਾਡੇ ਨਾ ਉਹ ਲਫ਼ਜ਼ ਇੱਕ ਨਾ ਉਹ ਬ੍ਰਾਂਡ ਬਣ ਗਿਆ, ਲੋਕ ਯਾਦ ਕਰਦੇ ਨੇ ਯਾਰ। ਦੇਖੋ, ਮੈਂ ਤਾਂ ਦਿਲੋਂ ਕਹਿੰਦਾ ਹੈ, ਮੈਂ ਦਿਲੋਂ ਚਾਹੁੰਦਾ ਕਿ ਇਹ ਚੀਜ਼ ਸਾਡੇ ਪੇਰੈਂਟਸ ਦੇ ਬ੍ਰੇਨ 'ਚ ਫੀਡ ਹੋ ਜਾਏ ਕਿ ਸਾਨੂੰ ਡਿਗਰੀਆਂ ਨਹੀਂ ਚਾਹੀਦੀਆਂ, ਸਾਨੂੰ ਇਹਨਾਂ ਦੀ ਸਿਹਤ ਚਾਹੀਦੀ ਹੈ। ਅਸੀਂ ਇਹਨਾਂ ਨੂੰ ਖੁਰਾਕਾਂ ਦੇ ਕੇ ਪਾਲਣਾ ਹੈ। ਕਿਉਂਕਿ ਅਗਰ ਸਿਹਤ ਅੱਛੀ ਹੋਏਗੀ ਨਾ ਤਾਂ ਉਹ ਬੱਚਾ ਨਾਕਾਮ ਨਹੀਂ ਹੋਏਗਾ, ਭਾਵੇਂ ਉਹਦੇ ਕੋਲ ਡਿਗਰੀ ਹੈ ਜਾਂ ਨਹੀਂ ਹੈ। ਠੀਕ ਹੈ ਨਾ, ਅਗਰ ਉਹਦੀ ਸਿਹਤ ਅੱਛੀ ਨਹੀਂ ਹੋਏਗੀ, ਉਹਦੇ ਕੋਲ ਜਿੰਨੀ ਵੱਡੀ ਡਿਗਰੀ ਹੋਏਗੀ, ਉਹ ਸਕਸੈਸਫੁਲ ਨਹੀਂ ਹੋ ਸਕਦਾ। ਪਰ ਭਾਜੀ ਤੁਸੀਂ ਬੱਚਿਆਂ ਦੀ ਗੱਲ ਕਰਦੇ, ਮੈਂ ਸਬਜੈਕਟ 'ਚ ਰਹਿਣਾ ਚਾਹੁੰਦਾ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਜਦੋਂ ਅਸੀਂ ਨਾ ਭਾਜੀ ਛੋਲੇ ਖਾ ਲਏ, ਕੋਈ ਨਰਮ ਚੀਜ਼, ਕੋਈ ਸਖਤ ਚੀਜ਼, ਸਭ ਕੁਝ ਪਚ ਹੁੰਦਾ ਸੀ। ਹਾਂਜੀ,
ਅੱਜ ਕੱਲ੍ਹ ਜਦੋਂ ਬੰਦੇ ਦੇਖੋ ਬੱਚੇ ਨੂੰ ਥੋੜਾ ਯੰਗ ਹੁੰਦੇ ਨੇ, ਮੇਰਾ ਢਿੱਡ ਦੁਖਦਾ ਹੈ, ਮੈਂ ਰਾਤੀ ਇਹ ਖਾ ਲਿਆ ਸੀਗਾ, ਮੈਂ ਉਹ ਖਾ, ਇਹ ਕਿਉਂ ਸਟਾਰਟ ਹੋ ਗਿਆ? ਹਾਂਜੀ, ਇਹਦੇ ਵਿੱਚ ਇੱਕ ਚੀਜ਼ ਇਹ ਹੈ ਕਿ ਪੌਲ ਜੀ ਜਿਹੜਾ ਸਾਡਾ ਸਟੋਮਿਕ ਹੈ, ਜਦੋਂ ਅਸੀਂ ਪੈਦਾ ਹੁੰਦੇ ਆ ਨਾ, ਇਹ ਬੜਾ ਸਟਰੋਂਗ ਹੁੰਦਾ ਹੈ। ਔਰ ਯਾਨੀ ਜਿਹੜਾ ਜਦੋਂ ਬੱਚਾ 5 ਸਾਲ, ਖਾਸ ਤੌਰ ਤੇ 5 ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦਾ ਜਿਹੜਾ ਬੱਚਾ ਹੁੰਦਾ ਨਾ, ਉਹਦਾ ਸਟੋਮਿਕ ਇਤਨਾ ਪਾਵਰਫੁਲ ਹੁੰਦਾ ਹੈ ਕਿ ਉਹ ਇਤਨਾ ਸਟਰੋਂਗ ਐਸਿਡ ਬਣਾਉਂਦਾ ਹੈ ਕਿ ਤੁਸੀਂ ਇੱਕ ਨੇਲ ਵੀ ਉਹਦੇ ਚ ਪਾਓਗੇ ਨਾ ਤਾਂ ਘੰਟੇ ਤੋਂ ਬਾਅਦ ਡਿਸੋਲਵ ਹੋ ਜਾਏਗਾ, ਪਾਊਡਰ ਬਣ ਜਾਏਗਾ। ਇੱਕ ਕਿੱਲ ਲੋਹੇ ਦਾ ਪਾਓਗੇ ਨਾ, ਉਹਨੂੰ ਪਿਘਲਾ ਦੇਗਾ। ਤੇ ਹੋ ਇਹ ਰਿਹਾ ਹੈ ਕਿ ਉਸ ਤਰ੍ਹਾਂ ਦੇ ਸਟਰੋਂਗ ਐਸਿਡ ਨੂੰ ਬਣਾਉਣ ਲਈ ਪੌਲ ਜੀ ਬੋਡੀ ਨੂੰ ਕੁਝ ਰॉ ਮਟੀਰੀਅਲ ਚਾਹੀਦੇ ਨੇ। ਬੋਡੀ ਨੂੰ ਆਇਓਡੀਨ ਚਾਹੀਦੀ ਹੈ, ਸਰਟਨ ਮਿਨਰਲਸ ਚਾਹੀਦੇ ਨੇ, ਸਰਟਨ ਅਮਾਈਨੋ ਐਸਿਡਸ ਹੋਣੇ ਚਾਹੀਦੇ ਨੇ। ਅਗਰ ਉਹ ਫੈਕਟਰ ਮੌਜੂਦ ਨਹੀਂ ਹੋਣਗੇ ਬੋਡੀ ਕੋ, ਬੋਡੀ ਸਟੋਮਿਕ ਐਸਿਡ ਪ੍ਰੀਪੇਅਰ ਹੀ ਨਹੀਂ ਕਰ ਸਕਦੀ ਔਰ ਇਤਨਾ ਸਟਰੋਂਗ ਨਹੀਂ ਕਰੇਗੀ। ਠੀਕ ਹੈ ਨਾ। ਮਸਲਨ ਹੁਣ ਅਗਰ ਫਰਜ਼ ਕਰੋ ਤੁਹਾਡੇ ਕੋਲ 100 ਮਜ਼ਦੂਰ ਬੈਠਾ ਹੈ, ਠੀਕ ਹੈ ਨਾ, ਔਰ ਤੁਸੀਂ ਤੁਹਾਡੇ ਕੋਲ ਹਥੌੜੀਆਂ ਨੇ 40, ਪੱਥਰ ਤੋੜਨੇ ਨੇ, ਤੁਸੀਂ 40 ਨੂੰ ਕਹੋਗੇ ਵੀ ਤੁਸੀਂ ਹਥੌੜੀਆਂ ਨਾਲ, ਬਾਕੀ ਨੂੰ ਕਹੋਗੇ ਪੱਥਰ ਤੋਂ ਪੱਥਰ ਮਾਰ ਕੇ ਤੋੜੋ, ਨਹੀਂ ਸਪੀਡ ਹੋਏਗੀ ਜਦੋਂ ਤੱਕ ਸਾਰਿਆਂ ਕੋਲ ਟੂਲਸ ਨਹੀਂ ਹੋਣਗੇ ਔਰ ਉਹ ਆਪਣਾ ਆਪਣਾ ਕੰਮ ਨਹੀਂ ਕਰਨਗੇ। ਹੁਣ ਅਗਰ ਤੁਹਾਡਾ ਸਟੋਮਿਕ ਹੈ, ਫਰਜ਼ ਕਰੋ ਐਗਜ਼ਾਮਪਲ ਦਿੰਦੇ, ਉਹਦੇ 100 ਸੈੱਲ ਨੇ ਜਿਹੜੇ ਐਸਿਡ ਬਣਾਉਣ ਪ੍ਰੀਪੇਅਰ ਕਰਦੇ, ਫੈਕਟਰੀਆਂ ਨੇ 100। ਹੁਣ ਉਹਨਾਂ 'ਚੋਂ ਸਿਰਫ 30 ਫੈਕਟਰੀਆਂ ਕੋਲ ਰॉ ਮਟੀਰੀਅਲ ਅਵੇਲੇਬਲ ਹੋਏ, ਬਾਕੀ 70 ਕੋਲ ਹੋਏ ਨਾ, ਉਹ ਕਿੱਥੋਂ ਬਣਾਉਣਗੇ? ਉਹ ਨਹੀਂ ਬਣਾਉਣਗੇ, ਉਹ ਬੈਠੇ ਰਹਿਣਗੇ, ਬਸ ਟਾਈਮ ਪਾਸ ਕਰਨਗੇ। ਇਸ ਲਈ ਰॉ ਮਟੀਰੀਅਲ ਦਾ ਕੀ ਮਤਲਬ ਹੈ? ਨਿਊਟ੍ਰੀਐਂਟਸ। ਠੀਕ ਹੈ ਨਾ। ਨਿਊਟ੍ਰੀਐਂਟਸ ਇਹ ਨਹੀਂ ਹੈ ਚਾਵਲ, ਰੋਟੀ, ਦਾਲ, ਸਬਜ਼ੀ, ਇਹਨਾਂ 'ਚ ਹੁੰਦੇ ਆ ਨਿਊਟ੍ਰੀਐਂਟਸ, ਬਹੁਤ ਘੱਟ ਹੁੰਦੇ ਆ। ਨਿਊਟ੍ਰੀਐਂਟਸ ਜ਼ਿਆਦਾ ਜਿਹੜੇ ਡੈਂਸ ਮੈਂ ਅੱਜ ਦੇ ਦੌਰ 'ਚ ਮਾਵਾਂ ਨੂੰ ਰਿਕਮੈਂਡ ਕਰਾਂਗਾ ਉਹ ਇਹ ਹੈ ਕਿ ਸਾਡੀ ਫੂਡ ਦੇ ਪੱਲੇ ਕੁਝ ਨਹੀਂ ਰਿਹਾ। ਠੀਕ ਹੈ, ਤੁਸੀਂ ਮਿਹਰਬਾਨੀ ਕਰੋ ਕੋਈ 10-15 ਪਾਉਂਡ 20 ਪਾਉਂਡ ਦਾ ਬਜਟ ਬਣਾਓ ਬੱਚਿਆਂ ਲਈ। ਔਰ ਅੱਜ ਕੱਲ ਹਰ ਗਲੀ ਦੇ ਵਿੱਚ ਇੱਕ ਹੈਲਥ ਫੂਡ ਸਟੋਰ ਖੁੱਲ ਗਿਆ। ਬਿਲਕੁਲ, ਤੁਸੀਂ ਉੱਥੋਂ ਜਾਓ, ਅੱਛੇ ਜਿਹੇ ਵਾਈਟਮਿਨ ਲਵੋ, ਅੱਛੇ ਮਿਨਰਲ ਲਵੋ, ਮੇਕ ਸ਼ੋਰ ਕਰੋ ਕਿ ਤੁਹਾਡੇ ਬੱਚੇ ਨੂੰ ਵਿਟਾਮਿਨ ਡੀ ਮਿਲ ਰਿਹਾ ਹੋਏ, ਉਹਨੂੰ ਆਇਓਡੀਨ ਮਿਲ ਰਹੀ ਹੋਏ। ਆਇਓਡੀਨ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਦੀ ਹੈਲਥ ਲਈ, ਵਰਨਾ ਬ੍ਰੇਨ ਪ੍ਰੋਪਰਲੀ ਡਿਵੈਲਪ ਹੀ ਨਹੀਂ ਹੁੰਦਾ। ਠੀਕ ਹੈ ਨਾ। ਪਹਿਲੇ ਅਸੀਂ ਆਇਓਡੀਨ ਪੌਲ ਜੀ ਆਟੇ 'ਚ ਪਾਉਂਦੇ ਹੁੰਦੇ ਸੀ। ਜਿਹੜਾ ਇਹ ਫਲਾਵਰ ਮਿਲਾਂ ਨੇ ਨਾ, ਇਹਨਾਂ ਨੂੰ ਗੌਰਮੈਂਟ ਵੱਲੋਂ ਆਰਡਰ ਸੀ ਕਿ ਜਦੋਂ ਤੁਸੀਂ ਆਟਾ ਬਣਾਉਣਾ ਹੈ ਨਾ, ਉਹਦੇ ਵਿੱਚ ਆਇਓਡੀਨ ਮਿਕਸ ਕਰਨੀ ਹੈ। ਉਹ ਖਤਮ ਕਰਤਾ ਸੀ। ਕਿਉਂ ਖਤਮ ਕੀਤਾ ਕੋਈ ਪਤਾ ਨਹੀਂ ਹੈ, ਕਿਹਦੀ ਇੰਸਟਰਕਸ਼ਨ ਤੇ ਹੋਇਆ, ਕੀ ਲੌਜਿਕ ਸੀ, ਇਹ ਫੈਸਲੇ ਕਿੱਥੋਂ ਹੁੰਦੇ ਨੇ, ਕਿਵੇਂ ਹੁੰਦੇ ਨੇ, ਕੋਈ ਪਤਾ ਨਹੀਂ ਹੈ ਸਾਨੂੰ, ਹੋਈ ਜਾ ਰਹੇ ਨੇ। ਅਸੀਂ ਆਇਓਡੀਨ ਕੱਢ ਲਈ ਔਰ ਬ੍ਰੋਮੀਨ ਪਾ ਦਿੱਤੀ ਉਹਦੇ 'ਚ। ਬ੍ਰੋਮੀਨ ਇੱਕ ਜ਼ਹਿਰ ਹੈ, ਇੱਕ ਟੌਕਸਿਕ ਮੈਟਲ ਹੈ। ਠੀਕ ਹੈ ਨਾ। ਉਹ ਕੀ ਕਰਦਾ ਹੈ? ਉਹ ਜਾ ਕੇ ਤੁਹਾਡੇ ਥਾਇਰਾਇਡ ਗਲੈਂਡ ਨੂੰ ਡਿਸਟਰਬ ਕਰਦਾ ਹੈ, ਉਹਨੂੰ ਡਿਸਟਰੋਏ ਕਰ ਦਿੰਦਾ ਹੈ ਉਹਨੂੰ। ਠੀਕ ਹੈ ਨਾ। ਔਰ ਉਹਨੂੰ ਯਾਨੀ ਪ੍ਰੋਪਰ ਫੰਕਸ਼ਨ ਨਹੀਂ ਕਰਨ ਦਿੰਦਾ। ਅੱਛਾ, ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਤੁਹਾਡੇ ਬੱਚੇ ਨੂੰ ਆਇਓਡੀਨ ਮਿਲਣੀ ਚਾਹੀਦੀ ਹੈ। ਸਪਲੀਮੈਂਟ ਮਿਲ ਜਾਂਦੇ ਨੇ ਹੈਲਥ ਫੂਡ ਸਟੋਰਾਂ ਤੋਂ, ਕੋਈ ਮੁਸ਼ਕਿਲ ਚੀਜ਼ ਨਹੀਂ ਹੈ। ਤੁਸੀਂ ਹੈਲਥ ਫੂਡ ਸਟੋਰ ਤੇ ਜਾਓ, ਉਹਦੇ ਕੋਲ ਇੱਕ ਵਿਟਾਮਿਨ ਡੀ ਦਾ ਸਪਲੀਮੈਂਟ ਲਓ, ਇੱਕ ਵਿਟਾਮਿਨ ਬੀ ਕੰਪਲੈਕਸ ਦਾ ਸਪਲੀਮੈਂਟ ਲਓ। ਅਗਰ ਬੀ ਕੰਪਲੈਕਸ ਦਾ ਨਹੀਂ ਦੇ ਸਕਦੇ ਪੇਰੈਂਟ, ਤੇ ਮੈਂ ਉਹਨਾਂ ਨੂੰ ਰეკਮੈਂਡ ਕਰਾਂਗਾ ਪ੍ਰੋਬਾਇਓਟਿਕ ਦਿਆ ਕਰਨ। ਪਰ ਜੇ ਕੋਈ ਹੋਰ ਮੈਡੀਸਿਨ ਖਾਂਦੇ ਕੋਈ ਫਰਕ ਤਾਂ ਨਹੀਂ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਵਿਟਾਮਿਨਸ ਪੌਲ ਜੀ ਕਿਸੇ ਚੀਜ਼ ਨਾਲ ਕੋਈ ਕਾਊਂਟਰੈਕਟ ਨਹੀਂ, ਕੋਈ ਕਾਊਂਟਰੈਕਟ ਨਹੀਂ। ਬੱਚਿਆਂ ਨਾਲ ਕੀ ਕਰਨਗੇ? ਕਿਉਂਕਿ ਆਮ ਲੋਕ ਸੋਚਦੇ ਪਤਾ ਨਹੀਂ ਮੈਂ ਡਾਕਟਰ ਨੂੰ ਪੁੱਛ ਲਵਾਂ, ਖਾ ਸਕਦਾ ਨਹੀਂ ਖਾ ਸਕਦਾ। ਇਦਾਂ ਦੀ ਗੱਲ। ਦੇਖੋ ਇੱਕ ਚੀਜ਼ ਮੇਰੀ ਹੋਰ ਵੀ ਸੁਣ ਲਾ, ਇਹ ਮੈਂ ਹੁਣ ਸਾਰਿਆਂ ਨੂੰ ਦੱਸਣਾ ਚਾਹ ਰਿਹਾ। ਜਿਹੜੇ ਸਾਡੇ ਮੈਡੀਕਲ ਡਾਕਟਰ ਨੇ ਨਾ, ਇਹ ਐਲੋਪੈਥਿਕ ਸਿਸਟਮ ਪੜ੍ਹ ਕੇ ਆਉਂਦੇ ਨੇ। ਜਿਵੇਂ ਅਸੀਂ ਨੈਚੁਰਲ ਮੈਡੀਸਨ ਪੜ੍ਹ ਕੇ ਆਉਂਦੇ ਹਾਂ, ਠੀਕ ਹੈ ਨਾ, ਉਹਨਾਂ ਨੇ ਐਲੋਪੈਥਿਕ। ਹੁਣ ਜਦੋਂ ਇੱਕ ਡਾਕਟਰ ਡਿਗਰੀ ਕਰਦਾ ਨਾ 5 ਸਾਲ ਦੀ, ਉਹਨੂੰ ਪਾਲ ਜੀ 5 ਸਾਲ ਸਿਰਫ 2 ਘੰਟੇ ਲਈ ਨਿਊਟ੍ਰੀਸ਼ਨ ਪੜ੍ਹਾਈ ਜਾਂਦੀ 5 ਸਾਲ 'ਚ। ਠੀਕ ਹੈ। ਉਹ ਡਾਕਟਰ ਬੈਠ ਕੇ ਕਿਵੇਂ ਤੁਹਾਨੂੰ ਕਹਿ ਸਕਦਾ ਕਿ ਇਹ ਵਿਟਾਮਿਨ ਲੈਣਾ ਚਾਹੀਦਾ, ਇਹ ਨਹੀਂ ਲੈਣਾ ਚਾਹੀਦਾ? ਉਹਦੀ ਕੀ ਅਥਾਰਟੀ ਹੈ? ਪਰ ਇਹਦੀ ਜ਼ਰੂਰਤ ਕਿਉਂ ਨਹੀਂ ਮੰਨਦੇ ਕਿ ਜਾਸਤੀ ਉਹਦੀ ਟ੍ਰੇਨਿੰਗ ਹੋਵੇ? ਉਹ ਹੁਣ ਨਿਊਟ੍ਰੀਸ਼ਨਿਸਟ ਮੁਖਤਲਿਫ ਹਸਪੀਟਲਸ ਵਿੱਚ ਉਹ ਅਪਾਇੰਟ ਹੋ ਰਹੇ ਨੇ, ਲੇਕਿਨ ਪ੍ਰੋਬਲਮ ਇਹ ਹੈ ਕਿ ਨਿਊਟ੍ਰੀਐਂਟਸ ਨੂੰ ਕਦੇ ਕੋਈ ਵੈਲਿਊ ਦਿੱਤੀ ਨਹੀਂ ਗਈ ਹੈ ਮੈਡੀਕਲ ਪੁਆਇੰਟ ਆਫ ਵਿਊ ਨਾਲ। ਹਾਲਾਂਕਿ ਸਾਡੀ ਬਾਡੀ ਚੱਲਦੀ ਹੈ ਨਾ ਚੀਜ਼ਾਂ ਤੇ। ਮੇਰੀ ਬਾਡੀ ਨੂੰ ਜਿਹੜੀਆਂ ਚੀਜ਼ਾਂ ਅਪ ਐਂਡ ਰਨਿੰਗ ਹੋਣ ਲਈ ਚਾਹੀਦੀਆਂ ਨੇ, ਉਹ ਨਿਊਟ੍ਰੀਐਂਟਸ ਨੇ, ਉਹ ਵਿਟਾਮਿਨਸ ਨੇ, ਉਹ ਮਿਨਰਲ ਹੈ, ਉਹ ਫੂਡ ਹੈ। ਉਹ ਨਹੀਂ, ਉਹ ਡਰੱਗਸ ਤੇ ਮਾਮਲਾ ਚਲਾ ਗਿਆ। ਜਦੋਂ ਡਰੱਗਸ ਤੇ ਜਾਏਗਾ ਤਾਂ ਫਿਰ ਸਿੱਧਾ ਨਹੀਂ ਰਹੇਗਾ ਮਾਮਲਾ। ਠੀਕ ਹੈ ਨਾ। ਤੇ ਬਾਕੀ ਮਲਟੀ ਵਿਟਾਮਿਨਸ ਦੇ ਮਾਮਲੇ ਵਿੱਚ ਗੌਰਮੈਂਟ ਗਾਈਡਲਾਈਨ ਪ੍ਰਿੰਟ ਕਰਦੀ ਹੈ, ਤੁਸੀਂ ਉਸ ਗਾਈਡਲਾਈਨ ਦੇ ਮੁਤਾਬਿਕ ਜਾਓ ਔਰ ਬੱਚਿਆਂ ਨੂੰ ਮੇਕ ਸ਼ੋਰ ਕਰੋ ਕਿ ਵਿਟਾਮਿਨਸ ਲੈਣ। ਠੀਕ ਹੈ। ਤੀਸਰਾ ਹੈ ਨੀਂਦ।
ਬੱਚਿਆਂ ਦੀ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੱਲ ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈ, ਯਾਨੀ ਤੁਹਾਨੂੰ ਅਗਰ 12-13 ਸਾਲ ਦਾ ਬੱਚਾ ਕਹੇ ਕਿ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਪਾਲਿਸੀ ਇਹ ਅਨਬਿਲੀਵੇਬਲ ਚੀਜ਼ ਹੈ, ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਲਟ ਹੋਇਆ ਸਿਸਟਮ ਬ੍ਰੇਨ ਵਿੱਚ, ਔਰ ਜਿਤਨੀ ਜ਼ੋਰਦਾਰ ਮੈਲਾਟੋਨਿਨ ਬਣਾ ਰਹੇ ਹੁੰਦੇ ਨੇ ਨਾ ਬੱਚੇ, ਉਹਨਾਂ ਨੂੰ ਤਾਂ ਇਹ ਹੋਣਾ ਚਾਹੀਦਾ ਕਿ ਪੂਰੇ ਮੈਂ ਕਹਿੰਦਾ ਫੁੱਲ ਸਾਊਂਡ ਮਿਊਜ਼ਿਕ ਚੱਲ ਰਿਹਾ ਹੋਏ, ਲਾਈਟਾਂ ਹੁਣ ਉੱਥੇ ਬੈਠੇ ਬੈਠੇ ਸੌ ਜਾਵੇ। ਟਰੂ ਗੱਲ ਹੈ। ਹੁੰਦਾ ਹੈ ਇਸ ਤਰ੍ਹਾਂ ਬੱਚੇ, ਬਲਕਿ ਉਹਨਾਂ ਨੂੰ ਉਠਾਓ ਵੀ ਸਹੀ ਨਾ ਤਾਂ ਫਿਰ ਸੌ ਜਾਣ, ਫਿਰ ਉਠਾਓ ਫਿਰ ਸੌ ਜਾਣ, ਕਿਉਂਕਿ ਉਹਨਾਂ ਨੂੰ ਅੰਦਰੋਂ ਮੈਲਾਟੋਨਿਨ ਇਤਨੀ ਸਟਰੋਂਗ ਹੁੰਦੀ ਹੈ ਨਾ, ਉਹ ਉਹਨਾਂ ਲਈ ਪੋਸੀਬਲ ਹੀ ਨਹੀਂ ਹੁੰਦਾ, ਕੋਸ਼ਿਸ਼ ਵੀ ਕਰਨ ਨਹੀਂ ਜਾ ਸਕਣਗੇ। ਲੇਕਿਨ ਅੱਜ ਕੱਲ ਬੱਚਿਆਂ ਨੂੰ ਨੀਂਦ ਨਹੀਂ ਆਉਂਦੀ। ਫਿਰ ਕੀ ਹੋ ਰਿਹਾ ਕਿ ਅੱਜ ਕੱਲ ਬੱਚੇ 12-12 ਸਾਲ ਦੇ ਬੱਚੇ, 13-13 ਸਾਲ ਦੇ, ਉਹਨਾਂ ਦੇ ਬਾਲ ਡਿੱਗ ਰਹੇ ਨੇ। ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਜੋ ਪਿਛਲੇ ਵੀਕ, ਹਾਂਜੀ, ਤੇ ਅਸੀਂ ਥੋੜਾ ਜਿਹਾ ਲਾਸਟ ਵੀਕ ਵੀ ਥੋੜਾ ਟੱਚ ਕਰਾਂਗੇ ਉਹਦੇ ਤੇ। ਹਾਂਜੀ, ਬਾਲ ਡਿੱਗਣਾ 12-13 ਸਾਲ ਦੇ ਬੱਚੇ ਦੇ, 14 ਸਾਲ ਦੇ ਬੱਚੇ ਦੇ, ਜਿਹਦੀ ਹਲੇ ਮਸ਼ੀਨਰੀ ਨੇ ਕੰਮ ਹੀ ਹੁਣ ਕਰਨਾ ਸ਼ੁਰੂ ਕੀਤਾ ਹੈ, ਉਹਨੇ ਅਗਲੇ 70-80-100 ਸਾਲ ਤੱਕ ਉਹਨੇ ਉਹ ਫੈਕਟਰੀਆਂ ਨੇ ਕੰਮ ਦੇਣਾ, ਉਹ 14 ਸਾਲ ਦੇ ਵਿੱਚ ਖਤਮ ਹੋ ਗਏ ਨੇ। ਬੜੀ ਕਿਉਂ? ਇਹਦੇ ਉੱਤੇ ਕਦੇ ਕੋਈ ਡਿਸਕਸ਼ਨ ਹੋਈ ਕਿਉਂ ਹੋ ਰਿਹਾ ਐਸਾ? ਇਹ ਡਰੱਗਸ ਨਾਲ ਠੀਕ ਹੋਏਗਾ? ਡਰੱਗਸ ਨਾਲ ਨਹੀਂ ਠੀਕ ਹੋ ਸਕਦਾ। ਤੁਹਾਨੂੰ ਜਾਣਾ ਚਾਹੀਦਾ ਹੈ ਜਿਹੜੀਆਂ ਹੇਅਰ ਫੋਲੀਕਲਸ ਨੇ, ਜਿਹੜੇ ਫੈਕਟਰੀਆਂ ਨੇ, ਉਹਨੂੰ ਰॉ ਮਟੀਰੀਅਲ ਦੇਣਾ ਚਾਹੀਦਾ, ਇਨਵਾਇਰਨਮੈਂਟ ਦੇਣੀ ਚਾਹੀਦੀ, ਬੱਚਿਆਂ ਤੋਂ ਸਟ੍ਰੈਸ ਹਟਾ। ਇਤਨੇ ਸਟ੍ਰੈਸ ਵਿੱਚ ਨਾ ਬੱਚੇ ਪਾਲ ਜੀ, ਤੁਸੀਂ ਸੋਚ ਨਹੀਂ ਸਕਦੇ। ਮਾਂ-ਬਾਪ ਪ੍ਰੋਪਰ ਟਾਈਮ ਨਹੀਂ ਦਿੰਦੇ, ਕਿਉਂਕਿ ਬੱਚਾ ਜਿਹੜਾ ਹੁੰਦਾ ਹੈ ਨਾ, ਖਾਸ ਤੌਰ ਤੇ 10 ਸਾਲ ਤੋਂ ਥੱਲੇ ਦਾ, ਉਹ ਨੈਚੁਰਲੀ ਕਿਸੇ ਨਾ ਕਿਸੇ ਨਾਲ ਨਾ ਅਟੈਚ ਹੋਣਾ ਚਾਹੁੰਦਾ ਹੈ। ਜਿਵੇਂ ਤੁਸੀਂ ਦੇਖੋ ਨਾ, ਗਾਂ ਦੇ ਨਾਲ ਉਹਦਾ ਛੋਟਾ ਜਿਹਾ ਜਿਹੜਾ ਹੋਏਗਾ, ਜਾਂ ਬੱਕਰੀ ਨਾਲ ਹਰ ਵਕਤ ਨਾਲ ਟੁਰਦਾ ਹੋਏਗਾ। ਬਿਲਕੁਲ ਬਿਲਕੁਲ, ਇਹ ਨੇਚਰ ਦਾ ਅਸੂਲ ਹੈ। ਅਸੀਂ 4 ਸਾਲ ਦੇ ਬੱਚੇ ਨੂੰ ਛੱਡ ਆਵਾਂਗੇ ਡੇ ਕੇਅਰ ਸੈਂਟਰ ਵਿੱਚ, ਰਾਤ ਨੂੰ ਅਸੀਂ ਆਵਾਂਗੇ 7 ਵਜੇ, ਉਹਨੂੰ ਲਿਆ ਕੇ ਤੇ ਫੀਡਰ ਉਹਦੇ ਮੂੰਹ 'ਚ ਦੇ ਕੇ ਨਾਲ ਚਲਾ ਕੇ ਫਟਾਫਟ ਚਲਾ ਦਿੱਤਾ ਉਹਨੂੰ, ਤੁਹਾਡੀ ਰਿਸਪੌਂਸਿਬਿਲਿਟੀ ਖਤਮ ਹੋ ਗਈ। ਪਰ ਜਾਨ ਕਿੰਨਾ ਜ਼ੁਲਮ ਹੋ ਰਿਹਾ ਦੇਖਿਆ ਜਾਵੇ, ਤੁਸੀਂ ਜਾਣੇ ਅਣਜਾਣੇ ਜ਼ਿਆਦਤੀ ਹੋ ਰਹੀ ਹੈ ਨਾ। ਬੱਚੇ ਨੂੰ ਮਾਂ ਪਿਓ ਦੇ ਨਾਲ ਇੰਜ ਚੱਲਣਾ ਚਾਹੀਦਾ, ਇੰਜ 10 ਸਾਲ ਦੀ ਉਮਰ ਤੱਕ ਉਹਨੂੰ ਟਾਈਮ ਮਿਲਣਾ ਚਾਹੀਦਾ, ਠੀਕ ਹੈ ਨਾ? ਉਹ ਨਹੀਂ ਦੇ ਰਹੇ ਅਸੀਂ। ਉਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਬੱਚੇ ਸਮਝਦੇ ਨੇ ਕਿ ਮੇਰਾ ਕੋਈ ਸਿੰਸੀਅਰ ਨਹੀਂ ਹੈ ਮੇਰੇ ਨਾਲ, ਠੀਕ ਹੈ ਨਾ? ਉਹ ਕੱਟ ਆਫ ਹੋ ਜਾਂਦੇ ਨੇ, ਖੁਦ ਬ ਖੁਦ ਡਿਸਕਨੈਕਟ ਹੋ ਜਾਂਦੇ ਨੇ। ਉਹ ਪੇਰੈਂਟਸ ਨਾਲ ਦੇਖਣਾ, ਉਹਨਾਂ ਤੋਂ ਇੰਸਪੀਰੇਸ਼ਨ ਲੈਣਾ ਉਹ ਬੰਦ ਕਰ ਦਿੰਦੇ ਨੇ। ਉਹਨਾਂ ਦੀ ਇੰਸਪੀਰੇਸ਼ਨ ਬਾਹਰ ਚਲੀ ਜਾਂਦੀ। ਟੀਵੀ ਦੇ ਕਰੈਕਟਰਸ ਉਹਨਾਂ ਨੂੰ ਇੰਸਪਾਇਰ ਕਰਨਾ ਸ਼ੁਰੂ ਕਰ ਦਿੰਦੇ। ਬਿਲਕੁਲ। ਉਹਨਾਂ ਨੂੰ ਵੀਡੀਓ ਗੇਮਾਂ ਇੰਸਪਾਇਰ ਕਰਨ, ਉਹਨਾਂ ਨੂੰ ਪੇਰੈਂਟਸ ਇੰਸਪਾਇਰ ਕਰਨਾ ਨਹੀਂ ਕਰ ਰਹੇ ਹੁੰਦੇ। ਇਹ ਸਾਨੂੰ ਚੇਂਜ ਕਰਨਾ ਪਏਗਾ। ਸਾਨੂੰ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਪਏਗਾ। ਅਗਰ ਨਹੀਂ ਦੇਵਾਂਗੇ, ਟਾਈਮ ਪਾਸ ਹੋ ਜਾਏਗਾ, ਉਹ ਵੱਡੇ ਹੋ ਜਾਣਗੇ, 15, 18, 20 ਸਾਲ ਦੇ ਹੋ ਜਾਣਗੇ, ਬਹੁਤ ਵੱਡੀ ਤਕਲੀਫ ਵਿੱਚ ਆ ਜਾਵਾਂਗੇ ਅਸੀਂ। ਫਿਰ ਸਾਡੇ ਕੋਲ ਉਹ ਟਾਈਮ ਵਾਪਸ ਨਹੀਂ ਆਏਗਾ ਜਿਹੜਾ ਅੱਜ ਹੈ। ਮੈਂ ਸਾਰੀਆਂ ਮਾਵਾਂ ਨੂੰ ਕਹਾਂਗਾ, ਖਾਸ ਤੌਰ ਤੇ, ਬਾਕੀ ਮੈਂ ਪਿਓਆਂ ਨੂੰ ਵੀ ਕਹਾਂਗਾ, ਲੇਕਿਨ ਜ਼ਿਆਦਾ ਕੇਅਰ ਮਾਂ ਕਰਦੀ ਹੈ, ਫਿਤਰੀ ਚੀਜ਼ ਹੈ। ਪਰ ਜੇ ਮਾਂ ਤੇ ਗੱਲ ਜੇਕਰ ਸਟਾਰਟ ਕੀਤਾ ਸੀ, ਸਟਾਰਟ ਵਿੱਚ ਤੁਹਾਨੂੰ ਪਤਾ ਜਦੋਂ ਤੁਹਾਡੀ ਸ਼ਾਦੀ ਵੀ ਹੋ ਜਾਏ, ਤੁਹਾਡੀ ਵਾਈਫ ਖਾਣਾ ਬਣਾਉਂਦੀ ਹੈ, ਤੁਹਾਨੂੰ ਨਹੀਂ ਪਤਾ ਕਿਹਨੇ ਬਣਾਇਆ। ਜਦੋਂ ਤੁਸੀਂ ਖਾਣਾ ਟੇਸਟ ਕਰਦੇ ਤੁਹਾਨੂੰ ਪਤਾ ਹੈ ਮਾਂ ਦੇ ਹੱਥ ਦਾ ਬਣਿਆ ਹੈ। ਹਾਂਜੀ, ਹੈ ਔਰ ਬਚਪਨ ਤੋਂ ਬਿਲਡ ਹੋਏ ਨਾ ਟੇਸਟ ਤੋਂ। ਆਈ ਕੈਨ ਇਮੇਜਿਨ ਜੋ ਤੁਸੀਂ ਗੱਲਾਂ ਕਰਦੇ ਹੋ ਕਿ ਉਹ ਕਿੰਨਾ ਅਸੀਂ ਉਹ ਦੂਰ ਚਲੇ ਗਏ ਉਸ ਚੀਜ਼ ਦੇ ਵਿੱਚ, ਨਿਕਲ ਗਏ ਉਸ ਪੂਰੇ ਸਿਸਟਮ ਤੋਂ। ਇੱਕ ਜਿਹੜਾ ਇੱਕ ਅਟੈਚਮੈਂਟ ਦਾ, ਇੱਕ ਪਿਆਰ ਦਾ, ਇੱਕ ਰਿਲੇਸ਼ਨ ਦਾ, ਇੱਕ ਮੁਹੱਬਤ ਦਾ ਤਾਲੁਕ ਸੀ ਨਾ ਫੈਮਲੀਆਂ ਦੇ ਵਿੱਚ, ਉਹ ਟੁੱਟਦਾ ਜਾ ਰਿਹਾ। ਔਰ ਇਹਨੂੰ ਜੋੜਨਾ, ਇਹਨੂੰ ਠੀਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਵਰਨਾ ਬੜੀ ਤਕਲੀਫ ਵਿੱਚ ਦੁਨੀਆ ਆ ਜਾਏਗੀ। ਇਹ ਮੈਂ ਦੱਸ ਰਿਹਾ ਤੁਹਾਨੂੰ, ਕਿਉਂਕਿ ਇਹ ਜਿਹੜੇ ਬੱਚੇ ਹੁਣ, ਜਿਹੜਾ ਬੱਚਾ 8 ਸਾਲ ਤੋਂ 12-13 ਸਾਲ ਦੀ ਏਜ ਵਿੱਚ ਹੈ, ਪੌਲ ਜੀ, ਇਹਨਾਂ ਨੇ 10-15 ਸਾਲ ਬਾਅਦ ਜਦੋਂ ਮੈਚਿਓਰ ਏਜ ਤੱਕ ਪਹੁੰਚਣਾ ਹੈ ਨਾ, ਇਹਨਾਂ 'ਚ ਬਹੁਤ ਵੱਡੀ ਤਾਦਾਦ ਇਤਨੀ ਬਿਮਾਰ ਹੋਏਗੀ ਨਾ, ਤੁਸੀਂ ਸੋਚ ਨਹੀਂ ਸਕਦੇ, ਤੁਸੀਂ ਤਸੱਵੁਰ ਨਹੀਂ ਕਰ ਸਕਦੇ ਇਹਨਾਂ ਦੀ ਹਾਲਤਾਂ ਕੀ ਹੋਣਗੀਆਂ। ਔਰ ਇਹ ਤੇ ਹੁਣ ਮੈਡੀਕਲ ਸਾਇੰਸ ਨੇ ਮੰਨ ਲਿਆ, ਔਰ ਉਹਨਾਂ ਨੇ ਕਿਹਾ ਕਿ ਜਿਹੜੀ ਹੁਣ ਜਨਰੇਸ਼ਨ ਪੈਦਾ ਹੋ ਰਹੀ ਹੈ ਨਾ, ਇਹ ਫਸਟ ਜਨਰੇਸ਼ਨ ਹੋਏਗੀ ਹਿਊਮਨ ਹਿਸਟਰੀ 'ਚ ਜਿਹੜੇ ਆਪਣੇ ਵਾਲਦੈਨ ਤੋਂ ਘੱਟ ਉਮਰ 'ਚ ਮਰ ਜਾਣਗੇ। ਵਰਨਾ ਅੱਜ ਤੋਂ 50-100 ਸਾਲ ਪਹਿਲੇ ਤੱਕ ਜਿਹੜਾ ਸੀ, ਉਹ ਯਾਨੀ ਕਿ ਪੇਰੈਂਟਸ ਦੀ ਔਰ ਬੱਚਿਆਂ ਦੀ ਏਜ ਸੇਮ, ਆਲਮੋਸਟ ਖਾਨਦਾਨ 'ਚ ਟ੍ਰੇਟ ਚੱਲਦੇ ਸੀ ਕਿ 80-80 ਸਾਲ, 90-90 ਸਾਲ, ਠੀਕ ਹੈ। ਉਹਦੇ ਵਿੱਚ ਜੈਨੇਟਿਕ ਆ ਜਾਂਦੀ ਸੀ, ਇਨਵਾਇਰਨਮੈਂਟ, ਕਿਸ ਇਨਵਾਇਰਨਮੈਂਟ 'ਚ ਉਹਨਾਂ ਦੀ ਲਾਈਫ ਗੁਜ਼ਰੀ ਹੈ। ਲੇਕਿਨ 80-90 ਸਾਲ ਤੱਕ ਜਾਣਾ ਇੱਕ ਐਸੀ ਗੱਲ ਨਹੀਂ ਹੈ ਕਿ ਜਿਹੜਾ ਨਾ ਪੋਸੀਬਲ ਹੋਏ। ਅੱਜ ਦੇ ਬੱਚੇ
ਇਹਨਾਂ ਨੂੰ ਦੇਖਣਾ 50 ਸਾਲ ਤੱਕ ਪਹੁੰਚਦੇ ਨੇ ਕਿ ਨਹੀਂ ਪਹੁੰਚਦੇ। ਮੈਂ ਬੜਾ ਸੀਰੀਅਸ ਹੋ ਕੇ ਕਹਿ ਰਿਹਾ। ਇਸ ਲਈ ਮੈਂ ਆਪਣੇ ਦੋਵੇਂ ਬੱਚੇ ਜਿਹੜੇ ਨੇ ਨਾ ਪੌਲ ਦੀ 2 ਮਹੀਨੇ ਪਹਿਲੇ ਉਹਨੂੰ ਲੈ ਗਿਆ। ਮੈਂ ਕਿਹਾ ਛੱਡੋ ਫਿਲਹਾਲ, ਚਲੋ ਤੁਹਾਡੇ ਤੇ 1 ਸਾਲ ਮੈਂ ਕੰਮ ਕਰਦਾ। Really? That's nice. Very 1 good. ਸਾਲ ਮੈਨੂੰ ਆਪਣੇ ਉੱਪਰ ਕੰਮ ਕਰਨ ਤੇ ਮੈਂ ਪਹਿਲੇ ਤੁਹਾਡੀ ਸਾਰੀ ਉਹ ਪ੍ਰੋਬਲਮਸ ਨੂੰ ਕਰੈਕਟ ਕਰ ਲਵਾਂ। ਅਗਰ ਮੇਰੇ ਤੋਂ ਜ਼ਿਆਦਾ ਵਹਿਮੀ ਪਿਓ ਜਾਂ ਮੇਰੀ ਮਿਸਿਸ ਤੋਂ ਜ਼ਿਆਦਾ ਵਹਿਮੀ ਮਾਂ ਕੋਈ ਨਹੀਂ ਹੋ ਸਕਦੀ, ਕਿਉਂਕਿ ਅਸੀਂ ਰਹਿੰਦੇ ਹੀ ਇਸ এনवायरमेंट ਇਸ environment ਬਿਲਕੁਲ। ਉਹਦੇ ਬਾਵਜੂਦ ਮੈਂ ਫੀਲ ਕੀਤਾ ਲਾਸਟ ਈਅਰ ਕਿ ਮੈਨੂੰ ਹੁਣ ਇਹਨਾਂ ਨੂੰ ਆਪਣੇ ਕੋਲ ਰੱਖਣਾ 1 ਸਾਲ, ਦਿਨ ਰਾਤ ਨਾਲ ਰਹਿਣ। ਇਹਨਾਂ ਦੀ ਕੋਈ ਇਹਨਾਂ ਨੂੰ ਟੈਨਸ਼ਨ ਨਾ ਹੋਏ ਕਿ ਸਵੇਰ 6 ਵਜੇ ਉੱਠਣਾ ਹੈ ਤੇ 10 ਕਿਲੋ ਦਾ ਬਸਤਾ ਚੁੱਕ ਕੇ ਆਪਣੀ ਬੈਕਬੋਨ ਨੂੰ ਡੈਮੇਜ ਕਰਕੇ ਅਸੀਂ ਸਕੂਲ ਜਾਣਾ ਹੈ ਔਰ ਸ਼ਾਮ ਨੂੰ 5 ਵਜੇ ਵਾਪਸ ਆਣਾ ਹਨੇਰੇ 'ਚ। ਇਹਨਾਂ ਨੂੰ ਕੋਈ ਟੈਨਸ਼ਨ ਨਾ ਹੋਵੇ, ਠੀਕ ਹੈ। ਇਹ ਰਿਲੈਕਸ ਹੋ ਕੇ ਉੱਠਦੇ ਨੇ। ਉਹਨਾਂ ਨੂੰ ਅਸੀਂ ਮਰਜ਼ੀ ਦਾ ਖਿਲਾਉਂਦੇ ਪਿਲਾਉਂਦੇ। ਉਹਨੂੰ ਮੈਂ ਰੋਜ਼ ਆਪਣੇ ਦੋਵੇਂ ਬੱਚਿਆਂ ਨੂੰ ਬਿਠਾ ਕੇ ਉਹਨਾਂ ਨੂੰ ਮੁਖਤਲਿਫ ਲਾਈਫ ਦੀ ਜਿਹੜੀ ਇੱਕ ਚੈਲੰਜਸ ਨੇ ਉਹਦੇ ਬਾਰੇ 'ਚ ਐਜੂਕੇਟ ਕਰਦਾ, ਹਿਸਟਰੀ ਦੇ ਬਾਰੇ 'ਚ ਪੜ੍ਹਾਉਂਦਾ। ਮੈਂ ਖੁਦ ਪੜ੍ਹਾਉਂਦਾ। ਸਾਨੂੰ ਪੜ੍ਹਾਉਣਾ ਚਾਹੀਦਾ, ਠੀਕ ਹੈ ਨਾ। ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਅਗਰ ਅਸੀਂ ਨਹੀਂ ਕਰਾਂਗੇ, ਵੱਡੇ ਹੋ ਜਾਣਗੇ, ਉਹ ਕਹਿਣਗੇ ਕੌਣ ਹੈ ਤੂੰ। ਭਜਨ ਤੁਸੀਂ ਇੰਨੀ ਇੰਪੋਰਟੈਂਟ ਗੱਲ ਕੀਤੀ, ਬਿਕੋਜ਼ ਇੱਕ ਸਾਡੀ ਏਸ਼ੀਅਨ ਕਮਿਊਨਿਟੀ 'ਚ ਹੈਗਾ ਮਰਦਾਨਾਪਨ। ਇਹ ਮੇਰਾ ਨਹੀਂ, ਇਹ ਮੇਰੇ ਵਾਈਫ ਦਾ ਕੰਮ ਹੈ, ਔਰਤ ਕਰੇ ਸਾਰਾ। ਨਾ ਬੱਚਿਆਂ ਦੀ ਜਿਹੜੀ ਤਰਬੀਅਤ ਹੈ ਨਾ, ਉਹ ਖਾਸ ਤੌਰ ਤੇ ਬੇਟੇ ਜਿਹੜੇ ਨੇ, ਬੱਚਾ ਜਿਹੜਾ ਹੈ ਤੁਹਾਡਾ ਬੇਟਾ, ਉਹ 10-12 ਸਾਲ ਤੋਂ ਉੱਪਰ ਜਾ ਕੇ ਮਾਂ ਨੂੰ ਲਿਫਟ ਨਹੀਂ ਕਰਾਉਂਦਾ, ਪਿਓ ਤੋਂ ਇੰਸਪਾਇਰ ਹੁੰਦਾ ਹੈ। ਇਹ ਨੈਚੁਰਲ ਚੀਜ਼ ਹੈ। ਬੇਟੀ ਮਾਂ ਤੋਂ ਇੰਸਪਾਇਰ ਹੁੰਦੀ ਹੈ, ਠੀਕ ਹੈ ਨਾ। ਅਗਰ ਤੁਸੀਂ ਆਪਣੇ ਬੱਚੇ ਨੂੰ ਉਹਦੇ ਲਈ ਖੁਦ ਇੱਕ ਰੋਲ ਮਾਡਲ ਬਣਨਾ ਹੈ, ਤੁਹਾਨੂੰ ਉਹਨੂੰ ਟਾਈਮ ਦੇਣਾ ਪਏਗਾ, ਤੁਹਾਨੂੰ ਉਹਦੇ ਨਾਲ ਗੱਪਾਂ ਲਗਾਉਣੀਆਂ ਪੈਣਗੀਆਂ, ਤੁਹਾਨੂੰ ਉਹਨੂੰ ਸਮਝਾਉਣਾ ਪਏਗਾ ਦੁਨੀਆ ਕੰਮ ਕਿਵੇਂ ਕਰ ਰਹੀ ਹੈ, ਕੌਣ ਤੁਹਾਡੇ ਨਾਲ। ਪਰ ਜਿਹੜੇ ਸਾਰੀਆਂ ਗੱਲਾਂ ਸੁਣ ਕੇ ਅੱਜ ਬੜੇ ਬੇਸ਼ੁਮਾਰ ਲੋਕ ਹੋਣੇ ਮੇਰੇ ਵਰਗੇ, ਜਿਹੜੇ ਸੋਚਦੇ ਹੋਣੇ ਕਿ ਯਾਰ ਮੈਂ ਇਹ ਨਹੀਂ ਕੀਤਾ, ਮਿਸ ਕਰ ਗਿਆ ਦੇ ਉੱਪਰ। ਤੇ ਉਹ ਚਲੋ ਜਿਹਨਾਂ ਕੋਲ ਨਿਕਲ ਗਿਆ ਲੇਕਿਨ ਜਿਹੜੇ ਹੈ ਨੇ ਉਹ ਤਾਂ ਠੀਕ ਕਰ ਸਕਦੇ ਆ ਨਾ। ਬਿਲਕੁਲ। ਜਿਹੜੇ ਹਲੇ ਤੱਕ ਉਸ ਸਟੇਜ ਤੇ ਨਹੀਂ, ਵੀ ਜਿਨ੍ਹਾਂ ਦੇ ਬੱਚੇ ਹਲੇ 10-12 ਸਾਲ ਦੇ ਨੇ, 8 ਸਾਲ ਦੇ ਨੇ, 9 ਸਾਲ ਦੇ ਨੇ, ਉਹਨਾਂ ਪੇਰੈਂਟਸ ਕੋਲ ਚਾਂਸ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਨਾਲ ਇਨਵੋਲਵ ਹੋਣ, ਉਹਨਾਂ ਨੂੰ ਲੈ ਜਾਇਆ ਕਰਨ। ਔਰ ਮਹੀਨਾ 2-2 ਮਹੀਨਾ ਮੈਂ ਕਹਿੰਦਾ ਛੁੱਟੀਆਂ ਜਾ ਕੇ ਇਕੱਲੇ ਰਹੋ ਤੁਸੀਂ। ਉਸ ਵਕਤ ਨਾ ਕੋਈ ਟਿਊਸ਼ਨ ਹੋਏ, ਨਾ ਕੋਈ ਸਕੂਲ ਹੋਏ, ਨਾ ਕੋਈ ਰਿਸਪੌਂਸਿਬਿਲਿਟੀ ਹੋਏ ਬੱਚਿਆਂ ਤੇ। ਉਹਨਾਂ ਨੂੰ ਤੁਸੀਂ ਦੱਸੋ ਕਿ ਬਈ ਇਹ ਤੇਰੇ ਕੋਲ 2-3 ਮਹੀਨੇ ਨੇ, ਤੂੰ ਮौज ਕਰਨੀ ਹੈ, ਤੂੰ ਮਰਜ਼ੀ ਨਾਲ ਸੌਣਾ, ਤੈਨੂੰ ਮਗਰਿਬ ਹੋਣ ਤੋਂ ਬਾਅਦ ਯਾਨੀ ਹਨੇਰਾ ਪਏ ਤੋਂ ਸੌ ਜਾਣਾ, ਸਵੇਰੇ ਛੇਤੀ ਉੱਠਣਾ, ਔਰ ਸਾਰਾ ਦਿਨ ਜੋ ਤੇਰਾ ਦਿਲ ਕਰਦਾ ਹੈ, ਤੂੰ ਚਿੱਕੜ 'ਚ ਜਾ ਕੇ ਖੇਡਣਾ ਹੈ, ਤੂੰ ਨਹਾਉਣਾ ਹੈ ਸਵੀਮਿੰਗ ਪੂਲ 'ਚ, ਤੂੰ ਜਾ ਕੇ ਗਰਾਸ ਦੇ ਉੱਤੇ ਕਲਾਬਾਜ਼ੀਆਂ ਖੜਨੀਆਂ, ਤੂੰ ਜੋ ਕਰਨਾ ਕਰ। ਭਜਨ ਆਮ ਦੇਖਿਆ ਗਿਆ, ਮੈਨੂੰ ਪਤਾ ਯਾਰਾਂ ਦੋਸਤਾਂ ਦੇ ਵਿੱਚ ਪਹਿਲੇ ਤੇ 2-3 ਜਦੋਂ ਬੱਚੇ ਆਪਣੇ ਫੈਮਿਲੀ ਬੱਚੇ ਨੂੰ ਤੁਸੀਂ ਹੌਲੀਡੇ ਲੈ ਕੇ ਉਹਨੂੰ ਬੱਚੇ ਨੂੰ ਕਹਿੰਦੇ ਆਪਣੀ ਕਿਤਾਬਾਂ ਨਾਲ ਚੱਕ ਲਓ, ਜਦੋਂ ਟਾਈਮ ਲੱਗਿਆ ਤੇ ਹੋਮਵਰਕ ਕਰ ਲਿਓ ਹੌਲੀਡੇ ਦੇ ਉੱਪਰ ਹੈ। ਬਲਕਿ ਬਹੁਤ ਸਾਰੇ ਪੇਰੈਂਟਸ ਨੇ ਆਨਲਾਈਨ ਟਿਊਸ਼ਨਾਂ ਰੱਖੀਆਂ ਹੋਈਆਂ ਨੇ। ਉਹ ਵਰਲਡ ਜਿੱਥੇ ਵੀ ਟਰੈਵਲ ਕਰ ਰਹੇ ਹੁੰਦੇ ਨਾ, ਇੰਟਰਨੈਟ ਨਾਲ ਅਟੈਚ ਕਰਕੇ ਤੇ ਬੱਚਿਆਂ ਨੂੰ ਟੈਨਸ਼ਨ ਵਿੱਚ ਪਾ ਦਿੰਦੇ, ਤੂੰ ਪੜ੍ਹ ਇੱਥੇ। ਇਹ ਨਹੀਂ ਹੋਣਾ ਚਾਹੀਦਾ ਬਹੁਤ ਜ਼ਰੂਰ। ਔਰ ਫਿਰ ਦੂਸਰੀ ਗੱਲ, ਅਸੀਂ ਸੋ ਸਫਿਸਟੀਕੇਟਡ ਹੋ ਗਏ ਹਾਂ ਵੈਸਟਰਨ ਕੰਟਰੀ 'ਚ ਰਹਿ ਕੇ। ਬੱਚੇ ਨੇ ਕਿਤੇ ਹੱਥ ਲਾਤਾ, ਤੇਰੇ ਹੱਥ ਗੰਦੇ ਹੋ ਗਏ, ਤੇਰੇ ਸ਼ੂਜ਼ ਗੰਦੇ ਹੋ ਗਏ, ਉਹਨੂੰ ਗੰਦਾ ਹੋਣ ਦੇਣਾ ਹੀ ਨਹੀਂ। ਉਹਨੂੰ ਜਿਹੜੇ ਪੂਰੀ ਦੁਨੀਆ 'ਚ ਡਿਫਰੈਂਟ ਕਿਸਮ ਦੇ ਬੈਕਟੀਰੀਆ ਨੇ, ਵਾਇਰਸ ਨੇ, ਫੰਗਸ ਨੇ, ਉਹਨਾਂ ਨਾਲ ਉਸ ਬੱਚੇ ਦਾ ਇੰਟਰੈਕਸ਼ਨ ਨਹੀਂ ਹੋਏਗਾ ਤਾਂ ਉਹ ਟ੍ਰੇਨਡ ਕਿਵੇਂ ਹੋਏਗੀ ਉਹਦੀ ਬਾਡੀ। ਉਹਨੂੰ ਟ੍ਰੇਨਿੰਗ ਮਿਲਣ ਲਈ ਅਗਰ ਉਹ ਟ੍ਰੇਨਿੰਗ ਮੈਚ ਨਹੀਂ ਖੇਡੇਗੀ ਉਹਦੀ ਬਾਡੀ, ਤਾਂ ਉਹ ਕਿੱਥੋਂ ਪ੍ਰੀਪੇਅਰ ਹੋਏਗੀ ਅਸਲ ਖੌਫਨਾਕ ਕਿਸਮ ਦੇ ਜੰਗਾਂ ਲਈ, ਠੀਕ ਹੈ ਨਾ। ਇਹ ਤੇ ਟ੍ਰੇਨਿੰਗ ਮੈਚਸ ਹੁੰਦੇ ਨੇ। ਤੁਸੀਂ ਛੱਪੜੇ ਚਲੇ ਗਏ, ਤੁਸੀਂ ਗੰਦੀ ਜਗ੍ਹਾ ਤੇ ਗੰਦੀ ਉਹਦੇ ਨਾਲੇ 'ਚ ਨਹਾ ਲਿਆ, ਤੁਸੀਂ ਮਿੱਟੀ 'ਚ ਖੇਡ ਰਹੇ ਹੋ, ਤੁਸੀਂ ਉਹ ਗੰਦੇ ਮੁੰਦੇ ਹੱਥਾਂ ਨਾਲ ਹੀ ਫਿਰ ਰੋਟੀ ਮਿਲੀ ਤਾਂ ਖਾਣੀ ਸ਼ੁਰੂ ਕਰ ਦਿੱਤੀ। ਇਹ ਚੀਜ਼ਾਂ ਹਿਊਮਨ ਅਸੀਂ ਇਵੋਲਵ ਹੋਏ ਆ ਇਹਨਾਂ ਚੀਜ਼ਾਂ 'ਚ। ਯਾਰ ਅਸੀਂ ਮੈਨੂੰ ਨਾ ਰੀਅਲੀ ਫੀਲ ਹੁੰਦਾ ਬੜੀ ਦੂਰ ਚਲੇ ਗਏ ਅਸੀਂ। ਵਾਈ ਡੋਂਟ ਵੀ ਕਮ ਬੈਕ ਟੂ ਦ ਰੀਅਲ ਲਾਈਫ। ਇਹ ਹੋਏਗਾ ਕਿੰਨਾ ਹੈਲਦੀ ਹੈ, ਕਿੰਨੀ ਇਨਵਾਇਰਨਮੈਂਟ ਅੱਛੀ ਹੈਗੀ ਹੈ ਬੱਚੇ ਦੀ, ਕਿੰਨਾ ਉਹਦੇ ਮਾਈਂਡ ਫਰੈਸ਼ ਰਹਿੰਦਾ ਉਹਦਾ। ਇਹ ਪੌਲ ਜੀ ਹੋਏਗਾ, ਇਹ ਹੋਏਗਾ। ਅਗਰ ਇਹ ਨਹੀਂ ਹੋਏਗਾ ਕਿ ਅਗਰ ਅਸੀਂ ਦੁਬਾਰਾ ਨੇਚਰਲ ਵਾਪਸ ਨਹੀਂ ਜਾਵਾਂਗੇ, ਅਸੀਂ ਉਸ ਤਰ੍ਹਾਂ ਵਾਪਸ ਨਹੀਂ ਜਾਵਾਂਗੇ ਜਿਸ ਤਰ੍ਹਾਂ ਰੱਬ ਇਸ ਪੂਰੇ ਸਿਸਟਮ ਚਲਾ ਰਿਹਾ ਸੀਗਾ ਪਿਛਲੇ ਮਿਲੀਅਨਸ ਬਿਲੀਅਨਸ ਈਅਰ ਤੋਂ ਚੱਲ ਰਿਹਾ। ਅਸੀਂ ਆ ਕੇ ਪਿਛਲੇ 100 ਸਾਲ ਵਿੱਚ ਟੋਟਲ ਇਹਨੂੰ ਡਿਸਟਰਪਟ ਕਰ ਦਿੱਤਾ। ਅਸੀਂ ਸਮਝੇ ਅਸੀਂ ਸਮਾਰਟ ਹਾਂ, ਅਸੀਂ ਚੰਦ ਇੱਕ ਲੀਥਲ ਕਿਸਮ ਦੀਆਂ ਟੌਕਸਿਕ ਡਰੱਗਸ ਬਣਾ ਲਈਆਂ ਨੇ। ਅਸੀਂ ਜਾ ਕੇ ਬਾਡੀ ਨੂੰ ਇੰਜ ਮੈਨੀਪੂਲੇਟ ਕਰ ਦਿਆਂਗੇ, ਇੰਜ ਮੈਨੀਪੂਲੇਟ ਕਰ ਦਿਆਂਗੇ, ਚਾਹਾਂਗੇ ਤੇ ਬੰਦਾ ਸੌਂ ਜਾਏਗਾ, ਚਾਹਾਂਗੇ ਤੇ ਉੱਠ ਜਾਏਗਾ, ਚਾਹਾਂਗੇ ਤੇ ਦਰਦ ਮੁੱਕ ਜਾਏ। ਇਹਨਾਂ ਚੀਜ਼ਾਂ ਨਾਲ ਨੁਕਸਾਨ ਹੋਇਆ ਸਾਨੂੰ।
ਸਾਨੂੰ ਚਾਹੀਦਾ ਸੀ ਕਿ ਇਸ ਬਾਡੀ ਨੂੰ ਜਿਸ ਤਰ੍ਹਾਂ ਰੱਬ ਨੇ ਡਿਜ਼ਾਈਨ ਕੀਤਾ ਉਸ ਤਰ੍ਹਾਂ ਇਹਨੂੰ ਚਲਾਉਂਦੇ, ਇਹਨੂੰ ਫੈਸਿਲਿਟੇਟ ਕਰਨਾ ਹੈ, ਇਹਨੂੰ ਇਹਦੇ ਵਿੱਚ ਇੰਟਰਪਸ਼ਨ ਜਾਂ ਡਿਸਟਰਪਸ਼ਨ ਨਹੀਂ ਕਰਨੀ ਹੈ। ऑनेस्टली आज जरा भी टॉपिक डॉक्टर साहब ने किया इस आई ओपनर, बहुत ज़बरदस्त आई ओपनर। इट्स नॉट टू लेट जिदा भाजी तुसी डॉक्टर साहब ने कहा कि यू नो हाले भी चांस ਹੁੰਦਾ ਜਿਨ੍ਹਾਂ ਦੇ ਬੱਚੇ ਛੋਟੇ ਨੇ, ਹੌਲੀ ਹੌਲੀ ਨਹੀਂ, ਯੂ ਗੋਟ ਟੂ ਮੇਕ ਅ ਯੂ ਟਰਨ, ਬਿਗ ਟਾਈਮ ਯੂ ਟਰਨ ਐਂਡ ਅ ਕੁਇਕ ਵਨ ਐਜ਼ ਵੈਲ, ਕਿਉਂਕਿ ਭਾਜੀ ਬੱਚੇ ਬੜੀ ਛੇਤੀ ਵੱਡੇ ਹੁੰਦੇ ਨੇ, ਬੜੀ ਛੇਤੀ ਆਦਤਾਂ ਪਕੜਦੇ ਨੇ, ਐਂਡ ਦੇ ਸਟਾਰਟ ਲੁਕਿੰਗ ਲਵ ਐਂਡ ਅਫੈਕਸ਼ਨ ਫਰਮ ਆਊਟਸਾਈਡ ਦੈਨ, ਕਿ ਪੇਰੈਂਟ ਦਾ ਨਹੀਂ ਮਿਲਦਾ ਉਹਨਾਂ ਨੂੰ, ਦੂਰ ਚਲੇ ਜਾਂਦੇ ਘਰੋਂ ਨਾ, ਦੂਰ ਚਲੇ ਜਾਂਦੇ, ਦੂਰ ਚਲੇ ਜਾਂਦੇ, ਕਿਉਂਕਿ ਬੱਚੇ ਨੂੰ ਕੋਈ ਨਾ ਕੋਈ 8-10 ਸਾਲ ਦੀ ਉਮਰ ਤੱਕ ਸਪੋਰਟ ਚਾਹੀਦੀ, ਉਹਦੇ ਨਾਲ ਟੁਰੇ, ਉਹ ਤੋਂ ਇੰਸਪਾਇਰ ਹੋਵੇ, ਉਹਨੂੰ ਕਾਪੀ ਕਰੇ। ਬਹੁਤ ਅੱਛੇ ਡਾਕਟਰ ਸਾਹਿਬ, ਰੀਅਲੀ ਇੰਟਰਸਟਿੰਗ। ਡਾਕਟਰ ਸਾਹਿਬ ਜਦੋਂ ਆਉਂਦੇ ਨਾ ਅਸੀਂ ਕਦੀ ਡਿਸਕਸ ਨਹੀਂ ਕਰਦੇ ਕਿ ਤੁਸੀਂ ਕੀ ਕਰਨਾ, 5 ਮਿੰਟ ਅਸੀਂ ਸੋਚਦੇ ਹਾਂ ਡਾਕਟਰ ਸਾਹਿਬ ਅਸੀਂ ਕੀ ਗੱਲ ਕਰੀਏ, ਡਾਕਟਰ ਸਾਹਿਬ ਚਲੋ ਅੱਜ ਪਾਲ ਸਾਹਿਬ ਅਸੀਂ ਇਹ ਗੱਲ ਕਰ ਲੈਂਦੇ ਹਾਂ। ਬਹੁਤ ਇੰਟਰਸਟਿੰਗ ਟੌਪਿਕ, ਟਾਈਮ ਬੜੀ ਫਾਸਟ ਜਾ ਰਿਹਾ, ਅਸੀਂ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਕੰਟੀਨਿਊ ਰੱਖਾਂਗੇ ਆਪਣੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੁਣੀ ਦੇਖਣਾ ਸ਼ੁਰੂ ਕੀਤਾ, ਅ ਵੈਰੀ ਗੁੱਡ ਟੌਪਿਕ ਵਿਦ ਡਾਕਟਰ ਵਲੀ ਦੇ ਨਾਲ। ਜ਼ਰੂਰੀ ਨਹੀਂ ਕਿ ਅੱਜ ਵੈਰੀ ਗੁੱਡ ਟੌਪਿਕ ਹਮੇਸ਼ਾ ਹੀ ਹੁੰਦਾ, ਓਨੈਸਟਲੀ ਕੋਈ ਨਾ ਕੋਈ ਸਬਜੈਕਟ ਡਾਕਟਰ ਵਲੀ ਲੈ ਕੇ ਆਉਂਦੇ ਨੇ, ਇਜ਼ ਸੋ ਇੰਸਪਾਇਰਿੰਗ ਕਿ ਬੰਦੇ ਨੂੰ ਨਾ ਸੋਚ ਪਾ ਦਿੰਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰਦੇ ਹਾਂ ਲਾਈਫ ਦੇ ਵਿੱਚ। ਜੀ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ। ਹਾਂਜੀ, ਅੱਛਾ ਹੁਣ ਆਉਂਦੇ ਆ ਕਿ ਸੋਲੂਸ਼ਨ ਕੀ ਹੋ ਸਕਦੇ ਨੇ ਅਗਰ ਬੱਚਿਆਂ ਨੂੰ ਡਾਈਜੈਸਟਿਵ ਹੈਲਥ ਦੇ ਇਸ਼ੂ ਨੇ, ਮਸਲਨ ਬੱਚਿਆਂ ਨੂੰ ਕਾਂਸਟੀਪੇਸ਼ਨ ਹੈ, ਤੇ ਉਹਦੇ ਲਈ ਮੈਂ ਜਿਵੇਂ ਤੁਹਾਨੂੰ ਪਹਿਲਾਂ ਤੇ ਮੈਂ ਦੱਸਿਆ ਹੈ ਕਿ ਉਸ ਬੱਚੇ ਨੂੰ ਫੌਰੀ ਤੌਰ ਤੇ ਉਹਦੀ ਜਿਹੜੀ ਫੈਟ ਸੋਰਸ ਹੈ ਉਹ ਚੇਂਜ ਹੋ ਜਾਣੀ ਚਾਹੀਦੀ ਹੈ, ਉਹਨੂੰ ਬਜਾਏ ਤੇਲਾਂ 'ਚ ਪੱਕੇ ਖਾਣੇ ਦੇ ਉਹਨੂੰ ਬਟਰ 'ਚ ਦੇਸੀ ਘਿਓ 'ਚ ਦਿਓ। ਅੱਛਾ ਦੂਸਰੀ ਚੀਜ਼ ਇਹ ਹੈ ਕਿ ਇਹ ਮੈਂ ਸਾਰੇ ਪੇਰੈਂਟਸ ਨੂੰ ਕਹਾਂਗਾ, ਇੱਕ ਚੀਜ਼ ਹੁੰਦੀ ਉਹਨੂੰ ਐਪਸਮ ਸਾਲਟ ਕਹਿੰਦੇ ਨੇ, ਉਹ 2 ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਨਹਾਉਣ ਵਾਲਾ, ਇੱਕ ਹੁੰਦਾ ਖਾਣ ਵਾਲਾ। ਖਾਣ ਵਾਲਾ, ਅੱਛਾ ਦੋ ਡਿਫਰੈਂਟ। ਉਹ ਖਾਣ ਵਾਲਾ ਜਿਹੜਾ ਹੁੰਦਾ ਨਾ ਉਹ ਕੈਮਿਸਟ ਸ਼ਾਪ ਤੋਂ ਮਿਲ ਜਾਂਦਾ ਹੈ, 1-2 ਪਾਊਂਡ ਦੀ ਡੱਬੀ ਮਿਲ ਜਾਂਦੀ। ਅਗਰ ਬੱਚੇ ਨੂੰ ਕਦੇ ਓਕੇਸ਼ਨਲ ਕਾਂਸਟੀਪੇਸ਼ਨ ਹੋ ਜਾਏ ਤੇ ਐਪਸਮ ਸਾਲਟ ਉਹਨੂੰ ਰਿਲੀਵ ਕਰ ਦਿੰਦਾ ਹੈ, ਠੀਕ ਹੈ। ਚੰਦ 2-4 ਗ੍ਰਾਮ ਦਿਓ, ਪਾਣੀ 'ਚ ਘੋਲ ਕੇ ਭੁੱਖੇ ਪੇਟ ਪਿਲਾ ਦਿਓ ਬੱਚੇ ਨੂੰ, ਉਹ ਬਿਲਕੁਲ ਉਹਦਾ ਬਾਉਲ ਕਲੀਨ ਹੋ ਜਾਏਗਾ। ਲੇਕਿਨ ਇਹ ਚੀਜ਼ ਜ਼ਹਿਨ 'ਚ ਰੱਖ ਲਓ ਕਿ ਡੇਲੀ ਕਮ ਅਜ਼ ਕਮ ਇਹ ਮਿਨੀਮਮ ਹੈ, 1 ਬਾਉਲ ਮੂਵਮੈਂਟ ਬੱਚੇ ਨੂੰ ਹੋਣੀ ਚਾਹੀਦੀ ਹੈ। ਵੈਸੇ ਅਸੀਂ ਰਿਕਮੈਂਡ ਕਰਦੇ ਹਾਂ ਕਮ ਸੇ ਕਮ 3 ਬਾਉਲ ਮੂਵਮੈਂਟ। ਤੇ ਅਸੀਂ ਬੇਸ਼ੱਕ ਗੱਲ ਕਰਦੇ ਸੀ, ਬੱਚਿਆਂ ਨੂੰ 3 ਹੋਣੀ ਚਾਹੀਦੇ ਨੇ, ਵੱਡਿਆਂ ਨੂੰ 2 ਹੋਣੀ ਚਾਹੀਦੀ ਕਮ ਸੇ ਕਮ, ਲੇਕਿਨ 1 ਤੇ ਯਾਰ ਜ਼ਰੂਰ ਹੋਣੀ ਚਾਹੀਦੀ ਹੈ ਨਾ। ਬਿਲਕੁਲ ਸਹੀ ਗੱਲ। ਹੁਣ ਮੇਰੇ ਕੋਲ ਪੇਰੈਂਟਸ ਆਉਂਦੇ ਨੇ ਬੜੇ ਮੁਤਮਿਨ ਹੋ ਕੇ ਦੱਸਦੇ ਨੇ ਕਿ ਹਫਤੇ 2 ਦਫਾ ਟਾਇਲਟ ਜਾਂਦਾ ਹੈ ਔਰ ਡਾਕਟਰ ਨੇ ਕਿਹਾ ਦੈਟਸ ਫਾਈਨ। ਓ ਮਾਈ ਗॉड, ਇਹ ਫਾਈਨ ਨਹੀਂ ਹੈ, ਠੀਕ ਹੈ ਨਾ। ਮੇਕ ਸ਼ੋਰ ਕਰੋ ਕਿ ਡੇਲੀ ਉਹਦੀ ਬਾਉਲ ਮੂਵਮੈਂਟ ਹੋਏ, ਬਾਉਲ ਸਾਫ਼ ਹੋਣਾ ਚਾਹੀਦਾ। ਦੂਸਰਾ ਇਹ ਹੈ ਕਿ ਮੈਂ ਇਹ ਵੀ ਮਾਵਾਂ ਨੂੰ ਕਹਾਂਗਾ ਕਿ ਤੁਸੀਂ ਨਾ ਰੋਜ਼ ਸੁਬਹ ਔਰ ਸ਼ਾਮ ਬੱਚਿਆਂ ਦੀ ਜੀਭ ਕੱਢ ਕੇ ਦੇਖਿਆ ਕਰੋ, ਉਹਨਾਂ ਕੋਲ ਜੀਭ ਕੱਢ ਕੇ ਦਿਖਾ। ਅਗਰ ਉਹਨਾਂ ਦੀ ਜੀਭ ਤੇ ਵਾਈਟ ਕੋਟਿੰਗ ਹੈ, ਉਹਨਾਂ ਦਾ ਮਿੱਠਾ ਬੰਦ ਕਰ ਦਿਓ। ਅਗਰ ਤੁਸੀਂ ਫੀਲ ਕਰ ਰਹੇ ਹੋ ਕਿ ਇਹਦੀ ਜ਼ਬਾਨ ਤੇ ਵਾਈਟ ਕੋਟਿੰਗ ਆ ਰਹੀ ਹੈ, ਫੰਗਸ ਗਰੋ ਕਰ ਰਹੀ ਹੈ, ਫੌਰੀ ਤੌਰ ਤੇ ਮਿੱਠਾ ਜਿੰਨਾ ਲੜਦਾ ਹੈ ਜੋ ਕਰਦਾ ਉਹਨੂੰ ਕਹਿੰਦੇ ਤੈਨੂੰ ਨਹੀਂ ਦੇਣਾ, ਤੈਨੂੰ ਪ੍ਰੋਬਲਮ ਹੈ, ਠੀਕ ਹੈ ਨਾ। ਔਰ ਐਂਟੀ ਫੰਗਲ ਨੈਚੁਰਲ ਚੀਜ਼ਾਂ ਮਿਲ ਜਾਂਦੀਆਂ, ਮਸਲ ਜਿਵੇਂ ਹੁਣ ਆਪਾਂ ਕਹਿ ਰਹੇ ਸੀ ਕਿ ਆਇਓਡੀਨ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਬ੍ਰੇਨ ਦੀ ਗਰੋਥ ਲਈ, ਸਟੋਮਿਕ ਐਸਿਡ ਲਈ, ਥਾਇਰਾਇਡ ਗਲੈਂਡ ਲਈ। ਉਹੀ ਆਇਓਡੀਨ ਬਾਡੀ ਯੂਜ਼ ਕਰਦੀ ਹੈ ਫੰਗਸ ਇਨਫੈਕਸ਼ਨ ਨੂੰ ਕਿਲ ਕਰਨ ਲਈ। ਦੇਖੋ ਨਾ ਨੇਚਰ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਨੇ ਉਹਨਾਂ ਦੇ ਮਲਟੀਪਲ ਫਾਇਦੇ ਨੇ, ਠੀਕ ਹੈ। ਤੇ ਆਇਓਡੀਨ ਲਾਜ਼ਮੀ ਦੇਣੀ ਚਾਹੀਦੀ ਹੈ। ਆਇਓਡੀਨ ਬ੍ਰੇਨ ਡਿਵੈਲਪਮੈਂਟ ਵਿੱਚ ਹੈਲਪ ਕਰਦੀ ਹੈ ਬੱਚਿਆਂ ਨੂੰ, ਉਹਨਾਂ ਦੇ ਡਾਈਜੈਸਟਿਵ ਸਿਸਟਮ ਨੂੰ ਸਪੋਰਟ ਦਿੰਦੀ ਹੈ, ਔਰ ਇਹਦੇ ਇਲਾਵਾ ਆਇਓਡੀਨ ਥਾਇਰਾਇਡ ਗਲੈਂਡ ਨੂੰ ਵੀ ਐਕਟੀਵੇਟ ਕਰਦੀ ਹੈ, ਠੀਕ ਹੈ। ਅੱਛਾ ਦੂਸਰਾ ਇਹ ਹੈ ਕਿ ਪ੍ਰੋਬਾਇਓਟਿਕ ਦਾ ਇਸਤੇਮਾਲ ਜਿਹੜਾ ਹੈ, ਹੁਣ ਪਹਿਲੇ ਪੌਲ ਜੀ ਸਾਡੇ ਕਲਚਰ ਵਿੱਚ ਹੁੰਦਾ ਸੀ ਕਿ ਦੁੱਧ ਲੱਸੀ ਜਿਹੜੀ ਹੈ ਜਾਂ ਦਹੀਂ, ਬਲਕਿ ਮੈਨੂੰ ਤਾਂ ਯਾਦ ਹੈ ਕਿ ਅਸੀਂ ਜਿਹੜਾ ਨਾਸ਼ਤਾ ਕਰਦੇ ਹੁੰਦੇ ਸੀ ਉਹ ਪਰੌਂਠੇ ਹੁੰਦੇ ਸੀ ਤੇ ਨਾਲ ਦਹੀਂ ਹੁੰਦੀ ਸੀ। ਦਹੀਂ ਹੁੰਦਾ ਸੀ ਹਮੇਸ਼ਾ। ਇਹ ਬਚਪਨ ਦਾ ਸਾਡਾ ਪਰੌਂਠਾ ਹੁੰਦਾ ਸੀ, ਨਾਸ਼ਤਾ ਹੁੰਦਾ ਸੀ ਕਿ ਦੇਸੀ ਘਿਓ ਦੇ ਮੱਖਣ ਦੇ ਪਰੌਂਠੇ ਨਾਲ ਥੋੜਾ ਜਿਹਾ ਮੱਖਣ ਹੋਰ ਐਕਸਟਰਾ ਮਿਲ ਜਾਣਾ, ਔਰ ਉਹਦੇ ਨਾਲ ਆਪਣਾ ਸਾਲਨ ਮਿਲ ਜਾਣਾ, ਠੀਕ ਹੈ ਨਾ। ਜਾਂ ਅਸੀਂ ਉਹ ਦਹੀਂ ਦੀ ਚਟਨੀ ਉਹਦੇ 'ਚ ਨਮਕ ਪਾ ਕੇ ਜਾਂ ਥੋੜ੍ਹੀ ਜਿਹੀ ਸ਼ੱਕਰ ਗੁੜ ਸ਼ੁੜ ਪਾ ਕੇ ਤੇ ਖਾ ਕੇ ਚਲੇ ਜਾਂਦੇ ਸੀ। ਉਹ ਜਿਹੜੀ ਦਹੀਂ ਸੀ ਨਾ ਉਹ ਪ੍ਰੋਬਾਇਓਟਿਕ ਸੀ, ਉਹ ਬੈਕਟੀਰੀਆ ਸੀ। ਉਹ ਬੈਕਟੀਰੀਆ ਜਿਹੜਾ ਸਾਡੇ ਇੰਟੈਸਟਾਈਨ ਨੂੰ ਮੂਵ ਕਰਨ 'ਚ ਹੈਲਪ ਕਰਦਾ, ਠੀਕ ਹੈ ਨਾ। ਇਸ ਲਈ ਹੁਣ ਮੈਂ ਇਹ ਤੇ ਨਹੀਂ ਕਹਿ ਸਕਦਾ ਕਿ ਤੁਸੀਂ ਬੱਚਿਆਂ ਨੂੰ ਦਹੀਂ ਦਿਓ। ਹਾਂ, ਅਗਰ ਦਹੀਂ ਘਰ ਬਣਾਈ ਹੈ ਤੁਸੀਂ ਔਰ ਰॉ ਮਿਲਕ ਹੈ, ਆਰਗੈਨਿਕ ਮਿਲਕ ਹੈ,
ਫਿਰ ਤਾਂ ਬਹੁਤ ਅੱਛੀ ਗੱਲ ਹੈ। ਫਿਰ ਤੁਸੀਂ ਆਦਤ ਪਾਓ ਕਿ ਬੱਚਿਆਂ ਨੂੰ ਤੁਸੀਂ ਦਹੀਂ ਔਰ ਪਰੌਂਠੇ ਦਾ ਨਾਸ਼ਤਾ ਦਿਓ, ਮਜ਼ਾ ਆ ਜਾਏ, ਠੀਕ ਹੈ ਨਾ, ਨਾਲ ਮੱਖਣ ਸ਼ੱਖਣ ਦਿਓ। ਅਜੇ ਜਿੱਦਾਂ ਕਿਸੇ ਲੋਕਾਂ ਨੂੰ ਡੇਅਰੀ ਪ੍ਰੋਡਕਟ ਤੋਂ ਕੋਈ ਤਕਲੀਫ ਹੁੰਦੀ ਹੈ, ਉਹ ਕਿਉਂ ਹੁੰਦਾ ਸਟਾਰ? ਉਹ ਹਾਂਜੀ, ਡੇਅਰੀ ਤੋਂ ਐਲਰਜੀ ਹੋਣ ਦਾ ਇਹ ਹੁੰਦਾ ਹੈ ਕਿ ਦੋ ਚੀਜ਼ਾਂ ਦੇ ਨਾਲ ਹੋ ਸਕਦੀ। ਇੱਕ ਅਸੀਂ ਕਹਿੰਦੇ ਹਾਂ ਲੈਕਟੋਜ਼ ਇਨਟੋਲਰੈਂਟ ਹੁੰਦੇ ਆ, ਬਾਜ਼ ਉਹ ਬੱਚੇ ਹੁੰਦੇ ਆ ਕਿ ਜਿਹੜਾ ਮਿੱਠਾ ਹੁੰਦਾ ਹੈ ਨਾ ਡੇਅਰੀ ਦੇ ਵਿੱਚ, ਜਿਹੜੇ ਦੁੱਧ ਦੇ ਵਿੱਚ ਮਿੱਠਾ, ਉਹਨੂੰ ਲੈਕਟੋਜ਼ ਕਹਿੰਦੇ ਨੇ। ਉਹਨਾਂ ਬੱਚਿਆਂ ਦੇ ਵਿੱਚ ਅਗਰ ਤੇ ਬੱਚਾ ਮਤਲਬ ਫਰਜ਼ ਕਰੋ ਜਦੋਂ ਉਹਨਾਂ ਨੂੰ ਬੱਚੇ ਨੂੰ ਗਾਂ ਦਾ ਦੁੱਧ ਤੇ ਜਾਂ ਬੱਕਰੀ ਦੇ ਦੁੱਧ ਤੇ ਪਾਇਆ ਔਰ ਉਸੇ ਵਕਤ ਉਹ ਐਲਰਜੀ ਸ਼ੋ ਕਰਾ ਦਿੰਦਾ ਇਨ ਦ ਬਿਗਨਿੰਗ, ਫਿਰ ਅਸੀਂ ਸਸਪੈਕਟ ਕਰਦੇ ਹਾਂ ਕਿ ਸ਼ਾਇਦ ਜੈਨੇਟਿਕ ਫਾਲਟ ਨਾ ਹੋਵੇ, ਕਿ ਉਹਦੇ ਉਸ ਬੱਚੇ ਦੀ ਬਾਡੀ ਵਿੱਚ ਉਹ ਐਂਜ਼ਾਈਮ ਬਣਾਉਣ ਦੀ ਐਬਿਲਿਟੀ ਨਹੀਂ ਹੈ ਜਿਹੜਾ ਉਸ ਲੈਕਟੋਜ਼ ਨੂੰ ਤੋੜ ਕੇ ਡਾਈਜੈਸਟ ਕਰ ਦੇਵੇ। ਜਦੋਂ ਉਹ ਡਾਈਜੈਸਟ ਨਹੀਂ ਹੁੰਦੀ ਟੁੱਟ ਕੇ, ਉਹਨਾਂ ਨੂੰ ਕ੍ਰੈਂਪਸ ਹੁੰਦੇ ਨੇ, ਸਟਮਕ ਅਪਸੈਟ ਹੁੰਦਾ, ਗੈਸ ਬਣਦੀ ਹੈ, ਉਹ ਸ਼ੂਗਰ ਫਿਰ ਰਹੀ ਹੁੰਦੀ, ਉਹ ਹਜ਼ਮ ਹੋ ਨਹੀਂ ਰਹੀ ਹੁੰਦੀ, ਉਹਨੂੰ ਬੈਕਟੀਰੀਆ ਖਾਣਾ ਸ਼ੁਰੂ ਕਰ ਦਿੰਦਾ, ਗੈਸ ਬਣਾਉਂਦਾ ਫਿਰ ਉਹਦੇ ਨਾਲ। ਅੱਛਾ, ਤੇ ਦੂਸਰਾ ਕੀ ਤੁਸੀਂ ਹੋਰ ਚੀਜ਼ ਪੁੱਛੀ ਸੀ? ਇੱਕ ਤੇ ਤੁਸੀਂ ਇਹ ਮਿਲਕ, ਹਾਂ ਦੂਸਰੀ ਚੀਜ਼ ਜਿਹੜੀ ਹੈ ਜਿਸ ਚੀਜ਼ ਤੋਂ ਐਲਰਜੀਕ ਹੋ ਸਕਦੇ ਹਾਂ ਅਸੀਂ, ਉਹ ਹੁੰਦਾ ਕੇਸੀਨ ਹੁੰਦੀ ਹੈ। ਇੱਕ ਡੇਅਰੀ ਜਿਹੜੀ ਮਤਲਬ ਜਿਹੜੀ ਵੀ ਡੇਅਰੀ ਆਈਟਮਸ ਨੇ, ਮਿਲਕ ਹੈ ਜਾਂ ਚੀਜ਼ ਹੈ, ਯੋਗਰਟ ਹੈ, ਇਹਨਾਂ 'ਚ ਇੱਕ ਪ੍ਰੋਟੀਨ ਹੁੰਦੀ, ਉਹਨੂੰ ਕੇਸੀਨ ਕਹਿੰਦੇ ਨੇ। ਕੇਸੀਨ ਜਿਹੜੀ ਹੈ ਨਾ, ਉਹ ਪੌਲ ਜੀ ਹਜ਼ਮ ਕਰਨਾ ਬਹੁਤ ਡਿਫਿਕਲਟ ਕੰਮ ਹੈ ਅਗਰ ਤੁਹਾਡਾ ਸਟਮਕ ਕਮਜ਼ੋਰ ਹੈ, ਉਹ ਪ੍ਰੋਪਰ ਸਟਰੋਂਗ ਐਸਿਡ ਨਹੀਂ ਬਣਾ ਰਿਹਾ। ਤੇ ਜਦੋਂ ਕੇਸੀਨ ਅਨਡਾਈਜੈਸਟਡ ਜਾਂ ਪਾਰਸ਼ਲੀ ਡਾਈਜੈਸਟਡ ਤੁਹਾਡੀ ਬਾਡੀ ਜਾਏਗੀ ਨਾ, ਫਿਰ ਉਹਦਾ ਰਿਐਕਸ਼ਨ ਹੋਏਗਾ, ਤੁਸੀਂ ਐਲਰਜੀਕ ਹੋਵੋਗੇ, ਤੁਹਾਡੇ ਰੈਸ਼ਸ ਨਿਕਲ ਆਉਣਗੇ, ਖਾਜ ਸ਼ੁਰੂ ਹੋ ਜਾਏਗੀ, ਹਾਈਵਸ ਪੜਨੇ ਸ਼ੁਰੂ ਹੋ ਜਾਣਗੇ। ਇਹੋ ਜਿਹੇ ਲੋਕ ਠੀਕ ਹੋ ਜਾਂਦੇ ਹੁੰਦੇ ਨੇ। ਅਗਰ ਤੁਸੀਂ ਲੇਟਰ ਸਟੇਜ ਆ, ਮਤਲਬ ਬੱਚਾ ਨੇ 5-4 ਸਾਲ ਦੁੱਧ ਪੀਤਾ ਗਾਂ ਦਾ, ਉਹਨੂੰ ਪ੍ਰੋਬਲਮ ਨਹੀਂ ਹੋਇਆ, ਲੇਕਿਨ 8-9 ਸਾਲ ਦੀ ਉਮਰ 'ਚ ਆ ਕੇ ਉਹਨੂੰ ਐਲਰਜੀ ਸ਼ੁਰੂ ਹੋ ਗਈ, ਇਹਦਾ ਮਤਲਬ ਹੈ ਕਿ ਉਹਦੀ ਮਸ਼ੀਨਰੀ ਠੀਕ ਸੀ, ਉਹਨੂੰ ਓਵਰ ਦ ਪੀਰੀਅਡ ਆਫ ਟਾਈਮ ਉਹ ਮਸ਼ੀਨਰੀ ਆਹਿਸਤਾ 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 ਰਸਟੀ ਹੋ ਗਈ ਹੈ, ਉਹਨੇ ਕੰਮ ਕਰਨਾ ਖਤਮ ਕਰ ਦਿੱਤਾ, ਉਹ ਠੀਕ ਹੋ ਜਾਂਦੇ ਹੁੰਦੇ। ਇਹੋ ਜਿਹੇ ਬੱਚੇ ਜਿਹੜੇ ਲੇਟਰ ਸਟੇਜਸ ਵਿੱਚ ਆ ਕੇ ਲੈਕਟੋਜ਼ ਇੰਟੋਲਰੈਂਟ ਹੋ ਜਾਣ ਜਾਂ ਉਹਨਾਂ ਦੀ ਬਾਡੀ ਕੇਸੀਨ ਨੂੰ ਡਾਈਜੈਸਟ ਨਾ ਕਰ ਸਕੇ, ਉਹ ਬੱਚੇ ਜਾਂ ਉਹ ਵੱਡੇ ਵੀ ਹੋਣ ਅਗਰ, ਉਹ ਠੀਕ ਹੋ ਜਾਂਦੇ ਹੁੰਦੇ। ਪਰ ਜੀ ਸਾਡੇ ਵਾਲਦਨ ਬੜੇ ਰੀਜ਼ਨੇਬਲੀ ਪੜ੍ਹੇ ਲਿਖੇ ਸਨ, ਇਹ ਨਹੀਂ ਕਹਾਂਗਾ ਕਿ ਬਿਲਕੁਲ ਗਵਾਰ ਸੀ। ਮੈਂ ਹੁਣ ਸੋਚਦਾ, ਤੁਸੀਂ ਗੱਲਾਂ ਕਰਦੇ, ਮੇਰੇ ਨਾ ਆਈ ਓਪਨਰ, ਮੇਰੇ ਦਿਮਾਗ ਸੋਚਦਾ ਪਿਆ, ਇਸ ਉਮਰ ਵਿੱਚ ਭਾਜੀ ਮੈਂ ਕੁਝ ਵੀ ਖਾ ਸਕਦਾ, ਜੋ ਮੈਨੂੰ ਚੋਇਸ ਅੱਛਾ ਲੱਗਦਾ ਖਾਣਾ, ਮੈਨੂੰ ਪਚਦਾ, ਮੈਂ ਖਾਣਾ। ਮੈਂ ਕਦੇ ਨਹੀਂ ਸੋਚਿਆ ਕਿ ਯਾਰ ਇਹ ਖਾਦਾ ਮੈਨੂੰ ਉਹਨੇ ਨੁਕਸਾਨ ਕੀਤਾ। ਇਹ ਫਾਊਂਡੇਸ਼ਨ ਬਿਲਟ ਹੋਈ ਹੈ। ਹਾਂਜੀ, ਅੱਜ ਮੈਂ ਕਹਿ ਰਿਹਾ ਕਿ ਸਾਡੀਆਂ ਬੁਨਿਆਦਾਂ ਪਈਆਂ ਹੋਈਆਂ, ਬੁਨਿਆਦਾਂ ਪਈਆਂ। ਪੌਲ ਜੀ ਮੈਂ ਉਹ ਹੱਸ ਰਿਹਾ ਸੀ ਆਪਣੇ ਬੇਟੇ ਨਾਲ ਵੀ, ਉਹ ਮੈਨੂੰ ਕਹਿੰਦਾ ਕਿ ਤੁਸੀਂ ਦੱਸੋ, ਤੁਸੀਂ ਜਦੋਂ ਮੇਰੇ ਏਜ ਸੀ ਤੁਸੀਂ ਕੀ ਕਰਦੇ ਸੀ? ਮੈਂ ਕਿਹਾ ਪੁੱਤਰ, ਅਸੀਂ ਵੇਟ ਕਰਦੇ ਕਿ ਸਾਡੇ ਪਿਓ ਮਾਂ ਦੁਪਹਿਰ ਨੂੰ ਸੌ ਜਾਣ ਤੇ ਅਸੀਂ ਜਿਹੜਾ ਹੈ ਜਾਈਏ, ਔਰ ਸਾਰੀ ਦੁਪਹਿਰ ਅਸੀਂ ਛੱਪੜਾਂ 'ਚ ਨਹਾਉਣਾ ਹੁੰਦਾ ਸੀ। ਅੱਛਾ, ਅਸੀਂ ਜਦੋਂ ਵਾਪਸ ਆਉਂਦੇ, ਇਹ ਸਾਡੇ ਰੂਟੀਨ ਸੀ। ਜਦੋਂ ਮੈਂ ਛੋਟਾ ਸੀ, ਮੈਂ ਪ੍ਰਾਇਮਰੀ 'ਚ ਪੜ੍ਹਦਾ ਸੀ, ਅਸੀਂ ਪੌਲ ਜੀ ਦੁਪਹਿਰ ਨੂੰ ਜੋ ਹੀ ਸੌਣਾ ਨਾ ਵਾਲਦਾ ਨਾ, ਕਿਉਂਕਿ ਉਦੋਂ ਰੂਟੀਨ ਸੀ, 3-4 ਘੰਟੇ ਆਰਾਮ ਕਰਦੇ ਹੁੰਦੇ ਸੀ, ਅਸੀਂ ਨਿਕਲ ਜਾਂਦੇ ਸੀ ਘਰ, ਧੁੱਪ 'ਚ ਫਿਰਨਾ ਸਾਰਾ ਦਿਨ, ਉਹਦੇ ਨਾਲ ਸਟਰੋਂਗ ਹੁੰਦਾ ਸੀ ਅਸੀਂ। ਕੀ ਬਾਤ। ਭਾਜੀ ਮੇਰਾ ਕਾਲ ਹੈ, ਸ਼ੇਅਰ ਲੈ ਲਈ। ਅੱਛਾ, ਹੈਲੋ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ, ਕਿੱਥੇ ਬੋਲ ਰਹੇ ਭਾਜੀ? ਹੋ ਜੀ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਬਰਮਿੰਘਮ ਤੋਂ ਬਲਜੀਤ ਬੋਲਦੀ ਹਾਂ। ਹਾਂਜੀ ਹਾਂਜੀ, ਅਸੀਂ ਡਾਕਟਰ ਨਾਲ ਗੱਲ ਕਰਨੀ ਚਾਹੁੰਦੇ ਸੀ। ਬਿਲਕੁਲ, ਡਾਕਟਰ ਸਾਹਿਬ ਮੇਰੇ ਨਾਲ ਬੈਠੇ ਹੋ, ਤੁਹਾਨੂੰ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਅੱਛਾ ਜੀ, ਅਸੀਂ ਬਸ ਡਾਕਟਰ ਦਾ ਥੈਂਕ ਯੂ ਵੈਰੀ ਮੱਚ ਕਰਨਾ ਚਾਹੁੰਦੇ ਹਾਂ। ਤੇ ਸਾਡੇ ਬਹੁਤ ਚਿਰ ਤੋਂ ਮੇਰੀ ਪ੍ਰੋਬਲਮ ਸੀਗੀ ਸਕੈਨ ਦੀ, ਜਿੱਦਾਂ ਖਾਜ ਬਹੁਤ ਆਉਂਦੀ ਹੁੰਦੀ ਸੀ। ਅੱਛਾ, 10-15 ਸਾਲ ਤੋਂ ਇਹ ਪ੍ਰੋਬਲਮ ਆ ਰਹੀ ਸੀਗੀ, ਤੇ ਬਹੁਤ ਦਵਾਈਆਂ ਵੀ ਖਾਧੀਆਂ, ਤੇ ਡਾਕਟਰ ਨੇ ਇੱਕ ਗੋਲੀ ਦੇ ਦਿੱਤੀ ਸੀ, ਰੋਜ਼ ਇੱਕ ਗੋਲੀ ਖਾਣੀ ਆ ਤੇ ਬਸ ਟਿਊਬ ਲਾਉਣੀ ਆ। ਤੇ ਫਿਰ ਅਸੀਂ ਡਾਕਟਰ ਨੂੰ ਮਿਲੇ, ਡਾਕਟਰ ਨੇ ਦਵਾਈ ਦਿੱਤੀ ਤੇ ਅਸੀਂ ਉਹਦੇ ਨਾਲ ਐਨ ਠੀਕ ਆ। ਸ਼ੁਕਰ ਸ਼ੁਕਰ। ਤੇ ਹੁਣ ਸਾਡੇ ਕੋਈ ਪ੍ਰੋਬਲਮ ਨਹੀਂ ਆਉਂਦੀ, ਸਕੈਨ ਜਿੱਦਾਂ ਖਾਜ ਨਹੀਂ ਆਉਂਦੀ, ਇਹ ਛਾਲੇ ਹੋ ਜਾਂਦੇ ਸੀ ਖਾਜ ਹੋ ਕੇ, ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਤੇ ਅਸੀਂ ਡਾਕਟਰ ਨੂੰ ਬਸ ਥੈਂਕ ਯੂ ਵੈਰੀ ਵੈਰੀ ਮੱਚ ਕਰਨਾ ਚਾਹੁੰਦੇ ਹਾਂ। ਥੈਂਕ ਯੂ ਵੈਰੀ ਮੱਚ। ਹੋਰ ਵੀ ਆਪਣੇ ਭੈਣ ਭਾਈ ਜੋ ਵੀ ਸੁਣਦੇ ਆ, ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਬਸ ਆਪਣੇ ਰੱਬ ਦੇ ਭਰੋਸਾ ਰੱਖ ਕੇ ਤੇ ਡਾਕਟਰ ਬੱਲੀ ਕੋਲ ਦਵਾਈ ਲਓ ਤੇ ਬਿਲਕੁਲ ਠੀਕ ਹੋ ਜਾਓਗੇ। ਡਾਕਟਰ ਤੋਂ ਯਾਦ ਹੈ ਕੌਣ ਹੈ ਪੇਸ਼ੈਂਟ? ਮੇਰੀ ਤੁਹਾਡੇ ਨਾਲ ਮੇਰੀ ਲਾਸਟ ਵੀਕ ਹੋਈ ਸੀ ਗੱਲ।
ਹਾਂਜੀ 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 ਡਾਕਟਰ ਲਾਸਟ ਹੋਈ ਵੀਕ ਸੀ ਤੁਹਾਡੇ ਅੱਛਾ ਨਾਲ ਅੱਛਾ ਗੱਲ ਠੀਕ ਹੈ ਹਾਂਜੀ ਮੇਰਾ ਖਿਆਲ ਹੈ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਪਲੀਜ਼ ਆ ਕੇ ਨਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਟੀਵੀ ਦੇ ਅੱਛਾ ਉੱਤੇ ਅੱਛਾ ਹਾਂਜੀ 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 ਬਹੁਤ ਤੇ ਹਾਂ ਮਿਹਰਬਾਨੀ ਡਾਕਟਰ ਤੁਸੀਂ ਐਨ ਮੇਰੀ ਸਕਿਨ ਠੀਕ ਆ ਬਿਲਕੁਲ ਖਾਜ ਤੋਂ ਮੈਂ ਬਸ ਮੁਕਤ ਹੋ ਗਿਆ ਜਦ ਖਾਜ ਨਹੀਂ ਹੋਣ ਆਉਂਦੀ ਮੇਰੀ ਸਕਿਨ ਤੇ ਸ਼ੁਕਰ ਹੋਰ ਵੀ ਨਿੱਕੀਆਂ ਨਿੱਕੀਆਂ ਕਈ ਪ੍ਰੋਬਲਮਾਂ ਸੀਗੀਆਂ ਉਹ ਵੀ ਸਾਰੀਆਂ ਠੀਕ ਹੋ ਗਈਆਂ ਸ਼ੁਕਰ ਤੇ ਹੈ ਮੈਂ ਤਾਂ ਸੋਹਣਾ ਬਹੁਤ ਬਹੁਤ ਤੁਹਾਡਾ ਥੈਂਕ ਯੂ ਵੈਰੀ ਮਚ ਕਰਦੀ ਆ ਤੇ ਹੋਰ ਬਹੁਤ ਵੀ ਸਾਡੇ ਕਈ ਮੈਂਬਰਾਂ ਨੇ ਦਵਾਈ ਲਈ ਆ ਡਾਕਟਰ ਕੋਲੋਂ 4-5 ਮੈਂਬਰ ਹੋਰ ਵੀ ਸੀਗੇ ਉਹਨਾਂ ਨੂੰ ਵੀ ਕਾਫੀ ਫਰਕ ਪਿਆ ਆ ਥੈਂਕ ਯੂ ਵੈਰੀ ਮਚ ਭੈਣ ਜੀ ਥੈਂਕ ਯੂ ਭੈਣ ਜੀ ਕਾਲ ਕਰਨ ਦਾ ਥੈਂਕ ਯੂ ਤੁਹਾਡੀ ਬਹੁਤ ਕਿ ਸਾਨੂੰ ਡਾਕਟਰ ਬੱਲੀ ਮਿਲਿਆ ਭੈਣ ਜੀ ਥੈਂਕ ਯੂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਇੱਦਾਂ ਹੀ ਅਕਾਲ ਚੈਨਲ ਨੂੰ ਦੇਖਦੇ ਰਹੋ ਤੇ ਡਾਕਟਰ ਸਾਹਿਬ ਦਾ ਪ੍ਰੋਗਰਾਮ ਤੁਸੀਂ ਦੇਖਿਆ ਕਰੋ ਅਕਾਲ ਚੈਨਲ ਨੂੰ ਸਪੋਰਟ ਕਰੋ ਬਹੁਤ ਅੱਛਾ ਲੱਗਿਆ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛੇ ਡਾਕਟਰ ਸਾਹਿਬ ਤੁਹਾਡੀ ਇੱਕ ਬੜੀ ਹੈ ਤੁਸੀਂ ਕਿੰਨੇ ਤੁਹਾਡੇ ਪੇਸ਼ੈਂਟ ਹੈਗੇ ਹਜ਼ਾਰਾਂ ਦੇ ਤਾਦਾਦ 'ਚ ਤੁਸੀਂ ਬੰਦਿਆਂ ਨੂੰ ਪੇਸ਼ੈਂਟ ਨੂੰ ਪਛਾਣ ਲੈਂਦੇ ਸਾਰਿਆਂ ਨੂੰ ਹਾਂਜੀ ਮੈਂ ਇਹਨਾਂ ਨੇ ਮੈਨੂੰ ਦੱਸਿਆ ਨਾ ਬਹੁਤ ਹੈਪੀ ਸੀ ਜ਼ਾਹਿਰ ਹੈ ਇੱਕ ਤੁਹਾਡਾ ਪ੍ਰੋਬਲਮ ਹੋਏ ਜਿਹੜਾ ਸਾਲਾਂ ਤੋਂ ਚੱਲ ਰਿਹਾ ਹੋਏ ਔਰ ਤੁਹਾਨੂੰ ਸਮਝ ਨਹੀਂ ਔਰ ਤੁਹਾਨੂੰ ਲਾ ਦਿੱਤਾ ਜਾਏ ਕਿ ਬਸ ਇਹ ਗੋਲੀ ਸਾਰੀ ਲਾਈਫ ਲਈ ਖਾਈ ਜਾਣੀ ਹੈ ਔਰ ਉਸ ਗੋਲੀ ਫਿਰ ਉਹ ਐਂਟੀ ਹਿਸਟਾਮਿਨ ਹੁੰਦੀ ਹੈ ਸਿਟਰੋਜ਼ਿਨ ਜਾਂ ਇਹੋ ਜੀ ਤੇ ਉਹ ਗੋਲੀ ਵੀ ਇੱਕ ਸਟੇਜ ਤੇ ਕੰਮ ਛੱਡ ਦਿੰਦੀ ਹੈ ਫਿਰ ਉਹਨੂੰ ਕਹਿੰਦੇ ਨੇ ਸਟੀਰਾਇਡ ਦੀਆਂ ਕਰੀਮਾਂ ਲਾ ਕੇ ਸਕਿਨ ਨੂੰ ਬਰਨ ਕਰਨਾ ਸ਼ੁਰੂ ਕਿਉਂਕਿ ਸਟੀਰਾਇਡ ਦੀ ਕਰੀਮ ਤੁਹਾਡੀ ਸਕਿਨ ਨੂੰ ਜਲਾ ਦਿੰਦੀ ਹੈ ਸਕਿਨ ਥਿਨ ਹੋ ਜਾਂਦੀ ਹੈ ਤੇ ਬਹਿਰਲ ਉਹ ਬੜੇ ਹੈਪੀ ਸੀ ਲਾਸਟ ਵੀਕ ਜਦੋਂ ਮੈਂ ਕਿਹਾ ਚਲੋ ਫਿਰ ਤੁਸੀਂ ਪਲੀਜ਼ ਆ ਕੇ ਦੱਸਣਾ ਆਪਣਾ ਸ਼ੇਅਰ ਕਰਨਾ ਅਗਰ ਟਾਈਮ ਮਿਲ ਜਾਏ ਤੇ ਉਹ ਠੀਕ ਹੋ ਗਏ ਨੇ ਉਹਨਾਂ ਦਾ ਸਾਰਾ ਐਕਸਮਾ ਸੀ ਜੋ ਵੀ ਉਹਨਾਂ ਨੂੰ ਆਉਂਦੇ ਸਨ ਔਰ ਇਤਨੀ ਖੌਫਨਾਕ ਇਚਿੰਗ ਹੁੰਦੀ ਸੀ ਕਿ ਉਹ ਕਹਿੰਦੇ ਸੀ ਮੈਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਔਰ ਦਿਨ ਨੂੰ ਵੀ ਨਹੀਂ ਆਉਂਦੀ ਚੈਨ ਨਹੀਂ ਆਉਂਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਸ ਮੁਸੀਬਤ ਚੋਂ ਕਿਵੇਂ ਨਿਕਲਾਂਗੀ ਪਰ ਜੇ ਇੱਦਾਂ ਦੀ ਗੱਲਾਂ ਸੁਣ ਕੇ ਸਾਰਾ ਕੁਝ ਜਿਹੜੇ ਬਿਮਾਰੀਆਂ ਛੋਟੀਆਂ ਮੋਟੀਆਂ ਇੰਨੇ ਟੌਪਿਕ ਹੁੰਦੇ ਨੇ ਟੌਪ ਕਰਨ ਵਾਲੇ ਸੋ ਮਚ ਟੌਪਿਕ ਤੁਹਾਡੇ ਤੱਕ ਤੁਸੀਂ ਖਤਮ ਨਹੀਂ ਹੋ ਸਕਦੇ ਟੌਪਿਕ ਨਹੀਂ ਹੋ ਦੇਖੋ ਹਿਊਮਨ ਹੈਲਥ ਨੂੰ ਤੁਸੀਂ ਕਵਰ ਕਰ ਹੀ ਨਹੀਂ ਸਕਦੇ ਕਰ ਹੀ ਨਹੀਂ ਸਕਦੇ ਇਹ ਪੋਸੀਬਲ ਨਹੀਂ ਹੈ ਇਹ ਇਤਨਾ ਕੰਪਲਿਕੇਟਡ ਇੱਕ ਸਿਸਟਮ ਬਣਾ ਦਿੱਤਾ ਹੈ ਰੱਬ ਨੇ ਕਿ ਮੈਂ ਕਹਿੰਦਾ ਪੂਰੀ ਦੁਨੀਆ 7 ਬਿਲੀਅਨ ਲੋਕ ਇਹਨੂੰ ਸਟੱਡੀ ਕਰਨਾ ਸ਼ੁਰੂ ਕਰ ਦੇਣ ਤੇ ਉਹ ਨਹੀਂ ਪਹੁੰਚ ਸਕਦੇ ਇਹਦੇ ਤੱਕ ਠੀਕ ਹੈ ਨਾ ਅੱਛਾ ਬਾਕੀ ਇੱਕ ਚੀਜ਼ ਹੋਰ ਮੈਂ ਆਪਾਂ ਬੱਚਿਆਂ ਦੇ ਡਾਈਜੈਸਟਿਵ ਸਿਸਟਮ ਦੇ ਰੈਫਰੈਂਸ ਨਾਲ ਗੱਲ ਕਰ ਰਹੇ ਹਾਂ ਤੇ ਇੱਕ ਦੋ ਹੋਰ ਚੀਜ਼ਾਂ ਮੈਂ ਜ਼ਰੂਰ ਦੱਸਾਂਗਾ ਇੱਥੇ ਇੱਕ ਤੇ ਇਹ ਹੈ ਕਿ ਤੁਸੀਂ ਬੱਚਿਆਂ ਨੂੰ ਆਦਤ ਪਾਓ ਐਜੂਕੇਟ ਕਰੋ ਕਿ ਉਹ ਖਾਣੇ ਨੂੰ ਚਬਾਇਆ ਕਰਨ ਠੀਕ ਹੈ ਨਾ ਇਹ ਚੀਜ਼ ਯਾਦ ਰੱਖੋ ਪੌਲ ਜੀ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਅਗਰ ਤੁਸੀਂ ਮਸਲਨ ਇੱਕ ਪੂਰਾ ਆਲੂ ਲਓ ਔਰ ਉਹਨੂੰ ਉਬਾਲੋ ਤੁਹਾਨੂੰ ਜਿੰਨਾ ਟਾਈਮ ਉਸ ਆਲੂ ਨੂੰ ਗਲਾਉਣ 'ਚ ਲੱਗੇਗਾ ਅਗਰ ਉਹੀ ਆਲੂ ਦੇ ਪਤਲੇ ਪਤਲੇ ਟੁਕੜੇ ਕਰਕੇ ਉਬਾਲੋ ਤੇ ਉਹ ਸ਼ਾਇਦ ਕੁਆਟਰ ਟਾਈਮ ਘੱਟ ਲੱਗੇਗਾ ਹਾਂਜੀ ਠੀਕ ਹੈ ਨਾ ਇਸੇ ਤਰ੍ਹਾਂ ਜਦੋਂ ਅਸੀਂ ਖਾਣਾ ਖਾਂਦੇ ਆ ਉਹ ਜਿੰਨੇ ਬਰੀਕ ਉਹਨੂੰ ਪਾਰਟੀਕਲਸ ਆਪਣਾ ਚਬਾ ਕੇ ਅਸੀਂ ਔਰ ਜਦੋਂ ਅਸੀਂ ਦੰਦਾਂ ਨਾਲ ਚਬਾਉਂਦੇ ਆ ਹੁਣ ਸਾਡੇ ਦੰਦ ਦੇ ਵਿੱਚ ਜਿਹੜੇ ਰਿਜਸ ਨੇ ਨਾ ਇਹ ਰੱਬ ਨੇ ਇਹਨਾਂ ਦੇ ਵੀ ਡਿਜ਼ਾਈਨ ਤੇ ਗੱਲ ਕਰਾਂਗੇ ਜੇ ਦੰਦਾਂ ਦਾ ਰੱਬ ਨੇ ਡਿਜ਼ਾਈਨ ਬਣਾਇਆ ਇਹ ਇਸ ਤਰ੍ਹਾਂ ਬਣਾਏ ਹੋਏ ਨੇ ਕਿ ਜਦੋਂ ਅਸੀਂ ਫੂਡ ਨੂੰ ਵੈਜੀਟੇਬਲ ਨੂੰ ਕਿਸ ਚੀਜ਼ ਨੂੰ ਚਬਾਉਂਦੇ ਆ ਤੇ ਅਸੀਂ ਉਹਦਾ ਸੈੱਲ ਤੋੜ ਦਿੰਦੇ ਆ ਜਦੋਂ ਉਹ ਸੈੱਲ ਟੁੱਟ ਜਾਂਦਾ ਉਹਦੇ ਅੰਦਰ ਜੋ ਵੀ ਕੰਮ ਦੀਆਂ ਚੀਜ਼ਾਂ ਹੁੰਦੀਆਂ ਨੇ ਬਾਹਰ ਆ ਜਾਂਦੀਆਂ ਉਹ ਫਿਰ ਸਾਡਾ ਸਟਮਕ ਜਿਹੜਾ ਹੈ ਉਹਨਾਂ ਨੂੰ ਪ੍ਰੋਪਰਲੀ ਐਬਜ਼ੌਰਬ ਕਰ ਲੈਂਦਾ ਡਾਈਜੈਸਟ ਕਰ ਲੈਂਦਾ ਪ੍ਰੋਸੈਸ ਕਰ ਲੈਂਦਾ ਉਹ ਸਾਡੇ ਲਈ ਯੂਜ਼ ਲੇਕਿਨ ਅਗਰ ਅਸੀਂ ਉਹਨੂੰ ਚੰਗੀ ਤਰ੍ਹਾਂ ਚਬਾਵਾਂਗੇ ਨਹੀਂ ਔਰ ਉਹ ਫੂਡ ਬੜੇ ਬੜੇ ਪੀਸਿਸ ਦੀ ਸੂਰਤ ਸਟਮਕ 'ਚ ਜਾਏਗੀ ਉਹ ਨਹੀਂ ਕਰ ਸਕੇਗਾ ਉਹਨੂੰ ਡਿਜ਼ੋਲਵ ਪਰ ਜੀ ਨੇ ਕਿ ਬੜੀ ਆਦਤ ਹੈ ਮੈਨੂੰ ਮੇਰੇ ਯਾਰ ਦੋਸਤ ਦੇਖਦੇ ਹੋਣੇ ਪ੍ਰੋਗਰਾਮ ਕਹਿਣਗੇ ਕਿ ਪਾਲ ਨੇ ਸਾਡੀ ਟੀਵੀ ਤੇ ਗੱਲ ਮੈਂ ਨਾਮ ਨਹੀਂ ਲਵਾਂਗਾ ਕੋਈ ਨਹੀਂ ਉਹਨਾਂ ਨੂੰ ਮੈਂ ਬੜੀ ਦਫਾ ਕਹਿੰਦਾ ਯਾਰ ਤੁਸੀਂ ਖਾਣਾ ਖਾਣੇ ਦਾ ਟਾਈਮ ਦੇਵੋ ਖਾਣੇ ਨੂੰ ਹਾਂ ਕੋਈ ਫੂਡ ਹਾਂ ਭਾਜੀ ਏਦਾਂ ਕਿਉਂ ਕਰਦੇ ਵਾਟ ਤੇ ਕੋਈ ਕੰਮ ਨਹੀਂ ਕੁਝ ਨਹੀਂ ਹੈ ਉਦੋਂ ਬੈਠ ਕੇ ਬੇਸ਼ੱਕ ਛੱਟੀ ਤੇ ਜਾ ਕੇ ਉਹਨੇ ਲੇਟ ਜਾਣਾ ਹੈ ਲੇਕਿਨ ਖਾਣਾ ਉਹਨਾਂ ਨੇ ਸਪੀਡ ਚਲਾ ਦੇਣੀ ਹੈ ਬਸ ਜਾਂ ਮਜ਼ਾ ਆ ਰਿਹਾ ਜਿਹਦੀ ਮੈਂ ਗੱਲ ਕਰ ਰਿਹਾ ਉਹਨੂੰ ਪਤਾ ਲੱਗ ਗਿਆ ਮੈਂ ਕਿਹਦੇ ਜਾਂ ਮਜ਼ਾ ਆ ਰਿਹਾ ਹੁੰਦਾ ਦਿਲ ਕਰਦਾ ਫਟਾਫਟ ਖਾ ਜਾਵਾਂ ਮੈਂ ਤੇ ਖਾਣਾ ਆਹਿਸਤਾ ਖਾਣਾ ਚਾਹੀਦਾ ਔਰ ਯਕੀਨਨ ਤੁਸੀਂ ਬੱਚਿਆਂ ਨੂੰ ਔਰ ਉਹਨਾਂ ਨੂੰ ਕਹੋ ਕਿ ਤੂੰ ਚਬਾ ਮੈਂ ਗਿਣਾਂਗਾ ਕਿ ਤੂੰ 30 ਦਫਾ ਚਬਾਉਂਦਾ 30 ਟਾਈਮ ਤੁਸੀਂ ਇੱਕ ਬਾਉਲ ਨੂੰ ਚੂ ਕਰਨਾ ਚਾਹੀਦਾ ਇੱਕ ਜਿਹੜਾ ਤੁਸੀਂ ਲੁਕਮਾ ਲੈਂਦੇ ਹੋ ਉਹਨੂੰ ਚੂ ਕਰਨਾ ਚਾਹੀਦਾ ਫਿਰ ਉਹਨੂੰ ਇਨ ਗੱਲ ਪਰ ਇਹ ਲੋਕ ਤਾਂ ਬੁਰਕੀ ਪਾ ਦਿੱਤੇ ਸਿੱਧੇ ਅੰਦਰ ਗਏ ਉਹ ਤੇ ਮੇਰਾ ਮਤਲਬ ਉਹ ਮੌਕਾ ਹੀ ਨਹੀਂ ਦਿੰਦੇ ਮੂੰਹ ਨੂੰ ਕੋਈ ਕੰਮ ਕਰ ਸਕੇ ਵਰਨਾ ਜਦੋਂ ਅਸੀਂ ਫੂਡ ਨੂੰ ਚਬਾਉਂਦੇ ਆ ਨਾ ਤੇ ਸਾਡਾ ਜਿਹੜਾ ਸਲਾਈਵਾ ਮੈਂ ਕਹਿਣ ਲੱਗਾ ਸੀ ਨਾ ਉਹ ਡਾਈਜੈਸਟਿਵ ਸਿਸਟਮ ਦਾ ਇੱਕ ਪਾਰਟ ਹੈ ਹਾਂ ਉਹ ਹੈਲਪ ਕਰਦਾ ਹੈ ਸਾਡੀ ਜਿਹੜੀ ਫੂਡ ਦੇ ਵਿੱਚ ਸ਼ੂਗਰ ਹੁੰਦੀ ਹੈ ਉਹ ਤੇ ਮੂੰਹ 'ਚ ਹੀ ਡਾਈਜੈਸਟ ਹੋਣਾ ਹੁਣ ਮੇਰੇ ਦਿਮਾਗ 'ਚ ਗੱਲ ਆਉਂਦੀ ਤੁਸੀਂ ਬੇਸ਼ੱਕ ਜ਼ਿਕਰ ਕਰਦੇ ਹੋ ਕਿ ਜਦੋਂ ਤੁਸੀਂ ਸਵੇਰ ਉੱਠਦੇ ਹੋ ਨਾ ਬਰਸ਼ ਕਰਨ ਤੋਂ ਪਹਿਲਾਂ ਉਹ ਪਾਣੀ ਰੱਖ ਕੇ ਉਹਨੂੰ ਪੀਆ ਕਰੋ ਹਾਂਜੀ ਟੇਕ ਦੈਟ ਇਨ ਫਸਟ ਸਾਰੀ ਸਲਾਵਾ ਅੰਦਰ ਜਾਵੇ ਅੰਦਰ ਜਾਏ ਲੇਕਿਨ ਇਹ ਚੀਜ਼ਾਂ ਨੂੰ ਅਸੀਂ ਕਰਨਾ ਬੰਦ ਕਰ ਦਿੱਤਾ ਪ੍ਰੋਬਲਮ ਇਹ ਹੈ ਇਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਬਹਿਰਲ ਇੱਕ ਤੇ ਬੱਚਿਆਂ ਨੂੰ
ਚੂ ਕਰਨ ਦੀ, ਫੂਡ ਚੂ ਕਰਨ ਦੀ ਆਦਤ ਪਾਓ। ਦੂਸਰਾ ਇਹ ਹੈ ਕਿ ਠੰਡੇ ਪਾਣੀ ਦੀ ਆਦਤ ਬੰਦ ਕਰਾਓ ਉਹਨਾਂ ਬੱਚਿਆਂ ਦੀ। ਉਹਨਾਂ ਨੂੰ ਪੀਣ ਲਈ ਜਿਹੜਾ ਹੈ ਨਾ, ਉਹਨਾਂ ਨੂੰ ਇੱਕ ਜਿਹੜਾ ਇੱਕ ਆਮ ਰੂਮ ਟੈਂਪਰੇਚਰ ਵਾਟਰ ਹੁੰਦਾ ਹੈ ਨਾ, ਉਹ ਦੇਣਾ ਚਾਹੀਦਾ ਹੈ। ਠੰਡੇ ਪਾਣੀ ਨਾਲ ਸਟਮਕ ਡੈਮੇਜ ਹੁੰਦਾ ਹੈ, ਠੰਡੇ ਪਾਣੀ ਨਾਲ ਸਟਮਕ ਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਹ ਬੱਚਿਆਂ ਦੀ ਬੜੀ ਆਦਤ, ਥੋੜੀ ਜਿਹੀ ਗਰਮੀ ਹੋਏਗੀ ਠੰਡੇ ਪਾਣੀ ਪੀਣੇ ਸ਼ੁਰੂ ਕਰ ਦੇਣਗੇ ਜਾਂ ਕੋਲਡ ਡਰਿੰਕਸ ਲੈਣਗੇ। ਇਹ ਤੁਹਾਨੂੰ ਉਹਨਾਂ ਨੂੰ ਸਮਝਾਉਣਾ ਪਏਗਾ, ਠੀਕ ਹੈ? ਕਿਉਂਕਿ ਜਦੋਂ ਤੁਸੀਂ ਠੰਡਾ ਪਾਣੀ ਲੈਂਦੇ ਹੋ ਨਾ, ਪਾਣੀ ਦਾ ਅਸੂਲ ਇਹ ਹੈ, ਜਿਸ ਤਰ੍ਹਾਂ ਸਾਡੀ ਰੱਬ ਨੇ ਸਿਸਟਮ ਨੂੰ ਡਿਜ਼ਾਈਨ ਕੀਤਾ ਹੈ ਔਰ ਇਹ ਐਕਸਪੈਰੀਮੈਂਟਸ ਨੇ ਪ੍ਰੂਵ ਕੀਤਾ ਹੈ ਕਿ ਪਾਣੀ ਨੂੰ ਸਾਡੇ ਸਟਮਕ ਵਿੱਚ ਨਹੀਂ ਖੜਾ ਹੋਣਾ ਚਾਹੀਦਾ। ਉਹਦਾ ਕੋਈ ਕੰਮ ਨਹੀਂ ਹੈ ਸਟਮਕ ਵਿੱਚ। ਅਸੀਂ ਪੀਏ ਉਹ ਸਿੱਧਾ ਅੰਦਰਾਂ ਚਲਾ ਜਾਏ, ਉੱਥੇ ਜਾ ਕੇ ਐਬਜ਼ੌਰਬ ਹੋਵੇ। ਅਗਰ ਤੁਸੀਂ ਠੰਡਾ ਪਾਣੀ ਪੀਂਦੇ ਹੋ ਨਾ ਤਾਂ ਤੁਹਾਡਾ ਸਟਮਕ ਉਹਨੂੰ ਰੋਕ ਲੈਂਦਾ ਹੈ, ਕਿਉਂਕਿ ਉਹ ਉਹਨੂੰ ਸਭ ਤੋਂ ਪਹਿਲੇ ਤੁਹਾਡੀ ਬਾਡੀ ਟੈਂਪਰੇਚਰ ਦੇ ਮੁਤਾਬਿਕ ਕਰੇਗਾ, ਫਿਰ ਆਂਦਰਾਂ ਜਾਣ ਦੇਗਾ, ਠੀਕ ਹੈ ਨਾ? ਉੱਥੇ ਫਿਰ ਤੁਹਾਡਾ ਸਟਮਕ ਜਿਹੜਾ ਹੈ ਅੰਡਰ ਸਟ੍ਰੈਸ ਆ ਜਾਂਦਾ ਹੈ। ਤੇ ਅਗਰ ਤੁਸੀਂ ਰੂਮ ਟੈਂਪਰੇਚਰ ਜਾਂ ਬਲਕਿ ਥੋੜਾ ਜਿਹਾ ਲੂਕ ਵਾਰਮ ਵਾਟਰ ਪੀਓਗੇ ਨਾ, ਹਲਕਾ ਜਿਹਾ, ਗਰਮ ਨਹੀਂ, ਤੱਤਾ ਪਾਣੀ ਨਹੀਂ, ਹਲਕਾ ਜਿਹਾ, ਉਹ ਜੋ ਹੀ ਅੰਦਰ ਜਾਏਗਾ, ਸੈਂਸਰੀ ਆਰਗਨ ਲੱਗੇ ਨੇ, ਉਹ ਦੱਸ ਦਿੰਦੇ ਨੇ ਕਿ ਇਸ ਪਾਣੀ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ, ਉਹ ਡਾਇਰੈਕਟ ਪਾਸ ਹੋ ਕੇ ਇੰਟੈਸਟਾਈਨ। ਕੀ ਬਾਤ ਹੈ, ਕੀ ਬਾਤ ਹੈ ਯਾਰ। ਸੋਫਿਸਟੀਕੇਟਡ ਸਿਸਟਮ ਦੇਖੋ ਤੁਸੀਂ ਕਿਸ ਕਮਾਲ ਦਾ ਸਿਸਟਮ ਹੈ। ਇੱਕ ਇੱਕ ਚੀਜ਼ ਇੱਥੋਂ ਜੋ ਹੀ ਅਸੀਂ ਫੂਡ ਨੂੰ ਮੂੰਹ ਦੇ ਵਿੱਚ ਲੈ ਕੇ ਜਾਂਦੇ ਆ ਨਾ, ਇੱਕਦਮ ਪੂਰੀ ਮਸ਼ੀਨਰੀ ਐਕਟੀਵੇਟ ਹੋ ਜਾਂਦੀ। ਮੂੰਹ 'ਚੋਂ ਹੀ ਸਿਗਨਲ ਜਾਣੇ ਸ਼ੁਰੂ ਹੋ ਜਾਂਦੇ ਨੇ ਸਟਮਕ ਨੂੰ, ਕਿਸ ਕਿਸਮ ਦੀ ਫੂਡ ਹੈ, ਇਹਨੂੰ ਡਾਈਜੈਸਟ ਕਰਨ ਲਈ ਕਿੰਨਾ ਸਟਰੋਂਗ ਐਸਿਡ ਚਾਹੀਦਾ ਹੈ। ਇੰਟੈਸਟਾਈਨ ਨੂੰ ਮੈਸੇਜ ਜਾਣੇ ਸ਼ੁਰੂ ਹੋ ਜਾਂਦੇ ਨੇ, ਲਿਵਰ ਨੂੰ ਮੈਸੇਜ ਜਾਣੇ ਸ਼ੁਰੂ ਹੋ ਜਾਂਦੇ ਨੇ ਕਿ ਇਤਨੀ ਬਾਇਲ ਦੀ ਜ਼ਰੂਰਤ ਪੈ ਸਕਦੀ ਹੈ। ਇਹ ਜੋ ਹੀ ਸਾਡੇ ਮੂੰਹ 'ਚ ਪੂਰਾ ਇੱਕ ਸਿਸਟਮ ਲੱਗਾ ਹੈ, ਸੈਂਸਰੀ ਉਹ ਨੇ ਸੈੱਲ ਬਣੇ ਹੋਏ ਨੇ ਜਿਹੜੇ ਇਨਪੁਟ ਕਲੈਕਟ ਕਰ ਰਹੇ ਨੇ, ਉਹਨੂੰ ਪ੍ਰੋਸੈਸ ਕਰ ਰਹੇ ਨੇ, ਬ੍ਰੇਨ ਨੂੰ ਭੇਜ ਰਹੇ ਨੇ, ਬ੍ਰੇਨ ਫਰਦਰ ਪ੍ਰੋਸੈਸ ਕਰਕੇ ਰੈਲੀਵੈਂਟ ਆਰਗਨ ਨੂੰ ਦੱਸ ਰਿਹਾ ਕਿ ਪੌਲ ਜੀ ਜਿਹੜੇ ਨੇ ਨਾ, ਇਹਨਾਂ ਨੇ ਹੁਣ ਗੋਭੀ ਖਾਈ ਹੈ ਤੇ ਨਾਲ ਇਹਨਾਂ ਨੇ ਖਾਈ ਹੈ ਇੱਕ ਕੁਲਚਾ ਖਾ ਲਿਆ, ਇਹਨਾਂ ਨੇ ਫਲਾਂ ਕੁਲਚਾ ਹਾਊਸ ਤੋਂ ਨਾਨ ਖਾ ਲਿਆ, ਤੇ ਇਹਨੂੰ ਡਾਈਜੈਸਟ ਕਰਨ ਲਈ ਜ਼ਿਆਦਾ ਸਟਰਗਲ ਕਰਨੀ ਪਏਗੀ। ਬਿਲਕੁਲ। ਫਿਰ ਉਹਦੇ ਮੁਤਾਬਿਕ ਹੀ ਬਾਡੀ ਪ੍ਰੀਪੇਅਰ ਹੋ ਜਾਏਗੀ, ਤੁਹਾਡਾ ਸਟਮਕ ਪ੍ਰੀਪੇਅਰ ਹੋ ਜਾਏਗਾ, ਤੁਹਾਡੀ ਇੰਟੈਸਟਾਈਨ ਪ੍ਰੀਪੇਅਰ ਹੋ ਜਾਏਗੀ, ਲਿਵਰ ਰੈਡੀ ਹੋ ਜਾਏਗਾ, ਪੈਨਕ੍ਰੀਆਸ ਰੈਡੀ ਹੋ ਜਾਏਗਾ। ਲੇਕਿਨ ਅਗਰ ਤੁਸੀਂ ਲਿਆ ਹੜਪ ਕਰਕੇ ਅੰਦਰ ਸੁੱਟਿਆ, ਹੁਣ ਸੈਂਸਰੀ ਫੀਡ ਇਨਪੁਟ ਤੇ ਨਹੀਂ ਮਿਲ ਸਕਿਆ ਬਾਡੀ ਨੂੰ, ਪੂਰਾ ਪ੍ਰੋਪਰ ਨਹੀਂ ਪਤਾ ਚੱਲ ਸਕਿਆ ਸਮਾਨ ਕੀ ਆ ਰਿਹਾ ਅੰਦਰ। ਪਰ ਜਨ ਇੱਕ ਤੇ ਹੈਗਾ ਬਾਡੀ ਹੈਗੀ, ਤੁਸੀਂ ਇਹਨੂੰ ਪ੍ਰੋਪਰ ਫਿਊਲ ਦਵੋ। ਜੇ ਉਹਨੂੰ ਫਿਊਲ ਚਾਹੀਦਾ ਤੇ ਕਿੱਦਾਂ ਖਰਾਬ ਹੋ ਸਕਦੀ ਹੈ? ਨਹੀਂ ਹੋ ਸਕਦੀ, ਇਹ ਖਰਾਬ ਹੋਣ ਲਈ ਬਣਾਈ ਨਹੀਂ ਹੈ। ਦੇਖੋ ਮੈਂ ਪੌਲ ਜੀ, ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਕਿ ਕਿਹਾ ਸੀਗਾ ਕਿ ਨੈਚੁਰਲ ਮੈਡੀਸਨ ਵਿੱਚ ਜਿਹੜੇ ਮੇਰੇ ਉਸਤਾਦ ਨੇ, ਉਹ ਬੜੀ ਆਸਾਨੀ ਨਾਲ ਕਹਿੰਦੇ ਨੇ ਕਿ 120 ਇਅਰਸ ਤੱਕ ਅਸੀਂ ਕਿੱਥੇ ਨਹੀਂ ਜਾਵਾਂਗੇ, ਕੋਈ ਐਕਸੀਡੈਂਟ ਹੋ ਜਾਏ ਅਲੱਗ ਗੱਲ ਹੈ, ਲੇਕਿਨ ਸਾਡੀ ਬਾਡੀ ਨਹੀਂ ਫੇਲ ਹੋਏਗੀ। ਲੇਕਿਨ ਹੁਣ ਤੇ 150 ਦੀਆਂ ਗੱਲਾਂ ਹੋ ਰਹੀਆਂ, 250 ਦੀਆਂ ਗੱਲਾਂ ਹੋ ਰਹੀਆਂ ਨੇ। ਕਿਉਂ ਹੋ ਰਹੀਆਂ ਨੇ? ਕਿ ਹੁਣ ਅਸੀਂ ਮੈਡੀਕਲੀ ਉਸ ਪੁਆਇੰਟ ਤੇ ਪਹੁੰਚ ਗਏ ਹਾਂ ਕਿ ਸਾਡੇ ਕੋਲ ਟੂਲਸ ਨੇ ਕਿ ਅਸੀਂ ਦੇਖੀਏ ਪੌਲ ਜੀ ਹੈ ਨੇ, ਅੱਛਾ ਪੌਲ ਜੀ ਦਾ ਪੂਰਾ ਜੈਨੇਟਿਕ ਜਿਹੜਾ ਸਟਰਕਚਰ ਹੈ ਮੈਂ ਉਹਨੂੰ ਦੇਖਾਂਗਾ, ਮੈਨੂੰ ਪਤਾ ਚੱਲ ਜਾਏਗਾ ਕਿ ਪੌਲ ਜੀ ਨੂੰ ਮੈਗਨੀਸ਼ੀਅਮ ਦੀ ਬਹੁਤ ਜ਼ਰੂਰਤ ਹੈ, ਕੈਲਸ਼ੀਅਮ ਬੜਾ ਘੱਟ ਚਾਹੀਦਾ ਹੈ, ਪੌਲ ਜੀ ਨੂੰ ਵਿਟਾਮਿਨ ਬੀ ਕੰਪਲੈਕਸ ਬਹੁਤ ਮਸਟ ਚਾਹੀਦੇ ਨੇ, ਲੇਕਿਨ ਇਹਨਾਂ ਨੂੰ ਵਿਟਾਮਿਨ ਕੇ ਬਹੁਤ ਘੱਟ ਚਾਹੀਦਾ। ਇਹਨਾਂ ਨੂੰ ਜ਼ਿਆਦਾ ਫੈਟ ਸੋਰਸ ਦੇਣੀ ਚਾਹੀਦੀ ਹੈ, ਇਹਨਾਂ ਦੀ ਪ੍ਰੋਟੀਨ ਡਾਈਟ ਵਿੱਚ ਘੱਟ ਹੋਈ। ਇਹ ਪੂਰਾ ਪਲਾਨ ਜਿਹੜਾ ਹੈ ਸਾਡੇ ਕੋਲ ਰਿਸੋਰਸਸ ਨੇ, ਅਸੀਂ ਪੂਰਾ ਕਰ ਸਕਦੇ ਹਾਂ। ਅਗਰ ਤੁਹਾਨੂੰ ਅਸੀਂ ਮੈਡੀਕਲੀ ਚੈੱਕ ਕਰਕੇ ਟੈਸਟ ਕਰਕੇ ਤੁਹਾਨੂੰ ਦੱਸ ਦਈਏ ਕਿ ਪੌਲ ਜੀ ਇਹ ਨਿਊਟ੍ਰੀਐਂਟਸ ਤੋਂ ਜ਼ਰਾ ਥੋੜਾ ਜਿਹਾ ਘਟਾਣਾ ਹੈ, ਇਹ ਜ਼ਿਆਦਾ ਲੈਣੇ ਨੇ, 200 ਸਾਲ ਕੋਈ ਮਸਲਾ ਨਹੀਂ। ਪਰ ਜੀ ਇਹ ਤੇ ਦਵਾਈਆਂ ਖੁੱਲੀਆਂ ਖਾਣ ਨਾਲ ਇਲਾਜ ਹੀ ਹੋ ਗਿਆ ਸਿੱਧਾ ਹੀ। ਹਾਂਜੀ, ਅਗਰ ਤੁਸੀਂ ਡਾਈਟ ਇਹ ਅਸਲ ਟ੍ਰੀਟਮੈਂਟ ਇਹ ਹੈ, ਟ੍ਰੀਟਮੈਂਟ ਹੈ ਨਾ, ਅਸਲ ਟ੍ਰੀਟਮੈਂਟ ਇਹ ਹੈ ਕਿ ਤੁਸੀਂ ਉਸ ਪੇਸ਼ੈਂਟ ਦੀ, ਔਰ ਇਹ ਹੋਣਾ ਚਾਹੀਦਾ, ਇਹ ਹੋਏਗਾ, ਇਹ ਹੋਏਗਾ। ਅਸੀਂ ਨੈਚੁਰਲ ਮੈਡੀਸਨ ਵਿੱਚ ਇਹ ਕਰਦੇ ਹਾਂ, ਲੇਕਿਨ ਮੇਨ ਸਟ੍ਰੀਮ ਮੈਡੀਸਨ ਵਿੱਚ ਹਾਲੇ ਤੱਕ ਨਹੀਂ ਆਇਆ। ਇਹ ਹੋਏਗਾ ਕਿ ਤੁਹਾਨੂੰ ਜਿਹੜਾ ਵੀ ਪੇਸ਼ੈਂਟ ਹੈ ਉਹਨੂੰ ਅਸੈਸ ਕਰਨਾ ਚਾਹੀਦਾ ਹੈ ਕਿ ਕਿਹੜੇ ਨਿਊਟ੍ਰੀਐਂਟਸ ਨਾਲ ਇਹਦੀ ਬਾਡੀ ਖੁਸ਼ ਹੋ ਜਾਂਦੀ ਹੈ, ਬਾਡੀ ਜ਼ਿਆਦਾ ਅੱਛੇ ਤਰੀਕੇ ਨਾਲ ਫੰਕਸ਼ਨ ਕਰਨਾ ਸ਼ੁਰੂ ਕਰ ਦਿੰਦੀ, ਕਿਹੜੇ ਨਿਊਟ੍ਰੀਐਂਟਸ ਬਾਡੀ ਨੂੰ ਥੋੜਾ ਸਪਰੈਸ ਕਰ ਦਿੰਦੇ ਨੇ, ਔਰ ਕਿਸ ਕਿਸਮ ਦੀ ਫੂਡ ਇਹਦੀ ਬਾਡੀ ਲਾਈਕ ਕਰਦੀ ਹੈ। ਇਹਦੀ ਬਾਡੀ ਵੈਜੀਟੇਬਲ ਫੂਡ ਪਸੰਦ ਕਰਦੀ ਹੈ ਜਾਂ ਮੀਟ ਵਾਲੀ ਫੂਡ ਪਸੰਦ ਕਰਦੀ ਹੈ, ਐਨੀਮਲ ਸੋਰਸ ਪਸੰਦ ਕਰਦੀ। ਇਹ ਸਾਡੇ 'ਚੋਂ ਹਰ ਕੋਈ ਡਿਫਰੈਂਟ ਹੈ। ਪਰ ਜੇ ਮੈਂ ਤੁਹਾਨੂੰ ਇੱਕ ਸੀਕ੍ਰੇਟ ਦੱਸਦਾ, ਤੁਹਾਡੇ ਲੋਕਾਂ ਦੀ ਅੱਜ ਤੋਂ ਮੇਰੇ ਫਰੈਂਡ ਸਾਰਿਆਂ ਨੇ ਕਹਿਣਾ, ਜਿਹੜੇ ਮੇਰੇ ਜਾਣ ਪਛਾਣੇ ਕਿ ਅੱਜ ਸਾਡੀਆਂ ਗੱਲਾਂ ਕਰਨ ਲੱਗਾ, ਤੁਹਾਡੀ ਗੱਲਾਂ ਬੜੀ ਧਿਆਨ ਨਾਲ ਸੁਣਦੇ ਨੇ, ਬੜੇ ਗੌਰ ਨਾਲ ਸੁਣਦੇ ਨੇ, ਲੇਕਿਨ ਫਿਰ ਉਹ ਅਮਲ ਨਹੀਂ ਕਰਦੇ। ਹਾਂ, ਪਤਾ ਕੀ ਕਰਦੇ ਨੇ, ਅੱਜ ਵੀਕਐਂਡ ਹੈ, ਬੱਚਿਆਂ ਨੂੰ ਬਾਹਰ ਲੈ ਕੇ ਜਾਣਾ, ਅੱਛੀ ਚਲੋ ਫਿਲਮ ਤੇ ਲੈ ਕੇ ਚੱਲਦੇ ਆ,
ਬੱਚੇ ਬੜੇ ਖੁਸ਼ ਹੋ ਜਾਂਦੇ ਨੇ ਹੈ ਅੱਧੇ ਡੈਡ ਨੂੰ ਹੱਗ ਕਰਦੇ ਮਾਂ ਨੂੰ ਹੱਗ ਕਰਦੇ ਨੇ ਵੀ ਹੈਡ ਅ ਵੰਡਰਫੁਲ ਡੇ ਪਹਿਲਾਂ ਉਹਨਾਂ ਨੂੰ ਕੋਈ 버ਗਰ ਲੈ ਦੇਣਾ ਹਾਂਜੀ। ਚਿਪਸ ਲੈ ਦੇਣਾ ਕੋਲਡ ਫਿਸ਼ ਡਰਿੰਕ ਦੇਣਾ ਵੀ ਆਈਸ ਪਾਈ ਹੋਈ ਹੈ ਹਾਂਜੀ। ਹੈ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਦਾ ਫੂਡ ਆ ਦੇ ਕੇ ਫਿਰ ਕਹਿੰਦੇ ਨੇ ਜਦ ਮੈਂ ਕਿਹਾ ਯਾਰ ਤੁਸੀਂ Enjoy ਕਰਵਾ ਕੇ ਆ ਰਹੇ ਮੈਂ ਕਿਹਾ ਯਾਰ ਬੱਚਿਆਂ ਤੁਸੀਂ ਡਾਕਟਰ ਦਾ ਪ੍ਰੋਗਰਾਮ ਦੇਖਿਆ ਕਰੋ ਕੀ ਕਰਦੇ ਹੋ ਉਹ ਯਾਰ ਇੱਕ ਦੋ ਦਫਾ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ, ਫਰਕ ਨਹੀਂ ਬੜਾ ਫਰਕ ਪੈਂਦਾ ਹੈ। ਦੇਖੋ ਅਸੀਂ ਇਹ ਨਹੀਂ ਕਹਿੰਦੇ ਆ ਕਿ ਤੁਸੀਂ ਮौज ਮੇਲਾ ਨਹੀਂ ਕਰਨਾ ਚਾਹੀਦਾ, ਬੱਚਿਆਂ ਨੂੰ ਅੱਛੀਆਂ ਚੀਜ਼ਾਂ ਨਾ ਖਿਲਾਓ, ਉਹਨਾਂ ਦਾ ਟੇਸਟ ਉਹਨਾਂ ਨੂੰ ਟੇਸਟ ਪਲੇਜਰ ਨਹੀਂ ਮਿਲਣਾ ਚਾਹੀਦਾ ਬਿਲਕੁਲ ਖੁਦ ਬਣਾਓ। ਤੁਸੀਂ ਘਰ ਬਿਹਤਰੀਨ ਕਿਸਮ ਦੀ ਚੀਜ਼ਾਂ ਬਣਾਓ। ਅਗਰ ਬੱਚਿਆਂ ਨੂੰ ਮੂਵੀ ਦਿਖਾਣ ਲੈ ਕੇ ਜਾਣਾ, ਖਾਣਾ ਘਰੋਂ ਖਾ ਕੇ ਜਾਓ, ਬਲਕਿ ਜਿਹੜੀ ਸਨੈਕਿੰਗ ਕਰਨੀ ਉਹ ਵੀ ਲੈ ਕੇ ਜਾਓ, ਉੱਥੋਂ ਸਿਨੇਮੇ ਜਾ ਕੇ ਖਾਓ। ਤੁਸੀਂ ਉੱਥੋਂ ਕਿਉਂ ਲੈਂਦੇ ਹੋ? ਕੋਈ ਮੁਸ਼ਕਿਲ ਚੀਜ਼ ਨਹੀਂ ਹੈ। ਕਿੰਨੀ ਦਫਾ ਅਸੀਂ ਇੱਥੇ ਬੈਠ ਕੇ ਜ਼ਿਕਰ ਕਰ ਚੁੱਕੇ ਹਾਂ ਕਿ ਉਹ ਜਿਹੜੀ ਪੰਜੀਰੀ ਜੀ ਹੁੰਦੀ ਹੈ ਉਹਦੀ ਰੈਸਿਪੀ ਅਸੀਂ ਫੇਸਬੁੱਕ ਤੇ ਸ਼ੇਅਰ ਕੀਤੀ ਹੈ, ਇੱਥੇ ਦੱਸੀ ਹੈ। ਮੇਰੇ ਆਫਿਸ ਚੋਂ ਕੋਈ ਵੀ ਬੰਦਾ ਫੋਨ ਕਰਕੇ ਉਹਨਾਂ ਨੂੰ ਕਹਿ ਸਕਦਾ ਕਿ ਉਹ ਪੰਜੀਰੀ ਜਿਹੜੀ ਬਣਾਉਂਦੇ ਆ ਤੁਸੀਂ ਉਹਦੀ ਸਾਨੂੰ ਇੰਤਹਾਈ ਟੇਸਟੀ ਹੁੰਦੀ ਹੈ, ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਤੁਸੀਂ ਉਹਨੂੰ ਐਜ਼ ਅ ਸਨੈਕਿੰਗ ਯੂਜ਼ ਕਰੋ, ਤੁਸੀਂ ਪਕੌੜੇ ਬਣਾ ਲਓ ਕਰੋ। ਪਰ ਸਰ ਵੱਡੀ ਗੱਲ ਤੇ ਇਹ ਜਿਹੜਾ ਵੀ ਤੁਸੀਂ ਮੈਂ ਜਿਵੇਂ ਸਿਨੇਮੇ ਦੀ ਗੱਲ ਕਰਾਂ, ਤੁਸੀਂ ਪਿਕਚਰ ਦੇਖਣ ਜਾਂਦੇ ਹੋ ਉੱਥੇ ਤੁਸੀਂ ਖਾਣ ਪੀਣ ਦਾ ਸਨੈਕ ਲੈਂਦੇ ਦੇ ਵੈਰੀ 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 ਐਕਸਪੈਂਸਿਵ, ਬਹੁਤ ਮਹਿੰਗਾ ਹੁੰਦਾ ਉਹ really ਨਾ expensive। ਸਿਰਫ ਤੁਹਾਡੀ ਪਾਕਟ ਤੇ ਐਕਸਪੈਂਸਿਵ ਨੇ, ਤੁਹਾਡੀ ਹੈਲਥ ਤੇ ਹੈ ਐਕਸਪੈਂਸਿਵ। ਉਹ ਦੂਜੀ ਗੱਲ ਹੈ ਅਸੀਂ ਇੰਨਾ ਮਹਿੰਗਾ ਦੇ ਕੇ ਫਿਰ ਅਸੀਂ ਨੁਕਸਾਨ ਕਰਦੇ ਹੋ। ਅਸੀਂ ਤੇ ਉਹ ਸਮਝ ਲਓ ਕਿ ਪੈਸੇ ਦੇ ਕੇ ਮੁਸੀਬਤ ਗੱਲ ਪਾ ਰਹੇ ਹੁੰਦੇ ਆ ਨਾ, ਤੇ ਕਿਉਂ ਕਰੀਏ ਅਸੀਂ? ਸਾਨੂੰ ਕਿਉਂ ਇਹਦੀ ਜ਼ਰੂਰਤ ਕੀ ਹੈ? ਜਾਂ ਤੇ ਤੁਹਾਡੇ ਕੋਲ ਆਲਟਰਨੇਟ ਅਵੇਲੇਬਲ ਨਾ ਹੋਏ। ਮਸਲਨ ਮੈਂ ਅਗਰ ਇੱਥੋਂ ਟਰੈਵਲ ਕਰਨਾ ਹੈ, ਫਰਜ਼ ਕਰੋ ਮੈਂ ਯੂਰਪ ਜਾਣਾ ਹੈ ਤੇ ਮੈਨੂੰ ਬਹਿਰਲ ਸਮੁੰਦਰ ਤੋਂ ਗੁਜ਼ਰਨਾ ਹੈ ਜਾਂ ਟਨਲ 'ਚ ਜਾਣਾ ਹੈ ਜਾਂ ਬੋਟ ਤੋਂ ਜਾਂ ਜਹਾਜ਼ 'ਚੋਂ, ਹੋਰ ਆਲਟਰਨੇਟ ਹੈ ਨਹੀਂ ਹੈ ਕਿਉਂਕਿ ਅਸੀਂ ਲੈਂਡ ਨਾਲ ਕਨੈਕਟਡ ਨਹੀਂ ਹੈ। ਅਗਰ ਤੁਹਾਡੇ ਕੋਲ ਆਲਟਰਨੇਟ ਅਵੇਲੇਬਲ ਨਹੀਂ ਹੈ ਫਿਰ ਠੀਕ ਹੈ, ਲੇਕਿਨ ਅਗਰ ਆਲਟਰਨੇਟ ਅਵੇਲੇਬਲ ਹੈ ਤਾਂ ਫਿਰ ਤੁਹਾਨੂੰ ਪਰ ਜੀ ਬਹੁਤ ਇੰਪੋਰਟੈਂਟ ਟਾਈਮ ਬੜੀ ਫਾਸਟ ਜਾ ਰਿਹਾ। ਹੁਣ ਤੁਸੀਂ ਗੱਲ ਤੇ ਹਮੇਸ਼ਾ ਬੜੀ ਜ਼ਬਰਦਸਤ ਹੁੰਦੀ ਹੈ, ਬੰਦੇ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਗੌਰ ਕਰਦੇ ਹੋ। ਇਹ ਜਿਹੜਾ ਸਾਰਾ ਟੈਸਟ ਉਸ ਕਰਕੇ ਇਹਦੀ ਲੋੜ ਨਹੀਂ ਹੈਗੀ, ਲੋੜ ਹੈਗੀ ਹੈ, ਉਹ ਕਿਸ ਤਰ੍ਹਾਂ ਬੰਦੇ ਕਿੱਦਾਂ ਕਰਾ ਸਕਦੇ ਹੋ? ਹਾਂਜੀ, ਉਹਦੇ ਬਾਰੇ 'ਚ ਸਮਝ ਲਓ ਕਿ ਮਿਨਰਲ ਵਾਈਟਮਿਨਸ ਪ੍ਰੋਫਾਈਲਿੰਗ ਅਮਰੀਕਾ 'ਚ ਕੰਪਨੀਆਂ ਕਰਦੀਆਂ ਨੇ, ਔਰ ਇਹਦੇ ਇਲਾਵਾ ਇੱਕ ਹੋਰ ਵੀ ਬੜੀ ਮਜ਼ੇਦਾਰੀ ਦੀ ਚੀਜ਼ ਹੈ, ਉਹ ਮੈਂ ਸਾਰਿਆਂ ਨੂੰ ਦੱਸ ਦਿੰਦਾ। ਅਗਰ ਕੋਈ ਇੰਟਰਸਟਿਡ ਹੈ ਨੇ ਲੋਕ ਜਿਨ੍ਹਾਂ ਨੂੰ ਸ਼ੌਕ ਹੈ ਆਪਣੇ ਬਾਰੇ 'ਚ ਪਤਾ ਕਰਨ ਦਾ ਕਿ ਸਾਡੀ ਬਾਡੀ 'ਚ ਕੀ ਕਮਜ਼ੋਰੀਆਂ ਨੇ, ਕੀ ਇੱਕ ਕੰਪਨੀ ਹੈ ਉਹਦਾ ਨਾਮ ਹੈ 23andMe, ਠੀਕ ਹੈ, ਵੈਬਸਾਈਟ ਦਾ ਨਾਮ ਵੀ ਇਹੀ ਹੈ। ਇਹ ਕੰਪਨੀ ਤੁਹਾਡਾ DNA ਦਾ ਸੈਂਪਲ ਤੁਸੀਂ ਇਹਨੂੰ ਭੇਜ ਦੇਣਾ, ਉਹਨਾਂ ਨੇ ਤੁਹਾਨੂੰ ਪੂਰੀ ਤੁਹਾਡੀ ਜਿਹੜੀ ਹੈ ਨਾ ਫਿਲਮ ਭੇਜ ਦੇਣੀ ਹੈ ਕਿ ਪੌਲ ਜੀ ਤੁਹਾਨੂੰ ਪ੍ਰੋਸਟੇਟ ਕੈਂਸਰ ਹੋ ਸਕਦਾ 90 ਸਾਲ ਦੀ ਉਮਰ ਵਿੱਚ, ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਹੈ 60 ਸਾਲ ਤੋਂ ਬਾਅਦ, ਤੁਹਾਡੇ ਲੰਗਸ ਜਿਹੜੇ ਨੇ ਉਹ ਵੀਕ ਨੇ, ਤੁਹਾਡੀਆਂ ਕਿਡਨੀਆਂ ਬੜੀਆਂ ਪਾਵਰਫੁਲ ਸਟਰੋਂਗ ਨੇ, ਹਾਰਟ ਤੁਹਾਡਾ ਕਿੱਥੇ ਵੀ ਨਹੀਂ ਜਾਏਗਾ। ਇਹ ਤੁਹਾਨੂੰ ਸਾਰੀ ਚੀਜ਼ ਉਹ ਭੇਜ ਦਿੰਦੇ ਨੇ, ਉਹ ਕਰੋ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ 23andMe ਟੈਸਟ ਕਰਾਓ। ਇਹਦੇ ਇਲਾਵਾ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਇਹ ਪ੍ਰੋਫਾਈਲਿੰਗ ਹੋਏ ਕਿ ਕਿਹੜਾ ਮਿਨਰਲ ਕਿਹੜਾ ਵਾਈਟਮਿਨਸ ਤੁਹਾਡੀ ਬਾਡੀ ਲਈ ਸੂਟੇਬਲ ਹੈ, ਉਹਦੇ ਵੀ ਟੈਸਟ ਨੇ। ਲੇਕਿਨ ਮੈਂ ਲੈਬ ਦਾ ਕਿਉਂਕਿ ਪ੍ਰਾਈਵੇਟ ਲੈਬਸ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈ ਸਕਦਾ, ਉਹ ਮੈਨੂੰ ਫੋਨ ਕਰੋਗੇ ਮੈਂ ਤੁਹਾਨੂੰ ਉਹਦੇ ਬਾਰੇ 'ਚ ਵੀ ਗਾਈਡ ਕਰ ਦੇਵਾਂਗਾ। ਪਰ ਜੀ ਇੱਕ ਤੇ ਦੋ ਤਰ੍ਹਾਂ ਦੇ ਲੋਕ ਹੈਗੇ, ਇੱਕ ਤਾਂ ਬੜੇ ਕੀਨ ਹੋਣਗੇ ਵੀ ਮੈਨੂੰ ਪਤਾ ਹੋਣਾ ਚਾਹੀਦਾ, ਆਈ ਵੁੱਡ ਲਾਈਕ ਟੂ ਨੋ। ਕਈ ਮੇਰੇ ਵਰਗੇ ਹੈਗੇ ਕਹਿੰਦੇ ਛੱਡ ਯਾਰ ਪੈਸਾ ਕੀ ਲਾਣਾ ਨਹੀਂ ਕਿ ਨਾ ਹੀ ਪਤਾ ਲੱਗੇ ਤਾਂ ਠੀਕ ਹੈਗਾ, ਉਹ ਨਹੀਂ ਕਹਿੰਦੇ ਅੰਡਰ ਦਾ ਕਾਰਪਟ ਪਾ ਦਿਓ, ਜਦੋਂ ਹੋਏਗੀ ਦੇਖੀ ਜਾਏਗੀ। ਹਾਂਜੀ, ਇਹ ਵੀ ਸਹੀ ਗੱਲ ਹੈ, ਲੇਕਿਨ ਇਹ ਹੈ ਕਿ ਅਗਰ ਤੁਹਾਨੂੰ ਅੰਦਾਜ਼ਾ ਹੋਏ ਪੌਲ ਜੀ ਕਿ ਤੁਹਾਡਾ ਕਿਹੜਾ ਆਰਗਨ ਵੀਕ ਹੈ। ਤੁਹਾਨੂੰ ਯਾਦ ਹੋਏਗਾ ਇੱਕ ਦਫਾ ਅਸੀਂ ਮਿਸਾਲ ਦਿੱਤੀ ਸੀ ਕਿ ਇੱਕ ਪਾਸੋਂ ਇੱਕ ਰੱਸੀ ਨੂੰ ਤੁਸੀਂ ਫੜਿਆ ਹੋਇਆ ਜਾਂ ਜ਼ੰਜੀਰ ਨੂੰ ਇੱਕ ਪਾਸੇ ਮੈਂ ਖਿੱਚੀਏ, ਕੋਈ ਨਾ ਕੋਈ ਜਗ੍ਹਾ ਤੋਂ ਤੁਹਾਡਾ ਟੁੱਟਣਾ ਹੈ, ਜਿਹੜੀ ਵੀਕ ਸਪੌਟ ਹੋਏਗਾ ਉੱਥੋਂ ਟੁੱਟ ਜਾਏਗਾ। ਕੀ ਬਾਤ ਹੈ, ਬੜਾ ਅੱਛਾ ਐਗਜ਼ਾਮਪਲ ਹੈ। ਇਹ ਚੀਜ਼ ਤੁਹਾਨੂੰ ਤੁਹਾਡੀ ਉਹ ਰਿਪੋਰਟ ਦੇ ਦੇਗੀ ਕਿ ਪੌਲ ਜੀ ਤੁਹਾਡੇ ਵੀਕ ਸਪੌਟ ਕਿਹੜੇ ਨੇ। ਤੁਹਾਡਾ ਡਾਕਟਰ ਵਲੀ ਦਾ ਫਰਜ਼ ਕਰੋ ਲਿਵਰ ਵੀਕ ਹੈ, ਜਾਂ ਡਾਕਟਰ ਵਲੀ ਨੂੰ ਫਿਊਚਰ ਸਟੇਜਸ ਪ੍ਰੋਸਟੇਟ ਕੈਂਸਰ ਹੋ ਸਕਦਾ ਹੈ, ਜਾਂ ਡਾਕਟਰ ਵਲੀ ਦੀ ਬੋਨਸ ਜਿਹੜੀਆਂ ਨੇ ਉਹ ਕਮਜ਼ੋਰ ਨੇ ਜੈਨੇਟਿਕਲੀ। ਇਹਨੂੰ ਜਦੋਂ ਮੈਨੂੰ ਇਹ ਪਤਾ ਲੱਗ ਜਾਏਗਾ ਮੈਂ ਫਿਰ ਉਸ ਚੀਜ਼ ਉਸ ਆਰਗਨ ਉਸ ਸਿਸਟਮ ਦਾ ਜ਼ਿਆਦਾ ਕੇਅਰ ਕਰਾਂਗਾ, ਔਰ ਉਹ ਕੇਅਰ ਹੋ ਸਕਦੀ ਹੈ, ਟੂਲਸ ਨੇ। ਪਰ ਬੰਦੇ ਇਨਸਾਨ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਨੂੰ ਕੁਝ ਠੀਕ ਨਹੀਂ ਹੈ ਮੇਰੇ ਨਾਲ। ਹਾਂਜੀ, ਬੋਡੀ ਦੱਸ ਦਿੰਦੀ ਹੈ ਨਾ। ਬੋਡੀ ਦੇਖੋ ਨਾ, ਇਹੀ ਤੇ ਫਰਕ ਹੈ ਜਾਨਵਰ ਔਰ ਇਨਸਾਨ ਹੈ ਜੀ। ਕਿਉਂਕਿ ਮੈਂ ਵੈਟਨਰੀ ਮੈਡੀਸਨ ਵੀ ਪੜ੍ਹੀ ਹੈ, ਮੈਂ ਜਾਨਵਰਾਂ ਦੀ ਡਾਕਟਰੀ ਵੀ ਕੀਤੀ ਹੈ, ਮੈਨੂੰ ਪਤਾ ਉਸ ਚੀਜ਼ ਦਾ। ਮੈਂ ਦੇਖ ਤੇ ਜਾਨਵਰਾਂ ਦੀ ਡਾਕਟਰੀ ਸਾਡਾ ਪ੍ਰੋਬਲਮ ਇਹ ਸੀ ਕਿ ਅਸੀਂ ਉਹਨੂੰ ਅਬਜ਼ਰਵ ਕਰਨਾ ਹੈ। ਹਾਂ, ਬੈਠਾ ਹੈ, ਖੜਾ ਹੈ,
ਉਹ ਜਿਵੇਂ ਬਹਿ ਕੇ ਉਹ ਮੂੰਹ ਨਾਲ ਚਬਾਉਂਦੇ ਨੇ ਫੂਡ ਨੂੰ, ਉਹ ਕਰ ਰਿਹਾ ਹੈ ਨਹੀਂ ਕਰ ਰਿਹਾ, ਰੀਗਰਜੀਟੇਟ ਫੂਡ ਕਰ ਰਿਹਾ ਹੈ, ਖਾਣਾ ਖਾ ਰਿਹਾ ਹੈ, ਟੈਂਪਰੇਚਰ कैसा, ਅਸੀਂ ਖੁਦ ਦੇਖਣਾ ਹੈ। ਲੇਕਿਨ ਇਨਸਾਨ ਤੇ ਬੋਲ ਸਕਦਾ ਹੈ, ਉਹਨੂੰ ਤਾਂ ਸਾਹਮਣੇ ਬਿਠਾ ਕੇ ਪੁੱਛਣਾ ਹੈ ਤੁਸੀਂ, ਬਿਲਕੁਲ ਉਹਨੂੰ ਪਹਿਲੇ ਦੇਖਣਾ ਹੈ, ਅਬਜ਼ਰਵ ਕਰਨਾ ਹੈ, ਟੈਂਪਰੇਚਰ ਪਲਸ ਉਹ ਦੇਖ ਕੇ ਫਿਰ ਉਹਦੇ ਨਾਲ ਬੈਠ ਕੇ ਗੱਲਬਾਤ ਕਰਨੀ ਹੈ, ਉਹਦੇ ਕੋਲੋਂ ਪੁੱਛਣਾ ਹੈ। 90% ਡਾਇਗਨੋਸਿਸ ਉੱਥੇ ਹੀ ਹੋ ਜਾਂਦੀ ਹੈ ਤੁਹਾਡੀ। ਭਾਜੀ ਇੱਕ ਟ੍ਰੈਂਡ ਹੈਗਾ ਇਨਸਾਨ ਦਾ, ਇੱਕ ਬੰਦਾ ਆਪਣੇ ਆਪ ਨੂੰ ਲੁੱਕ ਆਫਟਰ ਕਰਦਾ ਹੈ, ਡਰੈਸਿੰਗ ਅਪ ਲਈ, ਆਪਣਾ ਸਿਹਤ ਲਈ, ਖਾਣ ਪੀਣ ਦਾ, ਉਹਦੇ 'ਚ ਇੱਕ ਸਿਸਟਮ ਹੈ, ਉਹਦੇ 'ਚ ਸਾਰਾ ਹੀ ਹੋਏਗਾ। ਇੱਕ ਬੰਦਾ ਸਕਰਫੀ ਹੁੰਦਾ ਹੈ, ਉਹ ਖਾਣ ਪੀਣ 'ਚ ਵੀ ਸਕਰਫੀ ਹੋਏਗਾ ਤੇ ਉਹ ਡਰੈਸ ਵੀ ਸਕਰਫੀ ਹੋ ਗਿਆ। ਇਹ ਟ੍ਰੈਂਡ ਇੱਕ ਪਾਸੇ ਕਿਉਂ ਜਾਂਦਾ? ਵਾਈ ਡੋਨਟ ਦੇ ਹੈਵ ਟੂ ਡਿਫਰੈਂਟ ਥਿੰਗਸ? ਟਾਈਮ ਬੜਾ ਥੋੜਾ ਤੇ 1.5 ਮਿੰਟ ਰਹਿੰਦਾ ਫਿਰ ਵੀ। ਹਾਂਜੀ ਦੇਖੋ, ਇਹਨਾਂ ਚੀਜ਼ਾਂ ਨੂੰ ਜੈਨੇਟਿਕ ਟ੍ਰੈਟਸ ਕਹਿੰਦੇ ਨੇ। ਮਸਲ ਅੱਛਾ, ਜੈਨੇਟਿਕ ਹੋ ਸਕਦਾ, ਇਹ ਜੈਨੇਟਿਕਲੀ ਹੁੰਦਾ ਹੈ, ਇਹ ਜੈਨੇਟਿਕਲੀ ਹੁੰਦਾ। ਮਸਲਨ ਬਾਜ਼ ਲੋਕ ਨੇ, ਮਸਲਨ ਫੈਮਲੀਆਂ 'ਚ ਹੁੰਦੇ ਨੇ, ਮਸਲਨ ਇੱਕ ਫੈਮਲੀ 3 ਬੱਚੇ ਨੇ ਨਾ, ਇੱਕ ਬੱਚਾ ਹੋਏਗਾ ਉਹਨੂੰ ਬਗੈਰ ਟ੍ਰੇਨਿੰਗ ਦੇ ਵੈਲ ਆਰਗੇਨਾਈਜ਼ਡ ਹੋਏਗਾ, ਉਹ ਪੈਦਾ ਹੀ ਹੁੰਦੇ ਆਪਣੀਆਂ ਚੀਜ਼ਾਂ ਨੂੰ ਤਰਤੀਬ। ਇੱਕ ਹੋਏਗਾ ਬਿਲਕੁਲ ਡਿਸਆਰਗੇਨਾਈਜ਼ਡ, ਬਿਲਕੁਲ ਹਾਂ, ਉਹ ਜਿੱਥੇ ਜਾਏਗਾ ਗੰਦ ਪਾਏਗਾ। ਇਹ ਜੈਨੇਟਿਕ ਚੀਜ਼ਾਂ ਨੇ, ਇਹਨਾਂ ਨੂੰ ਆਹਿਸਤਾ ਆਹਿਸਤਾ ਚੇਂਜ ਕੀਤਾ ਜਾ ਸਕਦਾ, ਕਹਿ ਕੇ ਸਮਝਾ ਕੇ ਥੋੜਾ ਬ੍ਰੇਨ ਨੂੰ ਆਹਿਸਤਾ ਆਹਿਸਤਾ ਸਵਿਚ ਕਰ ਦੇਣਾ ਚਾਹੀਦਾ ਕਿ ਇਹ ਹਰਕਤ ਛੱਡ ਦੇ, ਇਹ ਕਰ। ਲੇਕਿਨ ਜੈਨੇਟਿਕ ਦੀ ਤੁਸੀਂ ਗੱਲ ਕਰਦੇ ਹੋ, ਇੱਕ ਫੈਮਿਲੀ ਦੇ ਇੱਕ ਮਾਂ ਪਿਓ ਦੇ ਬੱਚੇ ਹੈਗੇ ਨੇ, ਦੋਨੋਂ ਸੇਮ ਨਹੀਂ ਹੁੰਦੇ, ਨਾ ਅਕਲ ਨਾ ਸ਼ਕਲ ਨਾ ਹੈਬਿਟ, ਕਿਸੇ ਚੀਜ਼ ਵੀ ਸੇਮ ਨਹੀਂ ਹੁੰਦੇ। ਨਹੀਂ, ਇਹੀ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਕਿ ਕਿਵੇਂ ਹੋ ਸਕਦਾ ਹੈ ਕਿ ਇੱਕ ਗੋਲੀ ਉਹ ਮੇਰੇ ਤੇ ਵੀ ਉਹੀ ਇਫੈਕਟ ਕਰ ਰਹੀ ਹੋਏ, ਮੇਰੇ ਬੇਟੇ ਤੇ ਵੀ ਇਹ ਕਰ ਰਹੀ ਹੋ, ਔਰ ਅਸੀਂ ਕਹੀਏ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਸਿਰ ਦਰਦ, ਇੱਕੋ ਹੀ ਗੋਲੀ ਖਾ ਲਓ। ਨਹੀਂ ਯਾਰ, ਮੇਰੀ ਬਾਡੀ ਹੋਰ ਹੈ, ਉਹਦੀ ਹੋਰ ਹੈ। ਕਿਵੇਂ ਇੱਕ ਪੈਰਾਸਟਾਮੋਲ ਸਾਰਿਆਂ ਤੇ ਇੱਕੋ ਜੈਸਾ ਕੰਮ ਕਰੇਗੀ? ਨਹੀਂ ਕਰੇਗੀ। ਮੇਰੀ ਬਾਡੀ ਜਾ ਕੇ ਉਹ ਕੁਝ ਹੋਰ ਚੱਕਰ ਚਲਾਏਗੀ, ਉਹਦੀ ਬਾਡੀ ਜਾ ਕੇ ਹੋਰ ਚੱਕਰ ਚਲਾਏਗੀ ਉਹਦੀ। ਤੇ ਇਸ ਲਈ ਬਜਾਏ ਇਹਦੇ ਕਿ ਅਸੀਂ ਇੱਕ ਹਰ ਬੰਦੇ ਨੂੰ ਇੱਕੋ ਹੀ ਸਾਂਚ ਵਿੱਚ ਫਿੱਟ ਕਰ ਦਈਏ, ਸਾਨੂੰ ਚਾਹੀਦਾ ਕਿ ਉਹਦੀ ਇੰਡੀਵਿਜੂਅਲ ਰਿਕੁਆਇਰਮੈਂਟ ਦੇ ਮੁਤਾਬਿਕ ਉਹਨਾਂ ਦੇ ਹੈਲਥ ਸਿਸਟਮ ਨੂੰ ਸਪੋਰਟ ਕਰੇ। ਬਹੁਤ ਅੱਛਾ ਟੌਪਿਕ, ਰੀਅਲੀ ਨਾਈਸ। ਮੈਨੂੰ ਤਾਂ ਹਮੇਸ਼ਾ ਹਰ ਦਫਾ ਤੁਹਾਡਾ ਸ਼ੋਅ ਕਰਦਾ ਮਜ਼ਾ ਆਉਂਦਾ, ਬੜਾ ਸਿੱਖਣ ਨੂੰ ਮਿਲਦਾ ਹੈ। ਲੇਕਿਨ ਮੈਂ ਕੋਸ਼ਿਸ਼ ਵੀ ਕਰਦਾ ਉਹਦੇ ਪਰ ਗੌਰ ਕਰਨ ਦੀ। ਓਨੈਸਟਲੀ ਬਹੁਤ ਫਰਕ ਹੈ ਮੇਰੇ 'ਚ, ਲਾਈਫ ਸਟਾਈਲ 'ਚ ਫਰਕ ਹੈਗਾ। ਤੇ ਡਾਕਟਰ ਸਾਹਿਬ ਤੁਸੀਂ ਦਰ ਵੀ ਟੌਪਿਕ ਲੈ ਕੇ ਆਉਂਦੇ, ਬੜਾ ਮਜ਼ਾ ਆਉਂਦਾ, ਰੀਅਲੀ ਸੋ ਇੰਟਰਸਟਿੰਗ। ਲੋਕੀ ਬੜੇ ਧਿਆਨ ਨਾਲ ਸੁਣਦੇ ਨੇ, ਪਰ ਮੇਰੇ ਵਾਂਗੂ ਮੈਂ ਓਨੈਸਟਲੀ ਗੌਰ ਕਰਿਆ ਕਰੋ। ਇਟਸ ਯੋਰ ਬਾਡੀ, ਇਟਸ ਯੋਰ ਹੈਲਥ, इट गोज अ लॉन्ग वे। जिन्हें लुक आफ्टर करेंगे उन्हें लंबी जाएगी। डॉक्टर साहब अगले वीक फिर मुलाकात करेंगे, तब तक रब रखा जी। सत श्री अकाल। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ